ਦਲੀਲ ਵਿੱਚ ਤੁਹਾਡਾ ਸਵਾਗਤ ਹੈ ਤੇ ਮੈਂ ਹਾਂ ਐਸਪੀ ਸਿੰਘ। ਦੇਸ਼ ਦੀ ਨੁਮਾਇਆ ਰਾਜਨੀਤਿਕ ਪਾਰਟੀ ਕਾਂਗਰਸ ਨੂੰ ਭਿਆਨਕ ਕਰੋਨਾ ਵਾਇਰਸ ਹੋ ਗਿਆ ਜਾਪਦਾ, ਕੋਈ ਨੇੜੇ ਨਹੀਂ ਲੱਗ ਰਿਹਾ। ਜਿਹੜੇ ਬੜੇ ਨੇੜੇ ਸੀ, ਵੱਡੇ ਵੱਡੇ ਨੇਤਾ, ਘਰ ਦੇ ਬੰਦੇ ਸੀ, ਛਿਟਕ ਕੇ ਦੂਰ ਜਾ ਰਹੇ ਨੇ। ਵਿਚਾਰਧਾਰਕ ਉਲਟਬਾਜ਼ੀ ਮਾਰ ਕੇ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਨਾਲ ਹੱਥ ਮਿਲਾ ਰਹੇ ਨੇ। ਮੱਧ ਪ੍ਰਦੇਸ਼ ਵਿੱਚ ਜੋਤਿਰਾਦਿੱਤਿਆ ਸਿੰਧੀਆ ਦੇ ਭਾਜਪਾਈ ਹੋ ਜਾਣ ਨਾਲ ਦੇਸ਼ ਦੇ ਰਾਜਨੀਤਿਕ ਖੇਮਿਆਂ ਵਿੱਚ ਰਾਸ਼ਟਰੀ ਪੱਧਰ ਉੱਤੇ ਵੀ ਵੱਡੀ ਬਹਿਸ ਭੱਗ ਗਈ ਹੈ। ਕੀ ਕਾਂਗਰਸ ਹੁਣ ਨੇਤਾ ਵਿਹੀਨ ਹੋ ਚੁੱਕੀ ਹੈ? ਕੀ ਹਿੰਦੁਸਤਾਨ ਦੀ ਰਾਜਨੀਤੀ ਨੂੰ ਕਾਂਗਰਸ ਦੀ ਹੁਣ ਕੋਈ ਲੋੜ ਵੀ ਹੈ? ਇਸ ਤਰ੍ਹਾਂ ਪੁੱਛ ਲਈਏ, ਕੀ ਕਾਂਗਰਸ ਇੱਕ ਵਾਰੀ ਫਿਰ ਇੱਕ ਮਜ਼ਬੂਤ ਰਾਜਨੀਤਿਕ ਸ਼ਕਤੀ ਦੇ ਤੌਰ 'ਤੇ ਉੱਭਰ ਸਕਦੀ ਹੈ, ਜਾਂ ਰੈਦਰ ਕਾਂਗਰਸ ਅਸਲ ਵਿੱਚ ਇੱਕ ਮਜ਼ਬੂਤ ਰਾਜਨੀਤਿਕ ਸ਼ਕਤੀ ਦੇ ਉੱਭਰਨ ਵਿੱਚ ਰੁਕਾਵਟ ਬਣ ਰਹੀ ਹੈ? ਹੁਣ ਕੀ ਕਾਂਗਰਸ ਨੂੰ ਗਾਂਧੀ ਪਰਿਵਾਰ ਦੀ ਗ੍ਰਿਫਤ ਡੁਬਾ ਰਹੀ ਹੈ ਕਿ ਇਹੀ ਗਾਂਧੀ ਪਰਿਵਾਰਕ ਫੈਵੀਕੋਲ ਕਾਂਗਰਸ ਨੂੰ ਜੋੜੀ ਬੈਠਾ, ਬਚੀ ਖੁਚੀ ਜਿੰਨੀ ਵੀ ਹੈ? ਦਰਅਸਲ ਮਸਲਾ ਕਾਂਗਰਸ ਤੋਂ, ਕਾਂਗਰਸ ਦੇ ਵਜੂਦ ਤੋਂ, ਕਾਂਗਰਸ ਦੇ ਆਪਣੇ ਭਵਿੱਖ ਤੋਂ ਅਗਲੇਰਾ ਹੈ, ਇਸ ਤੋਂ ਵੱਡਾ ਹੈ। ਸਪਸ਼ਟ ਤੌਰ ਉੱਤੇ ਸੱਜੇ ਪੱਖੀ ਵਿਚਾਰਧਾਰਾ ਵਾਲੀ ਭਾਰਤੀ ਜਨਤਾ ਪਾਰਟੀ ਦੇ ਕਾਊਂਟਰਵੇਟ ਦੇ ਤੌਰ 'ਤੇ ਉਹਨੂੰ ਟਾਕਰਾ ਦੇਣ ਵਾਲੀ ਜਿਹੜੀ ਲੈਫਟ ਲਿਬਰਲ, ਆਪਣੇ ਆਪ ਨੂੰ ਖੱਬੇ ਪੱਖੀ ਨਰਮ ਖਿਆਲੀ ਦੱਸਦੀ ਧਿਰ ਹੈ, ਉਹ ਕਿਹੜੀ ਬਣੇਗੀ ਫਿਰ? ਇਸ ਨਾਲ ਹਿੰਦੁਸਤਾਨ ਦੀ ਰਾਜਨੀਤੀ ਦਾ, ਇਹਦੇ ਸੂਬਿਆਂ ਦੀ ਰਾਜਨੀਤੀ ਦਾ ਸਰੂਪ ਕਿਹੋ ਜਿਹਾ ਉਭਰੇਗਾ? ਪੰਜਾਬ ਵਰਗੇ ਸੂਬੇ ਦੇ ਵਿੱਚ ਜਿੱਥੇ ਇੱਕ ਪਾਸੇ ਅਕਾਲੀ ਦਲ ਹੁੰਦਾ ਆਮ ਤੌਰ 'ਤੇ ਟ੍ਰੈਡੀਸ਼ਨਲੀ, ਦੂਸਰੇ ਪਾਸੇ ਕਾਂਗਰਸ ਹੁੰਦੀ ਹੈ, ਉੱਥੇ ਤੀਜੀ ਆਮ ਆਦਮੀ ਪਾਰਟੀ ਵਾਲੀ ਅਜਿਹੀ ਧਿਰ ਆ ਜਾਂਦੀ ਹੈ ਜਿਹੜੀ ਅਕਾਲੀ ਦਲ ਨੂੰ ਤਾਂ ਅਪੋਜ਼ ਕਰਦੀ ਹੈ। CAA ਦੇ ਉੱਤੇ ਅਕਾਲੀ ਦਲ ਵਾਂਗ ਹੀ ਵੋਟ ਉਸ ਪਾਸੇ ਨੂੰ ਪਾਉਂਦੀ ਹੈ, ਅਤੇ ਇੱਥੋਂ ਦੀ ਕਾਂਗਰਸ ਜਿਹੜੀ ਬਹੁਤ ਸਾਰੇ ਮੁੱਦਿਆਂ ਦੇ ਉੱਤੇ ਦਰਅਸਲ ਭਾਰਤੀ ਜਨਤਾ ਪਾਰਟੀ ਦੇ ਜ਼ਿਆਦਾ ਨੇੜੇ ਖੜੀ ਜਾਪਦੀ ਹੈ। ਅਮਰਿੰਦਰ ਸਿੰਘ ਦੇ ਆਪਣੀ ਜਿਹੜੀ ਪੋਲੀਟਿਕਸ ਹੈ ਉਹ BJP ਦੇ ਜ਼ਿਆਦਾ ਨੇੜੇ ਜਾਪਦੀ ਹੈ, ਅਤੇ ਉਹਨੇ ਉਹ ਰਾਹੁਲ ਗਾਂਧੀ ਦੇ ਨੇੜੇ ਨਹੀਂ ਜਾਪਦੇ। ਇਹ ਸਾਰੇ ਦੇ ਵਿੱਚ ਇਹ ਕਾਂਗਰਸ ਦੀ ਜਿਹੜੀ ਨਵੀਂ ਉਭਰਦੀ ਤਸਵੀਰ ਅਤੇ ਨਵੀਆਂ ਉਭਰਦੀਆਂ ਮੁਸ਼ਕਲਾਂ ਨੇ, ਇਹ ਕਿਵੇਂ ਪਲੇ ਆਊਟ ਕਰਨਗੀਆਂ? ਇਸ ਸਭ ਬਾਰੇ ਸਾਡੇ ਨਾਲ ਗੱਲਬਾਤ ਲਈ ਅੱਜ ਮੌਜੂਦ ਨੇ ਡਾਕਟਰ ਪ੍ਰਮੋਦ ਕੁਮਾਰ। ਡਾਕਟਰ ਪ੍ਰਮੋਦ ਕੁਮਾਰ ਇੰਸਟੀਚਿਊਟ ਫਾਰ ਡਿਵੈਲਪਮੈਂਟ ਐਂਡ ਕਮਿਊਨੀਕੇਸ਼ਨ ਨੂੰ ਹੈੱਡ ਕਰਦੇ ਨੇ। ਨਾਰਦਰਨ ਇੰਡੀਆ ਦੇ ਵਿੱਚ ਇਹ ਮੇਜਰ ਥਿੰਕ ਟੈਂਕ ਹੈ ਜਿਹੜਾ ਰਾਜਨੀਤਿਕ ਧਾਰਾਵਾਂ ਨੂੰ ਪੜ੍ਹਦਾ ਹੈ, ਅਰਥਚਾਰੇ ਅਤੇ ਰਾਜਨੀਤੀ ਦੇ ਵਿਚਕਾਰ ਜਿਹੜੀਆਂ ਤੰਦਾਂ ਨੇ ਉਹਨਾਂ ਨੂੰ ਫੜਦਾ ਹੈ। ਸਾਡਾ ਤੁਹਾਡਾ ਭਵਿੱਖ ਇਹ ਅਖਬਾਰਾਂ ਦੀਆਂ ਨਿੱਤ ਸੁਰਖੀਆਂ ਕਿਵੇਂ ਤੈਅ ਕਰਦੀਆਂ ਨੇ, ਇਹਦੀਆਂ ਬਹੁਤ ਡੀਪਰ ਲੇਅਰਸ ਨੂੰ ਇਹ ਐਕਸਪਲੋਰ ਕਰਦੇ ਨੇ। ਡਾਕਟਰ ਪ੍ਰਮੋਦ ਕੁਮਾਰ, ਇਹ ਮਤਲਬ ਹੁਣ ਕਾਂਗਰਸ, ਵਾਟ ਅਬਾਊਟ ਕਾਂਗਰਸ ਜੀ, ਕਾਂਗਰਸ ਦਾ ਕੀ ਹੋਵੇਗਾ? ਇਸ ਸਵਾਲ ਦਾ ਸਾਡੀਆਂ ਜ਼ਿੰਦਗੀਆਂ ਦੇ ਉੱਤੇ ਸੱਚਮੁੱਚ ਇੰਨਾ ਅਸਰ ਹੈ ਕਿ ਪੂਰਾ ਦੇਸ਼ ਇਹ ਡਿਸਕਸ ਕਰ ਰਿਹਾ ਕਿ ਕੀ ਕਾਂਗਰਸ ਨੂੰ ਆਪਣਾ ਫੌਰੀ ਤੌਰ 'ਤੇ ਵੱਡਾ ਕੋਈ ਨੈਸ਼ਨਲ ਪ੍ਰੈਜ਼ੀਡੈਂਟ ਚੁਣ ਲੈਣਾ ਚਾਹੀਦਾ ਹੈ? ਕੀ ਕਾਂਗਰਸ ਨੂੰ ਗਾਂਧੀ ਪਰਿਵਾਰ ਤੋਂ ਬਚਾਉਣਾ ਚਾਹੀਦਾ ਹੈ? ਅਜਿਹਾ ਕੀ ਹੋ ਗਿਆ ਕਿ ਇਹੋ ਜਿਹੇ ਯੰਗ ਡਾਇਨਾਮਿਕ ਲੀਡਰ ਜੋਤਿਰਾਦਿੱਤਿਆ ਸਿੰਧੀਆ ਵਰਗੇ, ਅਤੇ ਹੁਣ ਕੁਝ ਲੋਕ ਕਹਿ ਰਹੇ ਨੇ ਕਿ ਇਸ ਤੋਂ ਬਾਅਦ ਤਾਂ ਜੀ ਨੈਕਸਟ ਰਾਜੇਸ਼ ਪਾਇਲਟ ਦੀ ਵੀ ਵਾਰੀ ਹੋ ਸਕਦੀ ਹੈ, ਸਚਿਨ ਪਾਇਲਟ ਦੀ ਵਾਰੀ ਹੋ ਸਕਦੀ ਹੈ। ਵਾਟ ਇਜ਼ ਹੈਪਨਿੰਗ ਟੂ ਦਿਸ ਮੇਜਰ ਪੋਲੀਟੀਕਲ ਪਾਰਟੀ? ਦੇਖੋ, ਇਹ ਜਿਹੜਾ ਤੁਸੀਂ ਮੁੱਦਾ ਰੇਜ਼ ਕੀਤਾ ਹੈ, ਇਹ ਖਾਲੀ ਇੱਕ ਪੋਲੀਟੀਕਲ ਪਾਰਟੀ ਦੇ ਨਾਲ ਰਿਲੇਟਿਡ ਮੁੱਦਾ ਨਹੀਂ ਹੈ ਜੀ। ਇਹ ਸਾਡਾ ਜਿਹੜਾ ਪਾਰਟੀ ਸਿਸਟਮ ਹੈ ਇਸ ਦੇਸ਼ ਦਾ ਹੈ, ਉਹਨੇ ਇੱਕ ਨਵੀਂ ਦਿਸ਼ਾ ਲਈ ਹੈ, ਇੱਕ ਨਵੀਂ ਸੋਚ, ਨਵੇਂ ਤਰੀਕੇ ਦੇ ਨਾਲ ਪੁਰਾਣੀ ਸੋਚ ਦੇ ਨਾਲ ਜੁੜੇ ਨੇ। ਜਿਵੇਂ ਹੁਣ ਮੈਂ 3 ਗੱਲਾਂ ਕਹਿ ਦੇਣਾ ਇਹਦੇ 'ਚ ਕਿ ਜਦੋਂ ਦੇਸ਼ ਆਜ਼ਾਦ ਹੋਇਆ ਉਦੋਂ ਅਸੀਂ ਇੱਕ ਰਸਤਾ ਲਿਆ। ਉਹ ਰਸਤਾ ਇਹ ਸੀ ਕਿ ਜਿਹਨੂੰ ਅਸੀਂ ਸੋਸ਼ਲਿਜ਼ਮ ਦੀ ਗੱਲ ਕਰਦੇ ਹਾਂ, ਮਿਕਸਡ ਇਕੋਨਮੀ ਦੀ ਗੱਲ ਕਰਦੇ ਹਾਂ, ਉਹਨੂੰ ਇੱਕ ਬਣਾਇਆ ਗਿਆ ਜਿਹਦੇ 'ਚ ਪਬਲਿਕ ਸੈਕਟਰ ਦੇ ਨਾਲ ਨਾਲ ਪ੍ਰਾਈਵੇਟ ਸੈਕਟਰ ਇਕੱਠੇ ਦੋਨੋਂ। ਸਰਕਾਰ ਮਾਈ ਬਾਪ ਹੋਏਗੀ, ਸਰਕਾਰ ਮਾਈ ਬਾਪ ਹੋਏਗੀ, ਸਰਕਾਰ ਹੀ ਵੱਡੀਆਂ ਇੰਡਸਟਰੀਆਂ ਲਾਏਗੀ, ਲੋਕਾਂ ਨੂੰ ਇੰਪਲਾਇਮੈਂਟ ਦੇਏਗੀ। ਉਹ ਇੱਕ ਧਿੜ ਉਹਦਾ ਉਹ ਸੀ ਜੀ। ਦੂਜਾ ਉੱਥੇ ਇਹ ਹੋਇਆ ਕਿ ਸੈਕੂਲਰਿਜ਼ਮ ਦਾ, ਇੱਕ ਸੈਕੂਲਰ ਨੈਸ਼ਨਲਿਜ਼ਮ ਜਿਹਨੂੰ ਅਸੀਂ ਸੁਪਰਾ ਰਿਲੀਜਨ ਬਣਾਇਆ, ਉਹ ਸੈਕੂਲਰਿਜ਼ਮ ਨੂੰ ਬਣਾਇਆ। ਉਹ ਨਹਿਰੂਅਨ ਜਿਹਨੂੰ ਅਸੀਂ ਪ੍ਰੋਜੈਕਟ ਕਹਿੰਦੇ ਹਾਂ, ਉਹਦਾ ਦੂਜਾ ਉਹ ਸੀ। ਤੀਸਰਾ ਸੀਗਾ ਨਾਨ ਅਲਾਈਨਡ। ਵਰਲਡ ਦੇ ਵਿੱਚ ਅਸੀਂ ਨਾਨ ਅਲਾਈਨਡ ਮੂਵਮੈਂਟ ਦੇ ਕਿਸੇ ਧਿਰ ਨਾਲ ਨਹੀਂ, ਨਾ ਅਮਰੀਕਾ ਨਾਲ ਨਾ ਰੂਸ ਨਾਲ। ਅੱਛਾ, ਹੁਣ ਹੋਇਆ ਕੀ ਹੈ? ਅੱਜ ਦੀ ਜੇ ਅਸੀਂ ਇਸੇ ਤਿੰਨੋਂ ਗੱਲਾਂ ਨੂੰ ਹੁਣ ਲਾਗੂ ਕਰੀਏ, ਜਿਹੜੀ ਮਿਕਸਡ ਇਕੋਨਮੀ ਸੀ ਉਹ ਤਾਂ ਹੁਣ ਮਾਰਕੀਟ ਇਕੋਨਮੀ ਨਾਲ ਜੁੜ ਗਈ, ਔਰ ਉਹਦਾ ਕੰਸੈਂਸਸ ਸਾਰੀ ਪਾਰਟੀਆਂ ਵਿੱਚ ਇੱਕ ਕੰਸੈਂਸਸ ਹੋ ਗਿਆ। ਲੈਫਟ ਨੂੰ ਬਾਹਰ ਛੱਡ ਦਿਓ, ਲੈਫਟ ਇਰੈਲੇਵੈਂਟ ਹੋ ਚੁੱਕੀ ਹੈ, ਛੱਡਣ ਦੀ ਲੋੜ ਨਹੀਂ, ਉਹ ਆਪੇ ਬਾਹਰ ਚਲਾ ਗਿਆ। ਹੁਣ ਜਦੋਂ ਇਹ ਸਾਰੀ ਪਾਰਟੀਆਂ 'ਚ ਇਸ ਧਿਰ 'ਤੇ ਤੱਕ ਹੋ ਗਿਆ ਕੰਸੈਂਸਸ ਕਿ ਅਸੀਂ ਮਾਰਕੀਟ ਨੂੰ ਸਰੈਂਡਰ ਕਰਤਾ ਸਟੇਟ ਨੇ, ਔਰ ਰਾਜਨੀਤੀ ਜਿਹੜੀ ਹੈ ਉਹ ਮਾਰਕੀਟ ਦੇ ਰਸਤੇ 'ਤੇ ਚੱਲੇਗੀ। ਕਿ ਅੱਜ ਜੇ ਅਸੀਂ ਸਿੱਖਿਆ ਨੀਤੀ 'ਚ ਹੀ ਦੇਖ ਲਈਏ, ਅਸੀਂ ਕਹਿੰਦੇ ਹਾਂ ਸਕਿੱਲ ਤੁਹਾਨੂੰ ਅਸੀਂ ਦੱਸ ਨਹੀਂ ਸਕਦੇ ਕਿਹੜੇ ਦੇਣੇ ਆ, ਕਿਉਂਕਿ ਮਾਰਕੀਟ ਡਿਸਾਈਡ ਕਰੇਗੀ ਕਿਹੜਾ ਸਕਿੱਲ ਨੂੰ ਨੌਕਰੀ ਮਿਲੇਗੀ। ਜਿਹੜਾ ਕਹੇਗੀ ਫੈਕਟਰੀਆਂ ਨੂੰ ਜੋ ਚਾਹੀਦਾ ਹੈਗਾ ਤੁਹਾਨੂੰ ਸਿਖਾ ਦੇਵਾਂਗੇ, ਜਾ ਕੇ ਫੈਕਟਰੀਆਂ ਨਹੀਂ, ਉਹਨਾਂ ਨੇ ਬ੍ਰੈਡਾਂ ਬਣਾਉਣੀਆਂ, ਉਹਨਾਂ ਨੇ ਲੋਹੇ ਦੇ ਕਾਰਖਾਨੇ ਚਲਾਣੇ ਆ। ਹੁਣ ਸਰਕਾਰ ਕੁਝ ਨਹੀਂ ਚਾਹੇਗੀ।
ਦੂਜਾ ਜਿਹੜਾ ਸੀਗਾ ਸੈਕੂਲਰ ਨੈਸ਼ਨਲਿਜ਼ਮ ਵਾਲਾ, ਉਹ ਹੁਣ ਰਿਪਲੇਸ ਹੋ ਰਿਹਾ ਹੈ, ਪ੍ਰੋਸੈਸ ਚੱਲ ਪਿਆ ਕਲਚਰਲ ਨੈਸ਼ਨਲਿਜ਼ਮ ਦੇ ਨਾਲ। ਸੋ ਧਰਮ ਨਿਰਪੱਖਤਾ ਦੀ ਜਗ੍ਹਾ ਸੱਭਿਆਚਾਰਕ ਰਾਸ਼ਟਰਵਾਦ ਆ ਰਿਹਾ। ਅੱਛਾ, ਹੁਣ ਤੀਸਰਾ ਜਿਹੜਾ ਹੈਗਾ, ਲੋਕਾਂ ਨੂੰ ਲੱਗਦਾ ਹੈ ਸੱਭਿਆਚਾਰਕ ਰਾਸ਼ਟਰਵਾਦ ਦਾ ਮਤਲਬ ਕੀ ਹੁੰਦਾ? ਹਿੰਦੂ ਰਾਸ਼ਟਰਵਾਦ, ਮੁਸਲਿਮ ਰਾਸ਼ਟਰਵਾਦ, ਇੱਕ ਦੇ ਰਾਸ਼ਟਰਵਾਦ, ਉਹਦੇ ਚ ਇਹਦੇ ਚ ਪੰਜਾਬੀ ਰਾਸ਼ਟਰਵਾਦ ਵੀ ਹੈ, ਕੋਈ ਮਦਰਾਸੀ ਰਾਸ਼ਟਰਵਾਦ ਵੀ ਹੋਵੇਗਾ। ਬਿਲਕੁਲ ਉਹਦੇ ਚ ਹੁੰਦਾ। ਔਰ ਉਹਦੇ ਚ ਇਸ ਵੇਲੇ ਅਸੀਂ ਦੇਖਣਾ ਡੋਮੀਨੈਂਟ ਟ੍ਰੈਂਡ ਕੀ ਹੈ, ਉਹ ਹਿੰਦੂ ਰਾਸ਼ਟਰਵਾਦ ਦਾ ਡੋਮੀਨੈਂਟ ਟ੍ਰੈਂਡ ਉਹ ਹੈ। ਉਹਦੇ ਥੱਲੇ ਡਿਫਰੈਂਟ ਕਲਚਰਲ ਦੇ ਨੈਸ਼ਨਲਿਜ਼ਮ ਹੋਣਗੇ, ਉਹਨਾਂ 'ਚ ਇੱਕ ਡਿਬੇਟ ਹੋਏਗਾ, ਮੈਂ ਉਹ ਧਿਆਨ ਨਾਲ। ਜੀ ਸ਼ੋਰ। ਅੱਛਾ, ਤੀਸਰੀ ਗੱਲ ਜਿਹੜੀ ਹੈਗੀ ਹੈ ਨਾਨ ਅਲਾਈਨਮੈਂਟ ਤੋਂ ਅਲਾਈਨਡ ਪੋਲਿਟਿਕਸ। ਅੱਜ ਅਸੀਂ ਅਮਰੀਕਾ ਨਾਲ ਅਲਾਈਨਡ ਆ, ਕੱਲ੍ਹ ਨੂੰ ਅਸੀਂ ਰਸ਼ੀਆ ਨਾਲ ਹੋ ਜਾਂਦੇ ਹਾਂ, ਪਰਸੋਂ ਜਾਪਾਨ ਨਾਲ ਹੋ ਜਾਂਦੇ ਹਾਂ। ਉੱਥੇ ਵੀ ਇਦਾਂ ਦੀ ਫਲੂਇਡਿਟੀ ਹੈ, ਜਿਹੜੇ ਜਿੱਥੇ ਇੰਟਰਸਟ ਤੁਹਾਡਾ ਕਾਮਨ ਬਣਦਾ ਹੈ, ਜਿਹੜੇ ਇਸ਼ੂ ਤੇ ਤੁਸੀਂ ਉਹਦੇ ਨਾਲ ਜੁੜਦੇ। ਉਹਦੀ ਲਾਸ਼ ਤਾਂ ਖੈਰ ਦਫਨ ਵੀ ਹੋ ਗਈ ਨਾ, ਨਾਨ ਅਲਾਈਨਡ ਮੂਵਮੈਂਟ ਦੀ ਨੈਮ ਦੀ ਤਾਂ ਲਾਸ਼ ਵੈਸੇ ਵੀ ਦਫਨ ਹੋ ਚੁੱਕੀ। ਸੋ ਅੱਜ ਅਲਾਈਨਡ ਪੋਲਿਟਿਕਸ ਐਟ ਦਾ ਗਲੋਬਲ ਲੈਵਲ ਵੀ ਚੱਲ ਰਿਹਾ। ਹੁਣ ਕੁਐਸਚਨ ਇਹ ਆਇਆ, ਇਹਦੇ ਵਿੱਚ ਕਾਂਗਰਸ ਨੂੰ ਆਪਾਂ ਪਲੇਸ ਕਰ ਲੈਂਦੇ ਹਾਂ। ਹੁਣ ਕਾਂਗਰਸ ਪਾਰਟੀ ਜਿਹੜੀ ਹੈ ਉਹ ਇਹ ਤਿੰਨਾਂ ਤੋਂ ਹੁਣ ਜਿਹੜਾ ਮਾਰਕੀਟ ਦਾ ਸੀਗਾ ਉਹਦੇ ਵਿੱਚ ਤਾਂ ਦੂਸਰੀ ਪਾਰਟੀ ਨੇ ਵੀ ਉਹਨਾਂ ਨਾਲ ਕੰਪੀਟ ਕਰ ਲਿਆ। ਕੰਸੈਂਸਸ ਸੀਗਾ ਉਹਦੇ ਚ ਕ੍ਰੈਡਿਟ ਲੈਣ ਤੋਂ ਥੋੜਾ ਜਿਹਾ ਝਿਜਕ ਰਹੀ ਆ, ਅਦਰਵਾਈਜ਼ ਕੀਤਾ ਕਰਾਇਆ ਸਭ ਕਾਂਗਰਸ ਨੇ ਉਹਦੇ ਵਿੱਚ। ਹੁਣ ਦੇਖੋ, ਜੇ ਉਹ ਚ ਕ੍ਰੈਡਿਟ ਲੈਂਦੇ ਨੇ ਤੇ ਜਿਹੜੀਆਂ ਗੱਲਾਂ ਤੇ ਉਹਨਾਂ ਨੂੰ ਕ੍ਰਿਟਿਸਾਈਜ਼ ਕਰਦੇ ਨੇ ਕਿ ਹੁਣ ਅਨਇੰਪਲੋਇਮੈਂਟ ਵੱਧ ਰਹੀ ਹੈ, ਉਹ ਤਾਂ ਮਾਰਕੀਟ ਕਰਕੇ ਵੱਧ ਰਹੀ ਹੈ ਨਾ, ਮੋਦੀ ਜੀ ਕਰਕੇ। ਕਾਂਗਰਸ ਆਪ ਅਕਾਊਂਟੇਬਲ ਹੁੰਦੀ ਹੈ, ਮੋਦੀ ਜੀ ਕਰਕੇ ਥੋੜਾ ਵੱਧ ਰਹੀ ਹੈ। ਸੋ ਇਸੇ ਕਰਕੇ ਕਾਂਗਰਸ ਨਰਸਿਮਹਾ ਰਾਓ ਦੇ ਕੀਤੇ ਦਾ ਕ੍ਰੈਡਿਟ ਨਹੀਂ ਲੈਂਦੀ, ਨਹੀਂ ਲੈ ਸਕਦੇ। ਜੇ ਤੁਸੀਂ ਕਹਿੰਦੇ ਹੋ ਵੀ ਯੂਨੀਵਰਸਿਟੀਆਂ ਕਾਲਜਾਂ 'ਚ ਫੀਸਾਂ ਵੱਧ ਰਹੀਆਂ ਨੇ, ਉਹ ਇਸ ਕਰਕੇ ਵੱਧ ਰਹੀਆਂ, ਪ੍ਰਾਈਵੇਟਾਈਜ਼ ਤੁਸੀਂ ਕਰ ਰਹੇ ਹੋ, ਤੁਸੀਂ ਸ਼ੁਰੂ ਕੀਤਾ। ਸੋ ਹੁਣ ਮੋਦੀ ਜੀ ਜਿਹੜੇ ਨੇ ਉਹ ਐਫੀਸ਼ੀਐਂਟਲੀ ਐਂਡ ਇਫੈਕਟਿਵਲੀ ਮਨਮੋਹਨ ਸਿੰਘ ਜੀ ਦੀ ਇਕਨੋਮਿਕ ਪਾਲਿਸੀ ਨੂੰ ਇੰਪਲੀਮੈਂਟ ਕਰ ਰਹੇ ਨੇ। ਹੁਣ ਉਹਦੇ 'ਚ ਤੁਸੀਂ ਜਦੋਂ ਉਹ ਇੰਪਲੀਮੈਂਟ ਕਰਦੇ, ਤੁਹਾਡਾ ਜਿਹੜਾ ਵਿਰੋਧ ਹੈ ਉਹ ਵੀ ਬੜਾ ਫਿੱਕਾ ਪੈ ਜਾਂਦਾ ਹੈ, ਕਿਉਂਕਿ ਕੰਸੈਂਸਸ ਉੱਤੇ ਆਲਰੇਡੀ ਹੋ ਗਿਆ। ਹੁਣ ਦੂਜੇ ਪਾਸੇ ਜਿਹੜੀ ਹਿੰਦੂ ਪੱਖੀ ਰਾਸ਼ਟਰਵਾਦ ਦੀ ਗੱਲ ਹੈ, ਹੁਣ ਸਾਰਾ ਜਿਹੜੀ ਪੋਲੀਟੀਕਲ ਪਾਰਟੀਜ਼ ਨੇ ਉਹਨਾਂ ਨੇ ਉਸ ਨੂੰ ਅਡਾਪਟ ਕਰ ਲਿਆ। ਔਰ ਕਾਂਗਰਸ ਡਾਇਲੇਮਾ 'ਚ ਹੈ। ਕਾਂਗਰਸ ਦਾ ਡਾਇਲੇਮਾ ਕੀ ਹੈ? ਕੁਝ ਕਾਂਗਰਸ ਨੇ ਵੀ ਅਡਾਪਟ ਕੀਤਾ, ਵੈਸੇ ਉਹ ਕੀਤਾ, ਅੱਧਾ ਜਨੇਊ ਪਾਇਆ, ਅੱਧਾ ਰਹਿ ਗਿਆ। ਥੋੜਾ ਥੋੜਾ ਦਿਸਦਾ, ਕਦੀ ਦਿਸਦਾ। ਹਾਂ, ਉਹਦੇ ਵਿੱਚ ਤੁਹਾਨੂੰ ਮੈਂ ਇੱਕ ਇੰਟਰਸਟਿੰਗ ਗੱਲ ਦੱਸਣ ਲੱਗਾ। ਕਿਸੇ ਵੀ ਰਾਜਨੀਤੀ 'ਚ ਹੁੰਦਾ ਕਿ ਜਿਹੜਾ ਪ੍ਰਿੰਸੀਪਲ ਹੈ ਕੋਈ ਵੀ, ਚਾਹੇ ਉਹ ਹਿੰਦੂਤਵਾ ਦਾ ਹੈ, ਰਾਈਟ ਵਿੰਗ ਪੋਲਿਟਿਕਸ ਦਾ ਹੈ, ਤੁਸੀਂ ਉਹਦੀ ਨਿਗੇਸ਼ਨ ਨਹੀਂ ਡਿਵੈਲਪ ਕਰਨੀ ਹੁੰਦੀ, ਉਹਦੇ ਤੋਂ ਸੁਪੀਰੀਅਰ ਪ੍ਰਿੰਸੀਪਲ ਲੈ ਕੇ ਆਉਣਾ ਹੁੰਦਾ। ਕਾਂਗਰਸ ਉਸ ਡਾਇਲੇਮਾ 'ਚ ਹੈ। ਕਾਂਗਰਸ ਇੱਕ ਜਿਹੜਾ ਜੋ ਰਾਜਨੀਤੀ ਚੱਲ ਰਹੀ ਹੈ ਡੋਮੀਨੈਂਟ ਪੋਲੀਟੀਕਲ ਪਾਰਟੀ ਦੀ, ਜਿਹੜੀ ਇਸ ਵੇਲੇ ਸੱਤਾ 'ਚ ਹੈ, ਉਹਦੀ ਨਿਗੇਸ਼ਨ 'ਚ ਖੜੀ ਹੈ। ਸਵੇਰੇ ਉੱਠ ਕੇ ਉਹਨਾਂ ਨੂੰ ਸਿੱਧਾ ਕਹਿਣਾ ਤੁਸੀਂ ਗਲਤ ਹੋ, ਪਰ ਠੀਕ ਕੀ ਹੈ? ਤੇ ਉਹ ਤੋਂ ਜਿਹੜਾ ਸੁਪੀਰੀਅਰ ਕੀ ਠੀਕ ਹੈ ਕਿ ਮੰਦਿਰ ਵਿੱਚ ਨਹੀਂ ਜਾਣਾ, ਕੀ ਠੀਕ ਹੈ ਕਿ ਅਯੁੱਧਿਆ ਮੰਦਿਰ ਨਾ ਬਣਾਵੇ ਕੋਈ, ਕੀ ਠੀਕ ਹੈ ਕਿ 370 ਦੁਬਾਰਾ ਤੁਸੀਂ ਲੈ ਕੇ ਆਓਗੇ। ਬਿਲਕੁਲ ਇੱਥੋਂ ਕਾਂਗਰਸ ਭੱਜਦੀ ਹੈ। ਇਹਦਾ ਸੁਪੀਰੀਅਰ ਪ੍ਰਿੰਸੀਪਲ ਉਹਨਾਂ ਕੋਲ ਹੈ ਨਾ ਹੋਣ ਕਰਕੇ ਉਸ ਨਿਗੇਸ਼ਨ 'ਚ ਫਸ ਕੇ ਰਹਿ ਗਏ ਨੇ। ਔਰ ਉਸ ਨਿਗੇਸ਼ਨ ਦਾ ਨਤੀਜਾ ਇਹ ਨਿਕਲ ਰਿਹਾ ਕਿ ਵੀ ਇਹਨਾਂ ਦੀ ਆਪਣੀ ਸੋਚ ਨਾ ਹੋਣ ਕਰਕੇ ਤੇ ਅੱਜ ਜਿਹੜੇ ਇਹਨਾਂ ਦੇ ਲੀਡਰ ਨੇ ਉਹ ਅਲੱਗ-ਅਲੱਗ ਰਸਤਾ ਅਡਾਪਟ ਕਰ ਲਿਆ। ਤੁਸੀਂ ਕਿਹਾ ਸਚਿਨ ਪਾਇਲਟ ਜਾਂ ਜੋਤਿਰਾਦਿੱਤਿਆ ਸਿੰਧੀਆ ਜਾਂ ਜਤਿਨ ਪ੍ਰਸਾਦ, ਜਿਹੜੇ ਵੀ ਲੀਡਰ ਨੇ, ਯੰਗ ਲੀਡਰ, ਔਰ ਜਾਂ ਹੁੱਡਾ, ਦਪਿੰਦਰ ਹੁੱਡਾ, ਰਣਵੀਰ ਸੁਰਜੇਵਾਲਾ, ਜਿੰਨੇ ਯੰਗ ਲੀਡਰ ਹੈ, ਮੈਂ ਉਹ 'ਚ ਇੰਟਰਸਟਿੰਗ ਗੱਲ ਜਿਹੜੀ ਦੇਖ ਰਿਹਾ, ਉਹ ਆਰਟੀਕਲ 370 ਨੂੰ ਸਪੋਰਟ ਕਰਦੇ ਨੇ। ਹਾਂ, ਸਿੰਧੀਆ ਵਾਜ਼ ਅਮੰਗ ਦਾ ਫਰਸਟ ਵਨਸ, ਜਤਿਨ ਪ੍ਰਸਾਦ, ਹਾਂ ਬਿਲਕੁਲ, ਐਂਡ ਦੈਨ ਆਪਣਾ ਮੋਦੀ ਸਾਹਿਬ ਤਾਂ ਚੈਲੰਜ ਕਰਕੇ ਹੀ ਡੇਅਰਸ ਰਾਹੁਲ ਗਾਂਧੀ ਕਿ ਤੁਸੀਂ ਕਹੋ ਕਿ 370 ਵਾਪਸ ਲੈ ਕੇ ਆਉਣਾ। ਹੁਣ ਮੈਂ ਇਹ ਕਿਉਂ ਕਹਿ ਰਿਹਾ? ਮੈਂ ਇਹ ਕਹਿ ਰਿਹਾ ਕਿ ਜਿਹੜਾ ਯੰਗ ਹੈ, ਉਹ ਜਿਹੜਾ ਕਾਂਗਰਸ ਕਲਚਰ 'ਚ ਕਲਟੀਵੇਟ ਨਹੀਂ ਹੋਇਆ, ਰੂਟਿਡ ਨਹੀਂ ਹੈ, ਉਹ ਤਾਂ ਉਹ ਹਿੰਦੂਵਾਦੀ ਸੋਚ ਦੇ ਨਾਲ ਜੁੜ ਰਿਹਾ ਹੈ। ਤੇ ਜਦੋਂ ਉਹ ਜੁੜਦਾ ਹੈ ਤੇ ਤੁਸੀਂ ਯੰਗ ਤੇ 올ਡ ਦੀ ਕੰਟਰਡਿਕਸ਼ਨ ਬਣਾਉਂਦੇ ਹੋ, ਜਿਹਨੂੰ ਮੈਂ ਕਹਿੰਦਾ ਮਿਥ ਬਿਲਡਿੰਗ। ਯੰਗ 올ਡ ਦੀ ਮਿਥ ਜਿਹੜੀ ਹੈ ਇਹ ਬ੍ਰੇਕ ਹੋਣੀ ਪੈਣੀ ਹੈ। ਡਾਕਟਰ ਸਾਹਿਬ, ਇਜ਼ ਇਟ ਅ ਮਿਥ ਕਿ ਇਹ ਜਿਹੜਾ ਯੰਗਰ ਜਿਹੜਾ ਲੋਟ ਹੈ ਇਹ ਵੀ ਉਸ ਪਾਸੇ ਨੂੰ ਤਾਂ ਜਾ ਰਿਹਾ ਕਿਉਂਕਿ ਇਹਨਾਂ ਨੂੰ ਇੱਧਰ ਫਿਊਚਰ ਨਹੀਂ ਦਿਖਾਈ ਦਿੰਦਾ ਕਿ ਸੋਨੀਆ ਗਾਂਧੀ, ਰਾਹੁਲ ਗਾਂਧੀ ਦੁਆਰਾ ਚਲਾਈ ਜਾ ਰਹੀ ਕਾਂਗਰਸ ਦੇ ਵਿੱਚ 올ਡ ਗਾਰਡ ਜਿਹੜੇ ਪੁਰਾਣੇ ਘਾਗ ਬੈਠੇ ਹੋਏ ਨੇ, ਉਹ ਇੰਨੀ ਮਜ਼ਬੂਤੀ ਨਾਲ ਬੈਠੇ ਨੇ ਕਿ ਉਹ ਕੋਈ ਇਮੈਜੀਨੇਟਿਵ ਨਿਊ ਪੋਲਿਟਿਕਸ ਜਿਹੜੀ ਨਵੀਂ ਸੋਚ 'ਚੋਂ ਉਪਜੀ, ਕੋਈ ਰੈਡੀਕਲੀ ਅਪੋਜ਼ ਕਰਨ ਵਾਲੀ ਪੋਲਿਟਿਕਸ, ਉਸ ਨੂੰ ਉਹ ਜਗ੍ਹਾ ਹੀ ਨਹੀਂ ਦੇ ਰਹੇ। ਤੇ ਅੰਤ ਦੁਖੀ ਆ ਕੇ ਯੰਗਰ ਗਾਰਡ ਨੂੰ ਲੱਗਦਾ ਕਿ ਭਾਈ ਸਾਡੇ ਤਾਂ ਰਾਜਨੀਤਿਕ ਕਰੀਅਰ ਇੰਨੇ ਕੁ ਨੇ, ਫਿਰ ਆਪਾਂ ਉਧਰ ਹੀ ਜੰਪ ਕਰ ਜਾਂਦੇ ਆ। ਆਫਟਰ ਆਲ ਇਟਸ ਨਾਟ ਈਜ਼ੀ ਟੂ ਗਲਪ ਕਿ ਜੋਤਿਰਾਦਿੱਤਿਆ ਸਿੰਧੀਆ ਇੱਕ ਪੂਰੀ ਵਿਚਾਰਧਾਰਕ ਸੋਮਰਸੌਲਟ ਕਰਕੇ ਉਧਰ ਜੰਪ ਕਰ ਜਾਏ। ਦੇਖੋ, ਗੱਲ ਇਹ ਨਹੀਂ, ਗੱਲ ਇਹ ਹੈ ਕਿ ਜਦੋਂ ਤੁਸੀਂ ਆਪਣਾ ਫਿਊਚਰ ਦੇਖਦੇ ਹੋ, ਸਮਾਜ ਦਾ ਫਿਊਚਰ ਨਹੀਂ ਦੇਖਦੇ, ਲੋਕਾਂ ਦਾ ਫਿਊਚਰ ਨਹੀਂ ਦੇਖਦੇ, ਫਿਰ ਤਾਂ ਠੀਕ ਹੈ, ਇਸ ਬੋਰਡ 'ਚ ਨਹੀਂ ਦੂਜੀ ਬੋਰਡ ਚਲੇ ਜਾਂਦੇ ਹੋ, ਜਿਹਨੂੰ ਅਸੀਂ ਕਹਿੰਦੇ ਸੀ ਪਹਿਲੇ। ਦੋਨੋਂ ਪ੍ਰੈਗਮੈਟਿਕ ਵਰਲਡ 'ਚ ਰਹਿੰਦੇ ਆ, ਰਾਜਨੀਤੀ ਕਾਹਦੇ ਲਈ ਕੀਤੀ ਜਾਂਦੀ ਹੈ? ਫॉर ਦਾ ਪੀਪਲ ਐਂਡ ਫॉर ਯੋਰਸੈਲਫ। ਬਿਲਕੁਲ। ਉਹਦੇ 'ਚ ਹੁੰਦਾ ਕੀ ਹੈ, ਜਦੋਂ ਲੋਕਾਂ ਦੇ ਨਾਲ ਜੁੜੋਗੇ, ਉਹਨਾਂ ਦੇ ਭਵਿੱਖ ਲਈ ਸੋਚੋਗੇ, ਉਹਦੇ ਵਿਜ਼ਰਵੀਜ਼ ਆਪਣੀ ਵਿਜ਼ਨ ਬਣਾਓਗੇ, ਉਹਦੇ ਨਾਲ ਆਪਣੀ ਰਾਜਨੀਤੀ ਜੋੜੋਗੇ, ਤੇ ਫਿਰ ਤੁਹਾਡੀ ਜਿਹੜੀ ਆਪਣੀ ਪਾਰਟੀ ਉਹ ਧਰਮਸ਼ਾਲਾ ਨਹੀਂ ਬਣੇਗੀ,
ਔਰ ਦੂਜੀ ਧਰਮਸ਼ਾਲਾ ਜਿਹੜੀ ਪਾਰਟੀ ਉੱਥੇ ਜਾ ਕੇ ਬਹਿ ਜਾਓਗੇ, ਉੱਥੇ ਨਹੀਂ ਬੈਠੋਗੇ। ਫਿਰ ਤੁਸੀਂ ਆਪਣੀ ਪਾਰਟੀ ਨਾਲ ਜੁੜੋਗੇ। ਜਿਹੜਾ ਮੈਂ ਕਹਿ ਰਿਹਾ ਸੀ ਕਿ 올ਡ ਤੇ ਯੰਗ ਦਾ ਇਸ਼ੂ ਨਹੀਂ ਹੈ, ਇਸ਼ੂ ਹੈ ਤੁਹਾਡੀ ਵਿਜ਼ਨ ਕੀ ਹੈ ਰਾਜਨੀਤੀ ਦੀ। ਤੁਹਾਡੇ ਕੋਲ ਕੋਈ ਵਿਜ਼ਨ ਹੈ ਇਸ ਵੇਲੇ? ਕੋਈ ਹੋਮੋਜੀਨਸ ਚੀਜ਼ ਵੀ ਤਾਂ ਨਹੀਂ ਹੈ ਨਾ ਕਾਂਗਰਸ। ਬਸ ਉਹੀ ਨਾ, ਇਸੇ ਕਰਕੇ ਜਿਹੜੀ ਅਸੀਂ ਫਾਲਸ ਡਾਇਕੋਟਮੀ ਮਿਥ ਬਿਲਡ ਕਰ ਰਹੇ ਹਾਂ 올ਡ ਯੰਗ ਦੀ, ਉਹ ਮਿਥ ਗਲਤ ਹੈ। ਤੇ ਮੈਂ ਤਾਂਹੀਓ ਇਹ ਗੱਲ ਕਹਿ ਰਿਹਾ ਸੀ ਕਿ ਜਿਹੜੀ ਯੰਗ ਜਨਰੇਸ਼ਨ ਹੈ ਉਹ ਤਾਂ ਬਿਲਕੁਲ ਹਿੰਦੂਵਾਦੀ ਹੋ ਰਹੀ ਹੈ, ਤੇ 올ਡ ਹਾਲੇ ਵੀ ਵਿਚਾਰੀ ਕੋਸ਼ਿਸ਼ ਕਰ ਰਹੀ ਹੈ ਕਿ ਪੁਰਾਣੀ ਵਿਚਾਰਧਾਰਾ ਨਾਲ ਜੁੜੇ, ਨਵੀਂ ਉਹਨਾਂ ਨੇ ਹਾਲੇ ਡਿਵੈਲਪ ਨਹੀਂ ਕੀਤੀ। ਤੁਸੀਂ ਆਲਮੋਸਟ ਕਹਿ ਰਹੇ ਹੋ, ਮੈਂ ਜੇ ਇਹਨੂੰ ਟ੍ਰਾਂਸਲੇਟ ਕਰਾਂ ਵੀ ਜੇ ਗਾਂਧੀ ਜਿੱਦਾਂ ਲੋਕੀ ਕਹਿ ਰਹੇ ਨੇ ਜੀ ਗਾਂਧੀ ਨੂੰ ਚਾਹੀਦਾ ਉਹ ਪਿੱਛੇ ਹਟ ਜਾਣ, ਰਾਹੁਲ ਗਾਂਧੀ ਸੋਨੀਆ ਗਾਂਧੀ ਪਾਸੇ ਆ ਜਾਣ ਤੇ ਨਵੀਂ ਜਨਰੇਸ਼ਨ ਨੂੰ ਆਲਣ ਦਿਓ, ਵਿਚ ਮੀਨਸ ਨਵੀਂ ਜਨਰੇਸ਼ਨ ਆ ਜਾਏਗੀ ਤੇ ਤੁਹਾਡੇ ਕਹਿਣ ਅਨੁਸਾਰ ਇਹ ਭਾਰਤੀ ਜਨਤਾ ਪਾਰਟੀ 2 ਬਣ ਜਾਏਗੀ ਫਿਰ ਕਾਂਗਰਸ। ਨਹੀਂ, ਉਹ ਅਸੀਂ ਦੇਖ ਲਿਆ ਕਿ ਕੇਜਰੀਵਾਲ ਜੀ ਨਵੀਂ ਜਨਰੇਸ਼ਨ ਨੂੰ ਲੈ ਕੇ ਆਏ ਸੀ ਤੇ ਉਹ ਰਾਮ ਚਲੀਸਾ ਪੜਨ ਲੱਗ ਗਏ ਨੇ। ਹਾਂ, ਉਹ ਸਾਰਾ ਦਾ ਪ੍ਰਸਾਦ ਦਿੰਦੇ ਨੇ ਉਸ ਹਰ ਇੱਕ ਨੂੰ। ਹਾਂ, ਉਹ ਹੁਣ ਇਸ ਕੰਮ 'ਚ ਲੱਗ ਗਏ ਨੇ ਤੇ ਨਵੀਂ ਜਨਰੇਸ਼ਨ ਇਹੀ ਕਾਂਗਰਸ ਨੇ ਹੋ ਜਾਣਾ ਸੀ। ਨਵੀਂ ਜਨਰੇਸ਼ਨ ਦਾ ਕੋਈ ਕਿਹੜੀ ਜਨਰੇਸ਼ਨ ਕਿਸ ਕੰਮ ਲਈ ਔਰ ਕਿਹੜੇ ਪਰਪਸ ਲਈ, ਕਿਹੜੀ ਆਈਡੀਓਲੋਜੀ ਨੂੰ ਸਪੋਰਟ ਕਰਨ ਲਈ, ਇਹ ਇਸ਼ੂ ਹੁੰਦਾ। ਇਸ਼ੂ ਇਹ ਨਹੀਂ ਹੁੰਦਾ ਕਿ ਬੰਦਾ ਯੰਗ ਹੈ, ਨਵਾਂ ਹੈ ਤੇ ਇਸ ਕਰਕੇ ਉਹ ਠੀਕ ਹੈ, ਇਹ ਨਹੀਂ ਜ਼ਰੂਰੀ। ਕੀ ਉਹਦੇ ਵਿਚਾਰ ਕੀ ਨੇ, ਕਿਹੜੇ ਵਿਚਾਰ ਦੇ ਨਾਲ ਜੁੜਿਆ ਹੋਇਆ। ਕੀ ਕਾਂਗਰਸ ਦੇ ਵਿੱਚ ਇੱਕ ਸਟਰੋਂਗ ਕਨਸਟੀਚੁਐਂਸੀ ਨਹੀਂ ਹੈਗੀ ਜਿਹੜੇ ਬਿਲੀਵ ਕਰਦੇ ਨੇ ਕਿ ਨਹਿਰੂਵੀਅਨ ਆਈਡੀਅਲਸ ਦੇ ਵਿੱਚ ਦਮ ਸੀ, ਜਿਹੜੇ ਬਿਲੀਵ ਕਰਦੇ ਨੇ ਕਿ ਹਾਰਡਕੋਰ ਰਾਈਟ ਵਿੰਗ ਕਮਿਊਨਲਿਜ਼ਮ ਦੇ ਨਾਲ ਟਿੰਜਡ ਪੋਲਿਟਿਕਸ ਜਿਹੜੀ ਰਾਜਨੀਤੀ ਹੈ, ਇਸ ਦੇ ਕਾਊਂਟਰਵੇਟ ਦੇ ਤੌਰ ਦੇ ਉੱਤੇ ਸਾਨੂੰ ਲਿਬਰਲ ਸੋਸ਼ਲ ਡੈਮੋਕ੍ਰੈਟਿਕ ਪੋਲਿਟਿਕਸ ਦੀ ਜ਼ਰੂਰਤ ਹੈ। ਆਈ ਐਮ ਨਾਟ ਸੇਇੰਗ ਕਿ ਬੀਜੇਪੀ ਦੇ ਵਿੱਚ ਲਿਬਰਲ ਨਹੀਂ ਹੈਗੇ, ਆਈ ਐਮ ਨਾਟ ਸੇਇੰਗ ਕਿ ਆਰਐਸਐਸ ਦੇ ਵਿੱਚ ਲਿਬਰਲ ਨਹੀਂ ਹੈਗੇ, ਪਰ ਕਾਊਂਟਰਵੇਟ ਪੋਲਿਟਿਕਸ ਲਈ ਤੁਹਾਨੂੰ ਇੱਕ ਡਿਫਰੈਂਟ ਪੋਲਿਟਿਕਸ ਲਿਆਣੀ ਪੈਂਦੀ ਹੈ। ਜਿਹੜਾ ਯੰਗਰ ਲੋਟ ਹੈ ਜੇ ਸਿਰਫ ਇਦਾਂ ਪਾਵਰ ਦੇ ਪਿੱਛੇ ਜਾਏਗਾ ਤਾਂ ਫਿਰ ਉਹ ਪੋਲਿਟਿਕਸ ਆਏਗੀ ਨਹੀਂ। ਤਾਂ ਉਸ ਪੋਲਿਟਿਕਸ ਦੀ ਜਗ੍ਹਾ ਕੀ ਹੈਗੀ ਹੈ? ਕੀ ਕਾਂਗਰਸ ਉਸ ਨੂੰ ਕਲੇਮ ਨਹੀਂ ਕਰ ਰਹੀ? ਕੀ ਜੇ ਕਾਂਗਰਸ ਖਤਮ ਹੋ ਜਾਵੇ ਤਾਂ ਕੋਈ ਨਵੀਂ ਪੋਲਿਟਿਕਸ ਉੱਥੇ ਆ ਜਾਏਗੀ? ਦੇਖੋ, ਜਿਸ ਤਰ੍ਹਾਂ ਸਟੇਟ ਆਪਣੇ ਆਪ ਨੂੰ ਰੀਇਨਵੈਂਟ ਕਰਦੀ ਹੈ ਕਿ ਜਦੋਂ ਕੈਪੀਟਲਿਜ਼ਮ ਵੱਲ ਜ਼ਿਆਦਾ ਜਾਂਦੇ ਨੇ, ਸਟੇਟ ਆਪਣੇ ਆਪ ਨੂੰ ਰੀਇਨਵੈਂਟ ਕਰਕੇ ਕਦੀ ਕਰਜ਼ੇ ਮਾਫ ਕਰਦੀ ਹੈ, ਕੋਈ ਵੈਲਫੇਅਰ ਪਾਲਿਸੀਜ਼ ਆ ਜਾਂਦੀਆਂ, ਵੈਲਫੇਅਰ ਪਾਲਿਸੀਜ਼ ਆਉਂਦੀਆਂ, ਆਪਣੇ ਆਪ ਨੂੰ ਰੀਇਨਵੈਂਟ ਕਰਕੇ ਆਪਣੇ ਆਪ ਨੂੰ ਰੈਲੇਵੈਂਟ ਬਣਾਉਂਦੀ ਹੈ ਸਟੇਟ ਇੱਕ ਉਸ ਪਾਪੂਲੇਸ਼ਨ ਲਈ ਜਿਹੜੀ ਉਹਦੇ ਨਾਲ ਡਿਸਐਡਵਾਂਟੇਜ ਤੇ ਆਈ। ਉਹ ਕਾਂਗਰਸ ਵੀ ਕਰਦੀ ਰਹੀ ਆ, ਉਹ ਕੈਪੀਟਲਿਜ਼ਮ ਦੇ ਨਾਲ ਮਨਰੇਗਾ ਲਿਆਂਦੀ ਰਹੀ ਹੈ, ਨਰੇਗਾ ਲਿਆਈ। ਤੇ ਰਾਜਨੀਤੀ ਦੇ ਵਿੱਚ ਵੀ ਤੁਸੀਂ ਪੋਲਿਟਿਕਸ ਨੂੰ ਰੀਇਨਵੈਂਟ ਕਰਨਾ ਹੁੰਦਾ, ਤੁਹਾਨੂੰ ਆਪਣੀ ਲੈਂਗੁਏਜ ਬਦਲਣੀ ਪੈਂਦੀ ਹੈ, ਤੁਹਾਨੂੰ ਆਪਣੀ ਸੋਚ ਬਦਲਣੀ ਪੈਂਦੀ ਹੈ। ਤੁਸੀਂ ਉਹ ਰੀਇਨਵੈਂਸ਼ਨ ਜਿਹੜੀ ਹੈ ਕਾਂਗਰਸ ਪਾਰਟੀ, ਦਿਸ ਇਜ਼ ਵੇਅਰ ਗਾਂਧੀਜ਼ ਫੇਲਡ, ਦਿਸ ਇਜ਼ ਵੇਅਰ ਕਾਂਗਰਸ ਇਜ਼ ਫੇਲਿੰਗ। ਯੂ ਹੈਵ ਟੂ ਰੀਇਨਵੈਂਟ ਯੂਅਰਸੈਲਫ। ਫਿਰ ਉਹਦੇ ਵਿੱਚ ਹੁੰਦਾ ਹਿਸਟੋਰੀਕਲ ਸਟਰਗਲ ਹੁੰਦੀਆਂ ਲੰਬੀਆਂ। ਜੇ ਇਹ ਨਹੀਂ ਸੋਚਣਾ ਹੁੰਦਾ ਉਦੋਂ ਕਿ ਮੈਂ 4 ਸੀਟਾਂ ਹਾਰ ਜਾਵਾਂਗਾ ਕਿ 5 ਜਿੱਤ ਜਾਵਾਂਗਾ। ਜੇ ਬੀਜੇਪੀ 1 ਸੀਟ ਤੋਂ ਅੱਜ ਦੇਸ਼ 'ਚ 2 ਸੀਟਾਂ ਤੋਂ 303 ਸੀਟਾਂ ਤੇ ਆਏ ਨੇ, ਤੇ ਉਦੋਂ ਜੇ ਉਹ ਸੋਚਦੇ ਹੈ ਕਿ ਸਾਡੀ 1 ਸੀਟ ਆਈ ਹੈ, ਅਸੀਂ ਕੰਪਰੋਮਾਈਜ਼ ਕਰ ਲਈਏ ਸ਼ਿਵ ਸੈਨਾ ਦੇ ਨਾਲ, ਜਿਵੇਂ ਇਹਨਾਂ ਨੇ ਕੀਤਾ ਸ਼ਿਵ ਸੈਨਾ ਨਾਲ, ਤੇ ਜਦੋਂ ਤੁਸੀਂ ਇਹ ਕੰਪਰੋਮਾਈਜ਼ ਕਰਦੇ ਹੋ, ਪੋਲਿਟਿਕਸ ਆਫ ਐਕਸਪੀਡੀਐਂਸੀ ਲਿਆਉਂਦੇ ਹੋ, ਤੁਹਾਡੇ ਜਿਹੜੇ ਸੁਪੀਰੀਅਰ ਪ੍ਰਿੰਸੀਪਲ ਡਿਵੈਲਪ ਨਹੀਂ ਹੁੰਦੇ ਜਿਹੜਾ ਕਿ ਆਲਟਰਨੇਟ ਪੋਲਿਟਿਕਸ ਦੇ ਨਾਲ ਜੁੜਦਾ। ਸੋ ਉਹ ਤੁਸੀਂ ਨਹੀਂ ਜੋੜ ਪਾ ਰਹੇ। ਜਾਂ ਤਾਂ ਤੁਸੀਂ ਕੇਜਰੀਵਾਲ ਵਾਲੀ ਪੋਲਿਟਿਕਸ ਲੈ ਲਓ ਕਿ ਤੁਸੀਂ ਬੀਜੇਪੀ ਦੀ ਇੱਕ ਹੋਰ ਉਸੇ ਵਰਸ਼ਨ ਨੂੰ ਲੈ ਕੇ ਆ ਜਾਓ ਉਸੇ ਹੀ ਰਾਜਨੀਤੀ 'ਚ, ਤੇ ਫਿਰ ਕਿਸੇ ਸਟੇਜ ਤੇ ਤੁਸੀਂ ਜਿੱਤ ਜਾਓਗੇ, ਕਦੀ ਉਹ ਜਿੱਤ ਜਾਣਗੇ, ਤੇ ਇੱਕ ਆਪਸ 'ਚ ਇੱਕੋ ਹੀ ਵਿਚਾਰਧਾਰਾ ਦੇ ਲੋਕਾਂ ਦਾ ਕੰਪੀਟੀਸ਼ਨ ਚੱਲਦਾ ਰਹੇ। ਵਾਟ ਡੂ ਯੂ ਬਲੀਵ ਕਾਂਗਰਸ ਦੀ ਇਹ ਬੌਧਿਕ ਬੈਂਕਰਪਟਸੀ, ਬੌਧਿਕ ਕੰਗਾਲੀ ਕਿਉਂ ਹੈ? ਦਾ ਰੀਜ਼ਨ ਕੀ ਹੈ? ਲੀਡਰਸ਼ਿਪ ਹੈ ਕਿ ਦੇਸ਼ ਦੀ ਪੋਲਿਟਿਕਸ ਕੁਛ ਇਸ ਤਰੀਕੇ ਚੱਲੀ ਹੈ ਕਿ ਜਿਹੜੀ ਕਨਸਟੀਚੁਐਂਸੀ ਕਾਂਗਰਸ ਨੇ ਦਹਾਕਿਆਂ ਤੱਕ ਨਰਚਰ ਕੀਤੀ ਸੀ, ਅਚਾਨਕ ਉਹ ਕਨਸਟੀਚੁਐਂਸੀ ਗਾਇਬ ਹੋ ਗਈ ਹੈ। ਕੋਈ ਹੋਰ ਉਸ ਕਨਸਟੀਚੁਐਂਸੀ ਦੇ ਹਿੱਸੇ ਲੈ ਕੇ ਤੁਰ ਗਿਆ, ਦਲਿਤ ਕਿਧਰੇ ਹੋਰ ਚਲੇ ਗਏ ਨੇ, ਮੁਸਲਿਮ ਆਪਣੇ ਆਪ ਨੂੰ ਫਸੀ ਹੋਈ ਕਨਸਟੀਚੁਐਂਸੀ ਹੈ ਤੇ ਕਾਂਗਰਸ ਹੁਣ ਉਹਨਾਂ ਨੂੰ ਅਪੀਜ਼ ਵੀ ਕਰਨ ਨਹੀਂ ਜਾਂਦੀ। ਜਿਸ ਕਨਸਟੀਚੁਐਂਸੀ ਨੂੰ ਕਾਂਗਰਸ ਨੇ ਨਵਿਆਂ ਅਪੀਜ਼ ਕਰਨਾ ਸਿੱਖਿਆ, ਉਹਨੂੰ ਅਪੀਜ਼ ਕਰਨ ਵਾਲੇ ਵੱਡੇ ਅਪੀਜ਼ਰ ਬੈਠੇ ਹੋਏ ਨੇ, ਤੇ ਕਾਂਗਰਸ ਕੋਲ ਹੁਣ ਦਰਅਸਲ ਆਪਣੀ ਕੋਈ ਕਨਸਟੀਚੁਐਂਸੀ ਨਹੀਂ ਹੈ। ਇਜ਼ ਇਟ ਅ ਸਟਰੋਂਗ ਪੋਲੀਟੀਕਲ ਪਾਰਟੀ ਇਨ ਸਰਚ ਆਫ ਅ ਕਨਸਟੀਚੁਐਂਸੀ? ਇੱਕ ਮਜ਼ਬੂਤ ਰਾਜਨੀਤਿਕ ਪੋਲੀਟੀਕਲ ਪਾਰਟੀ ਹੈ ਜਿਹੜੀ ਦਰਅਸਲ ਆਪਣਾ ਵੋਟਰ ਲੱਭ ਰਹੀ ਹੈ ਕਿ ਮੇਰਾ ਵੋਟ ਬੈਂਕ ਹੁਣ ਕਿਹੜਾ ਹੈਗਾ। ਦੇਖੋ, ਤੁਸੀਂ ਜਦੋਂ ਵੋਟ ਬੈਂਕ ਦੀ ਰਾਜਨੀਤੀ ਕਰਦੇ ਹੋ ਨਾ, ਕੌਣ ਨਹੀਂ ਕਰਦਾ, ਨਹੀਂ ਜਦੋਂ ਕਰਦੇ ਹੋ, ਉਹਦੇ 'ਚ ਇਹ ਹੁੰਦਾ ਕਿ ਜਿਹੜੀਆਂ ਫਾਲਟ ਲਾਈਨਸ ਹੁੰਦੀਆਂ, ਰੀਅਲ ਹੁੰਦੀਆਂ, ਐਕਚੁਅਲ ਹੈ, ਉਹਨਾਂ ਨੂੰ ਤੁਸੀਂ ਨਹੀਂ ਐਡਰੈਸ ਕਰਦੇ। ਤੁਸੀਂ ਇੱਕ ਅਲੱਗ ਤਰ੍ਹਾਂ ਦੀ ਫਾਲਟ ਲਾਈਨਸ ਕ੍ਰੀਏਟ ਕਰ ਲੈਂਦੇ ਹੋ। ਸੋ ਉਹਦੇ ਨੁਆਂਸਸ ਜਿਹੜੇ ਨੁਆਂਸਡ ਫਾਲਟ ਲਾਈਨਸ ਉਹ ਰੱਗ ਹੋ ਜਾਂਦੀ। ਹੁਣ ਮੈਂ ਇੱਕ ਐਗਜ਼ਾਮਪਲ ਦੇ ਦਿੰਦਾ ਵੀ ਤੁਸੀਂ ਇੱਕ ਫਾਲਟ ਲਾਈਨ ਕ੍ਰੀਏਟ ਕਰ ਲਈ ਮਿਨੋਰਿਟੀ ਪੋਲਿਟਿਕਸ ਦੀ, ਤੇ ਤੁਸੀਂ ਇੱਕ ਕਰ ਲਈ ਦਲਿਤ ਦੀ ਕਰ ਲਈ। ਹੁਣ ਉਹ ਫਾਲਟ ਲਾਈਨਸ ਨੂੰ ਲੈ ਕੇ ਤੁਸੀਂ ਸਾਰੀ ਰਾਜਨੀਤੀ ਕਰਨ ਲੱਗ ਗਏ। ਹੁਣ ਉਹਦੇ 'ਚ ਦੂਜੇ ਨੇ ਜਿਹੜੀ ਦੂਜੀ ਰਾਜਨੀਤੀ ਬੀਜੇਪੀ ਆਈ, ਉਹਨੇ ਇੱਕ ਐਸਪੀਰੇਸ਼ਨਲ ਕਲਾਸ ਦਾ ਕਨਸੈਪਟ ਦੇ ਕੇ ਕਿ ਉਹ ਐਸਪੀਰੇਸ਼ਨਲ ਕਲਾਸ ਦਲਿਤਾਂ 'ਚੋਂ ਵੀ ਆ ਸਕਦੀ ਹੈ, OBC 'ਚੋਂ ਵੀ ਆ ਸਕਦੀ ਹੈ, ਦੂਜਿਆਂ ਨੂੰ ਮੈਂ ਉਹਨਾਂ ਲਈ ਉਹ ਫਾਲਟ ਲਾਈਨਸ ਉਹਨਾਂ ਨੇ ਖਤਮ ਕਰ ਦਿੱਤੀਆਂ, ਉਹ ਖਤਮ ਕਰਤੀਆਂ, ਉਹਨਾਂ ਨੂੰ ਬਲਰ ਕਰਤੀਆਂ। ਤੇ ਇਹ ਨਹੀਂ ਕਿ 303 ਤਾਂ ਹੀ ਆਉਂਦੀਆਂ ਨੇ ਨਾ, ਇਹਦਾ ਮਤਲਬ ਇਹ ਨਹੀਂ ਉੱਥੇ ਐਗਜ਼ਿਸਟ ਨਹੀਂ ਕਰਦੀ ਉਹ ਫਾਲਟ ਲਾਈਨ, ਉਹ ਹੈਗੀ ਹੈ, ਪਰ ਉਹਨੂੰ ਤੁਸੀਂ ਰੀਅਲ ਮੰਨ ਲਿਆ ਬਿਲਕੁਲ, ਕਿ ਉਸ ਤੋਂ ਇਲਾਵਾ
ਕੋਈ ਹੋਰ ਫਾਲਟ ਲਾਈਨ ਹੋ ਨਹੀਂ ਸਕਦੀ। ਤੇ ਜਦੋਂ ਤੁਸੀਂ ਉਹ ਫਾਲਟ ਲਾਈਨ ਕ੍ਰੀਏਟ ਹੋ ਗਈ, ਉਹਨਾਂ ਨੇ ਸਪੀਰੀਅਰ ਇੱਕ ਫਾਲਟ ਲਾਈਨ ਕ੍ਰੀਏਟ ਕਰਕੇ ਉਹਨੂੰ ਵੋਟ ਬੈਂਕ ਆਪਣਾ ਬਣਾਇਆ, ਉਸ ਵੋਟ ਬੈਂਕ 'ਚ ਤੁਹਾਨੂੰ ਕੰਪੀਟ ਕਰਤਾ। ਇੰਟਰਸਟਿੰਗ ਹੈ, ਮੈਨੂੰ ਬ੍ਰੇਕ ਲਈ ਰੁਕਣਾ ਪੈ ਰਿਹਾ, ਬਟ ਦਿਸ ਇਜ਼ ਇੰਟਰਸਟਿੰਗ ਕਿ ਜਿਸ ਵੇਲੇ ਕੇਜਰੀਵਾਲ ਦੀ ਰਾਈਜ਼ ਦੇਖ ਰਹੇ ਸੀ ਅਸੀਂ, ਜਿਸ ਵੇਲੇ ਇਹ ਸਾਰੀ ਇੰਡੀਆ ਅਗੇਂਸਟ ਕਰਪਸ਼ਨ ਵਾਲੀ ਮੂਵਮੈਂਟ ਆ ਰਹੀ ਸੀ, ਇੱਕ ਬੜਾ ਸਟਰੋਂਗ ਐਂਟੀ ਕਾਂਗਰਸ ਨੈਰੇਟਿਵ ਪੂਰੇ ਦੇਸ਼ ਦੇ ਵਿੱਚ ਬਣ ਰਿਹਾ ਸੀ, ਅੰਨਾ ਹਜ਼ਾਰੇ ਉੱਥੇ ਬੈਠੇ ਹੋਏ ਸੀ, ਇੱਕ ਸੈਂਸ ਆਫ ਅਰਜੈਂਸੀ ਉਸ ਵੇਲੇ ਕਿਉਂ ਨਹੀਂ ਦਿਖਾਈ ਦਿੱਤੀ? ਤੇ ਉਸ ਵੇਲੇ ਨਹੀਂ ਦਿਖਾਈ ਦਿੱਤੀ, ਪਰ ਉਹ ਅੱਜ ਤੱਕ ਵੀ ਨਹੀਂ ਦਿਖਾਈ ਦੇ ਰਹੀ। ਇਹ ਜਿਸ ਤਰ੍ਹਾਂ ਬੀਜੇਪੀ ਨੇ 24/7 ਬਣਾ ਰੱਖੀ ਹੈ ਰਾਜਨੀਤੀ, ਜੋ ਕੋਈ ਲੱਗਦਾ ਕੋਈ ਰਾਤ ਨੂੰ ਕੋਈ ਸੌਂਦਾ ਹੀ ਨਹੀਂ, ਕੰਬਖਤ ਪਤਾ ਨਹੀਂ ਕਿਸ ਵੇਲੇ ਕਿਹੜੀ ਸਟੇਟ ਦੇ ਕਿੰਨੇ MP ਜਾਂ ਕਿੰਨੇ MLA ਚੱਕ ਕੇ ਦੂਜੇ ਖੇਮੇ ਚਲੇ ਜਾਣ। ਉਸ ਵੇਲੇ ਵੀ ਕਾਂਗਰਸ ਨਹਿਰੂਵੀਅਨ ਸਮਿਆਂ ਦੇ ਅਨੁਸਾਰ ਹੀ ਕਛੂ ਕੁੰਮੇ ਦੀ ਚਾਲੇ ਆਪਣੀ ਰਾਜਨੀਤੀ ਕਰ ਰਹੀ ਹੈ। ਇਸ ਸੈਂਸ ਆਫ ਅਰਜੈਂਸੀ ਕਿਉਂ ਮਿਸਿੰਗ ਹੈ? ਵੀਲ ਟਾਕ ਅਬਾਊਟ ਦਿਸ ਆਫਟਰ ਦਿਸ ਬ੍ਰੇਕ। ਬ੍ਰੇਕ ਤੋਂ ਬਾਅਦ ਫਿਰ ਸਵਾਗਤ ਹੈ। ਚਰਚਾ ਕਰ ਰਹੇ ਹਾਂ ਦੇਸ਼ ਦੇ ਵੱਡੇ ਰਾਜਨੀਤਿਕ ਸਿਨੈਰੀਓ ਦੇ ਬਾਰੇ। ਕਾਂਗਰਸ ਦੀ ਜੋ ਦੁਰਦਸ਼ਾ ਤੇ ਦੁਰਦਿਸ਼ਾ ਦਿਖਾਈ ਦੇ ਰਹੀ ਆ, ਉਸ ਬਾਰੇ ਸਾਡੇ ਨਾਲ ਚਰਚਾ ਵਿੱਚ ਸ਼ਾਮਿਲ ਨੇ ਡਾਕਟਰ ਪ੍ਰਮੋਦ ਕੁਮਾਰ ਜੀ। ਡਾਕਟਰ ਪ੍ਰਮੋਦ ਕੁਮਾਰ ਜੀ, ਵੈਸੇ ਇਹ ਦੁਰਦਸ਼ਾ ਤੇ ਦੁਰਦਿਸ਼ਾ ਦੇ ਵਿੱਚ ਕਈ ਸਵਾਲ ਆ ਗਏ ਨੇ। ਮੈਂ ਪੁੱਛ ਰਿਹਾ ਸੀ ਕਿ ਇਹ ਸੈਂਸ ਆਫ ਅਰਜੈਂਸੀ ਕਿਉਂ ਨਹੀਂ ਹੈ, ਕਾਲ ਕਿਉਂ ਨਹੀਂ ਹੈ ਕਿ ਬਹੁਤ ਕੁਝ ਬਹੁਤ ਛੇਤੀ ਨਾਲ ਖਰਾਬ ਹੁੰਦਾ ਜਾ ਰਿਹਾ ਹੈ ਤੇ ਸਾਨੂੰ ਖਰਾਬ ਕਰਨ ਵਾਲੇ ਸਾਡੀ ਪਾਰਟੀ ਦੇ ਵਿੱਚੋਂ ਅੱਛੇ ਟੈਲੈਂਟ ਨੂੰ ਅਟਰੈਕਟ ਕਰਕੇ ਦੂਸਰੀਆਂ ਪਾਰਟੀਆਂ ਵਿੱਚ ਲੈ ਕੇ ਜਾਣ ਵਾਲੇ ਬੜੀ ਸ਼ਿੱਦਤ ਨਾਲ ਲੱਗੇ ਹੋਏ ਨੇ। ਉਸ ਸ਼ਿੱਦਤ ਦੇ ਨਾਲ ਸਾਹਮਣੇ ਜੰਗ ਲੜਦੇ ਰਾਹੁਲ ਗਾਂਧੀ, ਸੋਨੀਆ ਗਾਂਧੀ ਜਾਂ ਉਹ ਅਹਿਮਦ ਪਟੇਲ ਤੋਂ ਲੈ ਕੇ ਮੈਂ ਸਾਰੇ ਜਿਹੜੇ ਕਰੋਨਾ ਵਾਇਰਸ ਦੀ ਜ਼ਿਆਦਾ ਥੱਲੇ ਜ਼ਿਆਦਾ ਆਉਂਦੇ ਨੇ ਬਜ਼ੁਰਗ ਲੋਕ, ਉਹਨਾਂ ਸਾਰਿਆਂ ਦੇ ਹੀ ਨਾਮ ਲੈ ਦਿਆਂ। ਉਹ ਘਬਰਾਏ ਹੋਏ ਕਿਉਂ ਨਹੀਂ ਜਾਪਦੇ? ਉਹਨਾਂ ਨੂੰ ਡਰ ਨਹੀਂ ਲੱਗਦਾ ਕਰੋਨਾ ਵਾਇਰਸ ਲੱਗ ਗਿਆ ਕਾਂਗਰਸ ਨੂੰ? ਤੁਸੀਂ ਕਰੋਨਾ ਵਾਇਰਸ ਦੀ ਗੱਲ ਕੀਤੀ ਹੈ ਜੀ। ਹੁਣ ਕਰੋਨਾ ਵਾਇਰਸ ਉਹ ਵਾਇਰਸ ਹੈ ਜਿਹਦੇ ਵਿੱਚ ਪਾਵਰਫੁਲ ਤੋਂ ਪਾਵਰਫੁਲ ਆਦਮੀ ਵੀ ਹੈਲਪਲੈਸ ਹੈ। ਹਾਂ, ਇਹ ਤਾਂ ਹੈ। ਤੇ ਸੈਕੂਲਰ ਹੈ, ਚਾਹੇ ਉਹ ਟਰੰਪ ਨੇ, ਚਾਹੇ ਉਹ ਮੋਦੀ ਜੀ ਨੇ, ਚਾਹੇ ਉਹ ਕਾਂਗਰਸ ਪਾਰਟੀ ਦੇ ਲੋਕ ਨੇ ਜੀ, ਠੀਕ ਹੈ। ਹੁਣ ਜਦੋਂ ਇਹ ਹੁੰਦੀ ਹੈ ਤੇ ਤੁਸੀਂ ਆਪਣੀ ਹੋਪ ਜਾਂ ਰਾਜਨੀਤੀ ਕਿੱਥੇ ਰੱਖਦੇ ਹੋ? ਜੇ ਅਸੀਂ ਰਾਜਨੀਤੀ ਰੱਖਦੇ ਹਾਂ ਕਿ ਉਹਦੇ 'ਚ ਅਸੀਂ ਸਾਇੰਸ ਦੇ ਤਰੀਕੇ ਦੇ ਨਾਲ ਉਹਦੇ ਲਈ ਐਂਟੀ ਵੈਕਸੀਨ ਡਿਵੈਲਪ ਕਰੀਏ ਕਿ ਇਹ ਦੁਬਾਰਾ ਨਾ ਆ ਸਕੇ, ਜਾਂ ਫਿਰ ਹਵਨ ਪਾਠ ਕਰੀਏ। ਨਹੀਂ ਤਾਂ ਝਾੜਾ ਵੀ ਨਹੀਂ ਕਰਾ ਰਹੇ ਨਾ। ਨਹੀਂ, ਜਾਂ ਤਾਂ ਹਵਨ ਪਾਠ ਕਰੀਏ, ਹਰ ਜਗ੍ਹਾ ਹਵਨ ਕੀਤੇ ਨੇ, ਉੱਥੇ ਪਾਠ ਕਰੀਏ, ਜਾਂ ਗੋਮੂਤਰ ਦੇ ਬਾਰੇ ਕੋਈ ਆਪਣਾ ਨਵਾਂ ਫਾਰਮੂਲਾ ਲੈ ਕੇ ਲੋਕਾਂ ਚਾਹੀਏ। ਤੇ ਹਿੰਦੁਸਤਾਨ ਦੀ ਰਾਜਨੀਤੀ ਦਾ ਇੱਕ ਦੁਖਾਂਤ ਹੈ ਕਿ ਉਹਦੇ 'ਚ ਅਸੀਂ ਸਾਇੰਸ 'ਚ ਫੇਥ ਨਹੀਂ, ਸਾਡਾ ਫਿਟਲਿਜ਼ਮ 'ਚ ਫੇਥ ਹੈ। ਉਹਦੇ ਨਾਲ ਰਾਹੁਲ ਗਾਂਧੀ ਵੇਟਿੰਗ ਜੋ ਹੋਗਾ ਦੇਖਾ ਜਾਏਗਾ। ਹਾਂ, ਮੈਂ ਇਹ ਕਿਹੜੀ ਰਾਜਨੀਤਿਕ ਆਈਡੀਓਲੋਜੀ ਹੈ? ਇਹਦੇ 'ਚ ਜਿਹੜੀ ਗੱਲ ਤੁਹਾਨੂੰ ਇਹ ਕਹਿਣਾ, ਜਦੋਂ ਇਹ ਫੇਟਲਿਜ਼ਮ 'ਚ ਫੇਥ ਤੁਹਾਡਾ ਫੇਥ ਹੋ ਜਾਂਦਾ ਹੈ ਨਾ ਕਿ ਸਾਇੰਸ 'ਚ। ਸਾਇੰਸ ਹੁੰਦੀ ਹੈ ਇਨੋਵੇਸ਼ਨ, ਕ੍ਰੀਏਟਿਵ, ਤੇ ਪੋਲਿਟਿਕਸ ਵੀ ਕ੍ਰੀਏਟਿਵ ਹੁੰਦਾ ਹੈ ਤੇ ਇਨੋਵੇਟ ਕਰਦਾ ਆਪਣੇ ਆਪ ਨੂੰ। ਜਦੋਂ ਤੁਸੀਂ ਫੇਟਲਿਸਟਿਕ ਹੋ ਜਾਂਦੇ ਹੋ ਤੇ ਤੁਸੀਂ ਉਹਦਾ ਜਦੋਂ ਫੇਟਲਿਜ਼ਮ, ਹੁਣ ਇੱਕ ਦੂਜੀ ਪਾਰਟੀ ਉਸ ਫੇਟਲਿਜ਼ਮ 'ਚ ਹੀ ਆਪਣੀ ਰਾਜਨੀਤੀ ਕਰ ਰਹੀ ਹੈ, ਉਹਨੂੰ ਫੈਡਰਲਿਜ਼ਮ ਨੂੰ ਟੂਲ ਵਜੋਂ ਯੂਜ਼ ਕਰ ਰਹੇ ਨੇ, ਹਾਰਵੈਸਟ ਕਰ ਰਹੇ ਨੇ, ਮਿਸਟੀਫਾਈ ਕਰਦੇ ਨੇ ਰਿਐਲਿਟੀ ਉਹਨੂੰ ਯੂਜ਼ ਕਰਕੇ। ਔਰ ਤੁਸੀਂ ਆਪਣੇ ਫੇਟਲਿਜ਼ਮ 'ਚ ਬੈਠ ਕੇ ਰਿਜ਼ਾਈਨ ਕਰਕੇ ਵੀ ਵੀ ਉਹ ਅਬ ਤੋਂ ਹਮਾਰਾ ਵੀ ਸਮੇਂ ਆਏਗਾ ਹੈ, ਹੁਣ ਇਹਦੇ 'ਚ ਬੈਠੇ ਹੋਏ ਨੇ, ਉਹਦੇ 'ਚ ਬੈਠੇ ਹੋਏ ਨੇ। ਤੇ ਉਹਦੇ ਨਾਲ ਕਦੀ ਨਾ ਕਦੀ ਲੋਕ ਮੋਦੀ ਸਾਹਿਬ ਤੋਂ ਨਾਰਾਜ਼ ਹੋਣਗੇ, ਅਰਥਚਾਰਾ ਇੰਨੇ ਮਾੜੇ ਆਏਗਾ, ਜੌਬਸ ਨਹੀਂ ਜਨਰੇਟ ਹੋਣਗੀਆਂ, ਬੇਰੁਜ਼ਗਾਰੀ ਹੋਏਗੀ, ਸਾਡੀ ਵਾਰੀ ਆ ਜਾਏਗੀ। ਇਹ ਜਿਹੜੀ ਵਾਰੀ ਦਾ ਇੰਤਜ਼ਾਰ ਕਰ ਰਹੇ ਨੇ, ਉਹਦੇ 'ਚ ਮੈਨੂੰ ਇਹ ਲੱਗਦਾ ਕਿ ਇਹ ਫੇਟਲਿਜ਼ਮ, ਇਹਦੇ 'ਚ ਇਹਨਾਂ ਨੂੰ ਨਵੀਂ ਵਿਚਾਰਧਾਰਾ ਜਾਂ ਜਿਹੜੀ ਪੁਰਾਣੀ ਵਿਚਾਰਧਾਰਾ ਉਹਨੂੰ ਨਵੇਂ ਢੰਗ ਦੇ ਨਾਲ ਲੈ ਕੇ। ਡਾਕਟਰ ਸਾਹਿਬ, ਇਜ਼ ਆਈਡੀਓਲੋਜੀ ਆ ਬੋਰਨ ਆਊਟ ਕਨਸੈਪਟ? ਕੋਈ ਵਿਚਾਰਧਾਰਕ ਰਾਜਨੀਤੀ ਵਾਲੀ ਕੋਈ ਗੱਲ ਬਚੀ ਹੈ? ਮੈਂ ਤੁਹਾਨੂੰ ਇਹ ਦੱਸਾਂ ਵੀ ਜੋਤਿਰਾਦਿੱਤਿਆ ਸਿੰਧਿਆ ਦੀ ਉਲਟਬਾਜ਼ੀ ਤੋਂ ਬਾਅਦ ਮੈਂ ਖਾਸ ਤੌਰ ਦੇ ਉੱਤੇ ਪੁੱਛ ਰਿਹਾ, ਕਿਉਂਕਿ ਕੁਝ ਦਿਨ ਪਹਿਲਾਂ ਤੱਕ ਵੀ CWC ਦੀ ਮੀਟਿੰਗ ਦੇ ਵਿੱਚ ਜ਼ੋਰ ਸ਼ੋਰ ਨਾਲ ਬੋਲਦੇ ਸੀਗੇ। ਤੁਸੀਂ ਇੰਡੀਵਿਜੂਅਲ ਦਾ ਐਨਾਲਿਸਿਸ ਕਰ ਰਹੇ ਹੋ। ਓਕੇ, ਉਹ ਵਿਚਾਰਧਾਰਾ ਨੂੰ ਹੀ ਦੇਖ ਕੇ ਗਏ ਨੇ। ਦੇਖੋ ਆਈਡੀਆ ਨਿਤੀਸ਼ ਕੁਮਾਰ ਤੋਂ ਲੈ ਕੇ ਬਹੁਤ ਸਾਰੇ ਨਾਮ ਲਏ ਜਾ ਸਕਦੇ ਨੇ। ਜਿਹੜਾ ਰਾਈਟ ਵਿੰਗ ਦੀ ਵਿਚਾਰਧਾਰਾ ਹੈ, ਵੈਸੇ ਰਾਮ ਮਨੋਹਰ ਲੋਹੀਆ ਵਾਲੇ ਤਾਂ ਮੈਂ ਦੇਖਿਆ ਸਾਰੇ ਇੱਧਰ ਉੱਧਰ ਚਲੇ ਜਾਂਦੇ। ਜਿਹੜੇ ਰਾਈਟ ਵਿੰਗ ਦੀ ਵਿਚਾਰਧਾਰਾ ਹੈ, ਸਾਰੇ ਉਸ ਵਿਚਾਰਧਾਰਾ ਦੇ ਨਾਲ ਹੁਣ ਰੰਗੇ ਹੋਏ ਨੇ। ਬਾਕੀ ਤਾਂ ਲੇਬਲ ਨੇ, ਬਾਕੀ ਤਾਂ ਇਹ ਹੈ ਕਿ ਵਾਲਮਾਰਟ 'ਚ ਨਹੀਂ ਜਾਣਾ ਤੇ ਤੁਸੀਂ ਉਹਦੇ 'ਚ JC ਪੈਨੀ 'ਚ ਚਲੇ ਜਾਓ। ਹਾਂ, ਇੰਨੀ ਗੱਲ ਹੀ ਹੈ। ਇਸ ਕਰਕੇ ਤੁਸੀਂ ਇਹਨੂੰ ਬਹੁਤਾ ਮਨ ਤੇ ਬੋਝ ਨਾ ਪਾਓ ਕਿ ਉਹ ਅੱਜ JC ਪੈਨੀ ਇੱਕ ਬਹੁਤ ਵੱਡੀ ਰਿਟੇਲ ਚੇਨ ਹੈ ਅਮਰੀਕਨ। ਹਾਂ, ਤੁਸੀਂ JC ਪੈਨੀ ਤੋਂ ਵਾਲਮਾਰਟ ਚਲੇ ਗਏ, ਵਾਲਮਾਰਟ ਵਾਲੇ JC ਪੈਨੀ 'ਚ ਆ ਗਏ। ਸੋ ਇਹ ਜਿਹੜਾ ਆਣਾ ਜਾਣਾ ਹੈ, ਇਹ ਆਈਡੀਓਲੋਜੀ ਉਹੀ ਹੈ। ਜਿਹੜੀ ਹਿੰਦੂ ਮੈਜੋਰਿਟੇਰੀਅਨਿਜ਼ਮ ਦੀ ਇੱਕ ਆਈਡੀਓਲੋਜੀ ਹੈ, ਉਹਦੇ ਵਿੱਚ ਹੀ ਸਾਰੇ ਆਪਣੀ ਰਾਜਨੀਤੀ ਕਰ ਰਹੇ ਨੇ। तो इस करके ज्योतिर्मय सिंधिया ਦਾ ਉਧਰ ਜਾਣਾ ਜਾਂ ਨਾ ਜਾਣਾ ਮੈਨੂੰ ਕੋਈ ਫਰਕ ਨਹੀਂ। ਕੋਈ ਕਾਂਗਰਸ ਪਾਰਟੀ ਦੇ ਵਿੱਚ ਇੱਕ ਬੜੀ ਵੱਡੀ ਕਲਾਸ, ਜਿਹੜਾ ਤੁਹਾਨੂੰ ਮੈਂ ਐਗਜ਼ਾਮਪਲ ਦਿੱਤਾ, ਉਹ 370 ਨੂੰ ਵੀ ਸਪੋਰਟ ਕਰਦੇ ਨੇ, CA ਨੂੰ ਵੀ ਸਪੋਰਟ ਕਰਦੇ ਨੇ। ਉਹ ਜਦੋਂ ਉਸ ਵਿਚਾਰਧਾਰਾ ਨਾਲ ਜੁੜਦੇ ਨੇ ਤੇ ਉਹ ਵਿਚਾਰਧਾਰਾ ਜਿੱਥੇ ਹੈਗੀ ਹੈ ਉੱਥੇ ਜਾ ਕੇ ਆਪਣੀਆਂ ਫਿਊਚਰ ਬਣਾ ਰਹੇ ਨੇ, ਕੈਰੀਅਰ ਬਣਾ ਰਹੇ ਨੇ। ਜੇ ਕਿਸੇ ਪ੍ਰੈਸ਼ਰ ਦੇ ਥੱਲੇ ਨਿਤੀਸ਼ ਕੁਮਾਰ ਗੱਠਜੋੜ ਨੂੰ ਨਹੀਂ ਤੋੜਦਾ, ਉਸੇ ਗੱਠਜੋੜ ਦੇ ਨਾਲ ਦੁਬਾਰਾ ਇਲੈਕਸ਼ਨ ਲੜਨ ਜਾ ਰਹੇ ਨੇ, ਤਾਂ ਇਸ ਕਰਕੇ ਉਹਨਾਂ ਨੂੰ ਜਾਪਦਾ ਕਿ ਥੱਲੇ ਤੱਕ ਮੇਰਾ ਕਾਡਰ ਬੜਾ ਸੈਫਰਨਾਈਜ਼ ਹੋ ਚੁੱਕਾ ਹੈ,
ਭਗਵਾ ਹੇਠਾਂ ਤੱਕ ਫੈਲ ਚੁੱਕਾ। ਮੇਰਾ ਆਪਣਾ ਕਾਰਡ ਰਿਵਿਊ ਉਹਦੇ 'ਚ ਹੈ। ਜੋਤਿਰਾਜ ਸਿੰਧੀਆ ਜੇ ਇਸ ਤਰੀਕੇ ਨਾਲ ਰਿਸਪੌਂਡ ਕਰਦੇ ਨੇ 370 ਦੇ ਮਾਮਲੇ ਦੇ ਉੱਤੇ ਉਹਨਾਂ ਨੇ ਝੱਟ ਬੀਜੇਪੀ ਦੇ ਨਾਲ ਖੜ ਗਏ ਸੀਗੇ, ਉਹ ਇਸ ਕਰਕੇ ਕਿ ਉਹਨਾਂ ਨੂੰ ਲੱਗਦਾ ਹੈ ਦੇਸ਼ ਦੇ ਵਿੱਚ ਜਿਹੜਾ ਥੱਲੜੇ ਲੈਵਲ ਤੇ ਗ੍ਰਾਸ ਰੂਟ ਲੈਵਲ ਤੇ ਜਿਹੜਾ ਉਭਾਰ ਹੈ ਉਹ ਉਸ ਦੇ ਨਾਲ ਹੈ ਤੇ ਪੋਲੀਟੀਸ਼ੀਅਨ ਉਸ ਨੂੰ ਰਿਫਲੈਕਟ ਕਰ ਰਿਹਾ ਹੈ। ਕਪਲ ਆਫ ਕੁਐਸਚਨਸ, ਵਾਟ ਐਵਰ ਹੈਪਨ ਟੂ ਪੋਲੀਟੀਕਲ ਕਰੇਜ, ਇੱਕ ਰਾਜਨੀਤਿਕ ਹੌਸਲਾ, ਕਰੇਜ ਨੂੰ ਆਪਾਂ ਕਿ ਬਹਾਦਰੀ ਵੀ ਹੁੰਦੀ ਹੈ ਕਿ ਤੁਸੀਂ ਭਾਵੇਂ ਪੀੜਿਕ ਪਾਸੇ ਹੋਵੇ ਤੇ ਤੁਹਾਡਾ ਬਿਲੀਫ ਹੋਵੇ, ਤੁਹਾਡਾ ਕਨਵਿਕਸ਼ਨ ਦਾ ਸਿਸਟਮ ਹੋਵੇ ਤਾਂ ਤੁਸੀਂ ਖੜ ਜਾਂਦੇ ਹੋ ਕਿ ਨਹੀਂ ਸਾਰੀ ਪੀੜ ਗਲਤ ਪਾਸੇ ਜਾ ਰਹੀ ਹੈ, ਠੀਕ ਰਸਤਾ ਇਹ ਹੈ ਤੇ ਲੋਕ ਪਿੱਛੇ ਆਉਂਦੇ ਨੇ ਜਦੋਂ ਤੁਸੀਂ ਉਸ ਪੋਲੀਟੀਕਲ ਕਰੇਜ ਨਾਲ ਖੜਦੇ ਹੋ। ਕਾਂਗਰਸ ਕੋਲ ਇੱਕ ਤਾਂ ਇਹ ਪੋਲੀਟੀਕਲ ਕਰੇਜ ਨਹੀਂ ਹੈ, ਇੱਕ ਜਿਹੜੀ ਪ੍ਰੈਗਮੈਟਿਕ ਪੋਲਿਟਿਕਸ ਹੁੰਦੀ ਹੈ ਕਿ ਸਟੇਟਸ ਦੇ ਵਿੱਚ ਲੜਾਈ ਹੋ ਗਈ ਹੈ, ਜੇ ਉੱਥੇ ਕਮਲਨਾਥ ਤੇ ਨਹੀਂ ਬਣ ਰਹੀ ਆਪਸ ਵਿੱਚ ਜੋਤਿਰਾਜ ਸਿੰਧੀਆ ਦੀ ਜਾਂ ਦਿਗਵਿਜੇ ਤੇ ਸਿੰਧੀਆ ਦੀ, ਜਾਂ ਉੱਥੇ ਸਚਿਨ ਪਾਇਲਟ ਦੀ ਤੇ ਅਸ਼ੋਕ ਗਹਿਲੋਤ ਦੀ ਨਹੀਂ ਬਣ ਰਹੀ, ਕੌਣ ਇਹਨਾਂ ਸਾਰੀਆਂ ਚੀਜ਼ਾਂ ਨੂੰ ਸਮੇਟ ਰਿਹਾ? ਕੌਣ ਪ੍ਰਤਾਪ ਸਿੰਘ ਬਾਜਵਾ ਤੇ ਅਮਰਿੰਦਰ ਸਿੰਘ ਦੀਆਂ ਲੜਾਈਆਂ ਨੂੰ ਸਮੇਟ ਰਿਹਾ? ਐਜ਼ ਹਾਈ ਕਮਾਂਡ, ਮਤਲਬ ਇਹ ਹਾਈ ਕਮਾਂਡ ਸ਼ਬਦ ਕਾਂਗਰਸ ਤੋਂ ਆਇਆ ਸੀ, ਹੁਣ ਤੇ ਉਹ ਗਾਇਬ ਹੀ ਲੱਗਦੀ ਹੈ। ਹਾਈ ਕਮਾਂਡ ਦੇ ਵਿੱਚ ਸ਼ਾਇਦ ਦਿਖਾਈ ਦਿੰਦਾ। ਦੇਖੋ ਗੱਲ ਪਤਾ ਕੀ ਹੈ, ਹਾਈ ਕਮਾਂਡ ਜਿਹੜਾ ਵੀ ਹੁੰਦਾ ਹੈ ਬਿਨਾਂ ਆਈਡੀਓਲੋਜੀ ਦੇ ਕੁਝ ਪ੍ਰਿੰਸੀਪਲ ਰੱਖਣੇ ਪੈਂਦੇ ਹੁੰਦੇ ਆ। ਹੁਣ ਜਦੋਂ ਕੋਈ ਪ੍ਰਿੰਸੀਪਲ ਹੀ ਨਹੀਂ ਹੋਏਗਾ, ਜਦੋਂ ਤੁਸੀਂ ਜਾ ਕੇ ਕਿਸੇ ਵੀ ਦੁਕਾਨ ਤੇ ਬਾਰਗੇਨਿੰਗ ਕਰਨੀ ਹੈ, ਹੁਣ ਉੱਥੇ ਬਾਰਗੇਨਿੰਗ ਮਿਨੀਮਮ ਪ੍ਰਾਈਸ ਤਾਂ ਕੋਈ ਹੋਣੀ ਚਾਹੀਦੀ ਹੈ ਨਾ। ਹੁਣ ਤਾਂ ਨਾ ਉੱਪਰ ਦੀ ਲਿਮਿਟ ਹੈ ਨਾ ਥੱਲੇ ਦੀ ਕੋਈ ਲਿਮਿਟ ਹੈ ਵਿਚਾਰਧਾਰਾ 'ਚ, ਤੇ ਕਿੱਥੇ ਜਾ ਕੇ ਨੈਗੋਸ਼ੀਏਟ ਕਰੋ ਵੀ ਤੂੰ ਨਾ ਜਾ, ਤੈਨੂੰ ਅਸੀਂ ਇਹ ਦੇ ਦਿਆਂਗੇ। ਅਗਲਾ ਕਹਿੰਦਾ ਵੀ ਤੁਸੀਂ ਮੈਂ ਪ੍ਰਧਾਨ ਬਣਾ ਦਿਓ ਮੈਨੂੰ ਪਾਰਟੀ ਦਾ, ਫਿਰ ਪ੍ਰਧਾਨ ਬਣਾਉਣ ਤੋਂ ਬਾਅਦ ਕਹਿੰਦਾ ਮੈਨੂੰ ਟਿਕਟ ਵੀ ਦੇ ਦਿਓ, ਫਿਰ ਮੈਨੂੰ ਚੀਫ ਮਿਨਿਸਟਰ ਦੇ ਮਿਨਿਸਟਰ ਹੋਰ ਦੇ ਦਿਓ। ਇੰਟ੍ਰਿਗਸ ਦੀ ਪੋਲਿਟਿਕਸ ਹੈ ਨਾ, ਨੇੜੇ ਹੋਣ ਦੀ ਪੋਲਿਟਿਕਸ ਹੈ। ਇਹ ਬੇਸਿਕਲੀ ਜਿਹੜਾ ਇਹ ਕਿਉਂ ਹੁੰਦਾ ਹੈ, ਮੈਨੂੰ ਇਹ ਲੱਗਦਾ ਹੈ ਕਿ ਜਿਹੜਾ ਇੱਕ ਬੜੀ ਵੱਡੀ ਜਿਹੜੀ ਚੇਂਜ ਆਈ ਹੈ ਰਾਜਨੀਤੀ 'ਚ, ਉਹ ਚੇਂਜ ਇੱਕ ਇਹ ਆਈ ਹੈ ਕਿ ਅਸੀਂ ਪਹਿਲੇ ਫਿਊਡਲਿਜ਼ਮ ਤੇ ਕੈਪੀਟਲਿਜ਼ਮ ਤਾਂ ਦੋ ਹਿੱਸਾ ਨੇ, ਜਿਵੇਂ ਕਹਿੰਦੇ ਫਿਊਡਲ ਐਟੀਟਿਊਡ, ਕੈਪੀਟਲਿਸਟ ਪ੍ਰੈਕਟਿਸ, ਸੋਸ਼ਲਿਸਟ ਪ੍ਰੀਟੈਂਸ਼ਨ। ਹੁਣ ਪ੍ਰੀਟੈਂਸ਼ਨ ਹੈ ਨਹੀਂ, ਕੋਈ ਸੋਸ਼ਲਿਸਟ ਪ੍ਰੀਟੈਂਸ਼ਨ ਨਹੀਂ। ਹੁਣ ਹੈ ਕਿ ਅਸੀਂ ਕੈਪੀਟਲਿਜ਼ਮ ਕਰਨਾ ਔਰ ਕੈਪੀਟਲਿਜ਼ਮ ਦੇ ਰਸਤੇ ਜਾਣਾ ਹੈ। ਮਾਰਕੀਟ ਵਾਲੇ ਨੂੰ ਸਰੈਂਡਰ ਕੀਤਾ ਹੋਇਆ, ਮਾਰਕੀਟ ਨੇ ਪੰਜਾਬੀ ਟ੍ਰਾਂਸਲੇਟ ਕਰ ਦਿਓ। ਵੈਸੇ ਅੱਛਾ ਫਰੇਜ਼ ਹੈ ਫਿਊਡਲ ਐਟੀਟਿਊਡ, ਕਿ ਦਿਲੋਂ ਮਨੋਂ ਅਸੀਂ ਜਗੀਰਦਾਰੂ ਸਮਾਜ ਲਈ ਬੈਠੇ ਹਾਂ, ਆਪਣੇ ਅੰਦਰ ਬਣਨਾ ਸੀ ਉਹੀ ਚਾਹੁੰਦੇ ਹਾਂ, ਵੱਡਾ ਸਾਰਾ ਪੱਗ ਹੋਵੇ ਤਾਂ ਕਿਲੇ ਵਰਗਾ ਸਾਡਾ ਘਰ ਹੋਵੇ ਤੇ ਸਲਤਨਤ ਸਾਡੀ ਚਾਰੇ ਪਾਸੇ ਹੋਵੇ। ਪ੍ਰੈਕਟਿਸ ਸਾਡੀ ਕੈਪੀਟਲਿਸਟ ਹੈ ਵੀ ਐਨ ਸਾਮਰਾਜਵਾਦ ਵਾਂਗੂ ਪ੍ਰੋਫਿਟ ਹੀ ਸਾਡਾ, ਵੀ ਮੁਨਾਫਾ ਆਉਣਾ ਚਾਹੀਦਾ ਹੈ, ਟੱਠੇ ਖੂਹ 'ਚ ਜਾਣ ਹਰ ਕਿਸਮ ਦੇ ਅਸੂਲ। ਤੇ ਜਿਹੜੀ ਪਖੰਡਬਾਜ਼ੀ ਹੈ ਸਾਡੀ, ਉਹ ਸਾਰੀ ਸੋਸ਼ਲਿਸਟ ਹੈ ਵੀ ਹਾਂ ਨਿਆਂ ਹੋਣਾ ਚਾਹੀਦਾ ਹੈ, ਗਰੀਬ ਨਾਲ ਮਾੜਾ ਨਹੀਂ ਹੋਣਾ ਚਾਹੀਦਾ। ਚੇਂਜ ਆਈ ਹੈ ਕਿ ਹੁਣ ਸੋਸ਼ਲਿਸਟ ਪਖੰਡ ਨਹੀਂ ਹੈ, ਉਹਦੇ ਬਾਰੇ ਗੱਲ ਹੀ ਬੰਦ, ਪਖੰਡ ਛੱਡਤਾ। ਹੁਣ ਇਹ ਕਹਿੰਦੇ ਨੇ ਵੀ ਆਪਾਂ ਪ੍ਰੋਫਿਟ ਤਾਂ ਕਮਾਣਾ ਹੀ ਕਮਾਣਾ, ਤੇ ਜਿਹੜਾ ਥੋੜਾ ਜਿਹਾ ਸ਼ੇਅਰ ਤੁਹਾਨੂੰ ਅਸੀਂ ਫਿਊਡਲਿਜ਼ਮ, ਜਿਹੜਾ ਫਿਊਡਲ ਦੇ ਡੋਲਸ ਖਰਾਤ ਅਸੀਂ ਤੁਹਾਨੂੰ ਮਨਰੇਗਾ ਦਿੰਦੇ ਨੇ ਤਾਂ ਅਸੀਂ ਪੀਐਮ ਕਿਸਾਨ ਦੇ ਦੇਾਂਗੇ। ਨਹੀਂ, ਅਸੀਂ ਨਾਲ ਤੁਹਾਡੇ ਸਾਰਿਆਂ ਨੂੰ, ਜੋ ਕੇਜਰੀਵਾਲ ਨੇ ਕੀਤਾ ਉਹਨੂੰ ਮੈਂ ਸਮਝਦਾ ਵੀ ਉਹਨੂੰ ਸਾਰਾ ਰਾਜਨੀਤੀ ਸਮਝ ਆ ਗਈ ਕਿ ਮੈਂ ਹਿੰਦੂਤਵਾ ਕਰਾਂ, ਜਿਹੜੀ ਆਈਡੀਓਲੋਜੀ ਵਿਕ ਰਹੀ ਹੈ ਉਹਦੇ ਨਾਲ ਮੈਂ ਇਹ ਜਿਹੜਾ ਖਰਾਤ ਦੇਣ ਦੀ ਰਾਜਨੀਤੀ ਹੈ, ਫਿਊਡਲ ਹੈ, ਜਿਹਦੇ 'ਚ ਮੈਂ ਸਭ ਦੇ ਬਿਜਲੀ ਦੇ ਬਿੱਲ ਮਾਫ ਕਰਦਾ, ਸਭ ਨੂੰ ਪਾਣੀ ਮਾਫ ਕਰਦਾ, ਸਭ ਦਾ ਕਰਕੇ ਮੈਂ ਵੋਟਾਂ ਲੈ ਲਾਂ। ਸੋ ਮੈਂ ਸਮਝਦਾ ਵੀ ਉਹ ਰਾਜਨੀਤੀ ਦੇ ਆਉਣ ਨਾਲ ਜਿਹੜਾ ਇੱਕ ਇਹ ਅਪਰਚੂਨਿਜ਼ਮ ਆਇਆ, ਪਰ ਉਹਦੇ 'ਚ ਅੰਡਰਲਾਈਨ ਤੁਸੀਂ ਗੱਲ ਬਿਲਕੁਲ ਨਾ ਭੁੱਲਿਓ ਕਿ ਆਈਡੀਓਲੋਜੀ ਹੈ, ਦੋ ਆਈਡੀਓਲੋਜੀ ਬਿਲਕੁਲ ਕਨਵਰਜ ਕਰ ਗਈ। ਮੈਂ ਕਹਿੰਦਾ ਮਾਰਕੀਟ ਫੰਡਾਮੈਂਟਲਿਜ਼ਮ ਦੀ ਆਈਡੀਓਲੋਜੀ ਤੇ ਰਿਲੀਜੀਅਸ ਫੰਡਾਮੈਂਟਲਿਜ਼ਮ ਦੀ, ਦੋਨੋਂ ਕਨਵਰਜ ਕੀਤੇ। ਬਾਜ਼ਾਰ ਤੇ ਧਰਮ ਦਾ ਦੋਨਾਂ ਦਾ ਮੂਲਵਾਦ ਨੇੜੇ ਆ ਗਿਆ, ਦੋਨਾਂ ਦਾ ਮੂਲਵਾਦ ਨੇੜੇ ਹੈ ਔਰ ਦੋਨੋਂ ਇੱਕ ਦੂਜੇ ਨੂੰ ਸਪੋਰਟ ਵੀ ਕਰਦੇ ਨੇ। ਜਿਹੜਾ ਧਰਮ ਵਾਲਾ ਮੂਲਵਾਦ ਹੈ ਉਹ ਰਾਜਨੀਤੀ, ਜਿਹੜਾ ਮਾਰਕੀਟ ਦਾ ਹੈ ਉਹਨੂੰ ਬਲਰ ਕਰਦਾ, ਸਾਨੂੰ ਸਟਰਕਚਰ ਨਾਲ ਥੱਲੇ ਨਜ਼ਰ ਆਵੇ ਕਿ ਜੇ ਤੁਸੀਂ ਕਹਿੰਦੇ ਹੋ ਕਿ ਮੇਰਾ ਸਾਡੀ ਮੋਦੀ ਜੀ ਦੀ ਸਰਕਾਰ ਬਣੀ ਹੈ, ਹਿੰਦੂਤਵਾ ਦੀ ਵੱਡੀ ਸਰਕਾਰ ਬਣੀ ਹੈ, ਸੋ ਤੁਹਾਨੂੰ ਇਹ ਨਹੀਂ ਦਿਸਦਾ ਕਿ ਵਾਰ ਮਸ਼ੀਨਰੀ ਦੇ ਨਾਲ ਮੋਦੀ ਸਾਹਿਬ ਕਿੱਡੇ ਵੱਡੇ ਸੌਦੇ ਕਰ ਰਹੇ ਨੇ। ਨਹੀਂ, ਮੈਂ ਤਿੰਨ ਚੀਜ਼ਾਂ, ਟਰੰਪ ਨਾਲ ਯਾਰੀਆਂ ਕਿਉਂ ਪੈਂਦੀਆਂ? ਤਿੰਨ ਚੀਜ਼ਾਂ। ਇੱਕ ਤਾਂ ਪਹਿਲੀ ਚੀਜ਼ ਇਹ ਹੈ ਕਿ ਜਿਵੇਂ ਆਰਸੀਟੀ ਦੇ ਵਿੱਚ ਜਿਹੜੀ ਉਹ ਆਪਣਾ ਰੈਂਡਮ ਕੰਟਰੋਲ ਟੈਕਨੋਲੋਜੀ ਹੈ ਜੋ ਵੀ ਹੈ, ਉਹਦੇ 'ਚ ਇਹ ਕਿਹਾ ਜਾਂਦਾ ਹੈ ਕਿ ਇੱਕ ਬੰਦਾ ਜੇ ਡ੍ਰੌਪ ਆਊਟ ਹੋਇਆ, ਸਕੂਲ ਨਹੀਂ ਜਾਂਦਾ ਜੀ, ਤੇ ਉਹ ਇਸ ਕਰਕੇ ਨਹੀਂ ਜਾਂਦਾ, ਉਹਦੇ ਪੇਟ 'ਚ ਕੀੜੇ ਨੇ, ਵਾਰਮਸ ਹੈਗੇ ਨੇ, ਤੇ ਇਸ ਕਰਕੇ ਉਹਨੂੰ ਆਪਾਂ ਦਵਾਈ ਦੇ ਦਈਏ, ਸਕੂਲ ਜਾਣ ਲੱਗ ਜਾਊਗਾ। ਹੁਣ ਇਹਦੇ 'ਚ ਕੀ ਹੈ, ਇਹ ਅਭਿਜੀਤ ਬੈਨਰਜੀ ਵਾਲੀ ਜਿਹੜੀ ਥਿਊਰੀ ਹੈ। ਇਹਦੇ 'ਚ ਜਿਹੜੇ ਉਹ ਸਕੂਲ ਇਸ ਕਰਕੇ ਨਹੀਂ ਜਾਂਦਾ ਜਾਂ ਡ੍ਰੌਪ ਆਊਟ ਹੁੰਦਾ ਕਿਉਂਕਿ ਉਹਦੇ ਘਰ 'ਚ ਰੋਟੀ ਦੇ ਪੈਸੇ ਹੈ ਨਹੀਂ ਤੇ ਉਹ ਮਜ਼ਦੂਰੀ ਕਰਦਾ, ਤੇ ਤੁਸੀਂ ਉੱਥੇ ਉਹਦੀ ਜਿਹੜੇ ਲਾਈਵਲੀਹੁੱਡ ਦਾ ਕ੍ਰਾਈਸਿਸ ਹੈ ਉਹਨੂੰ ਸਿਰਫ ਇੱਕ ਦਵਾਈ ਦੇ ਨਾਲ ਜੋੜਤਾ। ਇਹ ਅਸੀਂ ਕਹਿੰਦੇ ਆ ਵੀ ਜਿਹੜੀ ਰਾਜਨੀਤੀ ਦਾ ਜਿਹੜਾ ਇਹ ਹੈਗਾ, ਇਹ ਉਹਨੂੰ ਬਲਰ ਕਰ ਦਿੰਦਾ ਉਹਨਾਂ ਕੰਡੀਸ਼ਨ ਨੂੰ। ਸੌਖੇ ਸ਼ਬਦਾਂ 'ਚ ਇਸ ਤਰ੍ਹਾਂ ਹੁੰਦਾ ਵੀ ਬੰਦਾ ਗਰੀਬ ਹੈ, ਭੁੱਖ ਨਾਲ ਮਰ ਰਿਹਾ, ਤੇ ਤੁਸੀਂ ਕਹੋ ਵੀ ਇਹਨੂੰ ਹਸਪਤਾਲ ਲੈ ਜਾਓ, ਇਹਨੂੰ ਆਇਰਨ ਦੀ ਗੋਲੀ ਚਾਹੀਦੀ ਹੈ, ਉਹ ਭਾਈ ਸਾਹਿਬ ਨੂੰ ਰੋਟੀ ਚਾਹੀਦੀ ਹੈ, ਉਹਨੂੰ ਰੁਜ਼ਗਾਰ ਚਾਹੀਦਾ। ਉਹ ਤੁਸੀਂ ਨਹੀਂ ਦਿੰਦੇ, ਅਸੀਂ ਆਇਰਨ ਦੀ ਗੋਲੀ ਦਿੰਦੇ ਹਾਂ। ਅਸੀਂ ਉਹਨੂੰ ਸਟਰਕਚਰ ਜਿਹੜੀ ਹੈ ਉਹਦੇ ਨੇੜੇ ਨਹੀਂ ਆਉਣ ਦਿੰਦੇ। ਦੂਜੀ ਜਿਹੜੀ ਇਹਦੇ ਨਾਲ ਗੱਲ ਜੁੜੀ ਹੁੰਦੀ ਹੈ ਕਿ ਵੀ ਕਿਸੇ ਵੀ ਲੈਵਲ ਤੇ ਜਦੋਂ ਵੀ ਇਹ ਰਾਜਨੀਤੀ ਹੁੰਦੀ ਹੈ, ਹੁਣ ਉਹਦੇ 'ਚ ਇਹ ਕਿਹਾ ਜਾਂਦਾ ਹੈ ਕਿ ਤੁਸੀਂ, ਮੈਂ ਪਹਿਲੇ ਬੜੀ ਵਾਰ ਦੇਖਿਆ
ਲਿਟਰੇਰੀ ਮਿਲਟਰੀ ਦੇ ਲਿਟਰੇਰੀ ਫੈਸਟ ਹੁੰਦਾ ਹੈ। ਹਾਂ ਵੈਸੇ ਇਹ ਵੀ ਅਜੀਬ ਗਰੀਬ ਚੀਜ਼ ਹੈ ਕਿਉਂਕਿ ਵਾਰ ਜਿਹੜੀ ਹੈ ਫੌਜੀ ਲੋਕ ਸਾਹਿਤ ਬਾਰੇ ਗੱਲ ਕਰਦੇ ਸਾਹਿਤ ਬਾਰੇ ਨਹੀਂ, ਵਾਰ ਨੂੰ ਸੈਲੀਬ੍ਰੇਟ ਕਰਨਾ। ਮੈਂ ਇੰਨੇ ਬੰਦੇ ਮਾਰੇ, ਪਿੱਛੋਂ ਛੁਪ ਕੇ ਮਾਰੇ, ਉਧਰੋਂ ਇੰਨੀਆਂ ਗਨ ਆ ਜਾਣ ਤੇ ਆ ਜਾਣ। ਇਹ ਜਦੋਂ ਤੁਸੀਂ ਸਾਰਾ ਇੱਕ ਟ੍ਰੈਂਡ ਚਲਾਉਂਦੇ ਹੋ ਤੇ ਜਿਹੜੇ ਕੰਟਰੀਜ਼ ਨੇ ਉਹ ਆਪਸ ਚ ਵਾਰ ਮਸ਼ੀਨ ਨੂੰ ਲੈ ਕੇ ਕੰਪੀਟ ਕਰਦੇ ਨੇ ਕਿ ਮੇਰੇ ਕੋਲ ਮੈਂ ਇੰਨੇ ਜਹਾਜ਼ ਖਰੀਦ ਲਏ ਜਿਹੜੇ ਕਿ ਇੰਨੇ ਲੋਕਾਂ ਨੂੰ ਮਾਰ ਸਕਦੇ ਨੇ। ਤੇ ਟਰੰਪ ਵੀ ਆ ਕੇ ਕਹਿੰਦੇ ਨੇ ਕਿ ਇਸ ਵੇਲੇ ਅਮਰੀਕਾ ਦੀ ਮਿਲਟਰੀ ਵਰਲਡ ਦੀ ਸਾਰਿਆਂ ਨਾਲੋਂ ਵੱਡੀ ਮਿਲਟਰੀ ਹੈ ਔਰ ਤੁਸੀਂ ਵੀ ਆਪਣੀ ਮਿਲਟਰੀ ਨੂੰ ਉਸੇ ਹੀ ਲੈਵਲ ਸੈਲੀਬ੍ਰੇਟ ਕਰਦੇ ਔਰ ਲੋਕ ਇਹਦੇ ਤੇ ਵੋਟ ਪਾਉਂਦੇ ਨੇ, ਉੱਥੇ ਲੈ ਕੇ ਆਓ। ਤੇ ਇਹਦਾ ਮਤਲਬ ਇਹ ਹੈ ਕਿ ਮੈਂ ਅੱਜ ਸ਼ਾਂਤੀ ਨਹੀਂ ਵੇਚ ਰਿਹਾ, ਮੈਂ ਲੜਾਈ ਵੇਚ ਰਿਹਾ, ਮੈਂ ਯੁੱਧ ਵੇਚ ਰਿਹਾ। ਤੇ ਉਹ ਜਦੋਂ ਤੁਸੀਂ ਵੇਚਦੇ ਹੋ ਕਿ ਦੇਸ਼ ਨੂੰ ਖਤਰਾ ਹੈ ਤੇ ਖਤਰੇ ਨੂੰ ਖਤਮ ਕਰਨ ਲਈ ਇੰਨੇ ਹਜ਼ਾਰ ਕਰੋੜਾਂ ਰੁਪਏ ਖਰਚੋ ਇਹ ਲੈਣ ਲਈ, ਨਾ ਕਿ ਉਸ ਖਤਰੇ ਨੂੰ ਮੈਂ ਸ਼ਾਂਤੀ ਦੇ ਨਾਲ ਹੱਲ ਕਰਕੇ ਉਹੀ ਪੈਸੇ ਮੈਂ ਐਜੂਕੇਸ਼ਨ, ਹੈਲਥ, ਗਰੀਬੀ ਹਟਾਉਣ ਲਈ ਲਾਵਾਂ। ਇਹ ਸੋਚ ਹੈ। ਤੇ ਮੈਨੂੰ ਲੱਗਦਾ ਇੱਕ ਇਹ ਸੋਚ ਜਿਹੜੀ ਇਸ ਵੇਲੇ ਆਈ ਆ, ਜਿਹੜੀ ਮਾਰਕੀਟ ਦੀ ਸੋਚ ਹੈ, ਜਿਹੜੀ ਵੱਡੀਆਂ ਵੱਡੀਆਂ ਕੰਪਨੀਆਂ ਨੇ ਜਿਹੜੇ ਇਹਦੇ 'ਚ, ਉਹਨਾਂ ਨੇ ਇਹ ਸੋਚ ਨੂੰ ਅੱਗੇ ਲੈ ਕੇ ਆਂਦਾ ਕਿ ਯੁੱਧ 'ਚ ਤਕੜੇ ਹੋਣ 'ਚ ਹੀ ਮਿਲਟਰੀ ਦਾ ਹਿਸਾਬ ਚ ਇਹ ਦੱਸੋ ਵੀ ਇਹਨਾਂ ਚੀਜ਼ਾਂ ਨੂੰ ਇਮੀਡੀਏਟਲੀ ਰਿਸਪੌਂਡ ਕਰਨ ਤੇ ਨਾਲੋਂ ਨਾਲ ਲਗਾਤਾਰ, ਕਿਉਂਕਿ ਸਾਲਾਂ ਤੋਂ ਕਾਂਗਰਸ ਰਿਸਪੌਂਡ ਨਹੀਂ ਕਰ ਰਹੀ, ਜੇ ਡਿਸੀਜਨ ਮੇਕਿੰਗ ਬਾਡੀ ਕਾਂਗਰਸ ਦੀ ਇਲੈਕਟਿਡ ਹੁੰਦੀ, ਕੋਈ ਜ਼ਮਾਨਾ ਹੁੰਦਾ ਸੀ CWC ਅੱਧੀ ਤਾਂ ਇਲੈਕਟਿਡ ਹੋਣੀ ਚਾਹੀਦੀ ਹੈ, ਕਨਸਟੀਟਿਊਸ਼ਨ ਵਗੈਰਾ ਉਹਨਾਂ ਦਾ ਹੈਗਾ ਕਿ ਅੱਧੀ ਇਲੈਕਟਿਡ ਹੁੰਦੀ ਹੈ, ਬਾਕੀ ਨੋਮੀਨੇਟਡ ਹੁੰਦੀ ਹੈ। ਕਿਸੇ ਜ਼ਮਾਨੇ ਤੁਹਾਨੂੰ ਯਾਦ ਹੈ ਸਚਿਨ ਪਾਇਲਟ ਦੇ ਆਪਣਾ ਫਾਦਰ ਰਾਜੇਸ਼ ਪਾਇਲਟ ਸੋਨੀਆ ਗਾਂਧੀ ਦੇ ਖਿਲਾਫ ਚੋਣ ਲੜੇ ਸਨ, ਲੋਕ ਸੀਤਾਰਾਮ ਕੇਸਰੀ ਦੇ ਖਿਲਾਫ ਚੋਣ ਲੜਨ ਦੀ ਹਿੰਮਤ ਰੱਖਦੇ ਸਨ। ਹੁਣ ਤਾਂ ਸਾਰੇ ਹੀ ਨੋਮੀਨੇਟਡ ਹੈ। ਜੇ ਇੰਟਰਨਲ ਪਾਰਟੀ ਡੈਮੋਕ੍ਰੇਸੀ ਕੁਛ ਹੁੰਦੀ, ਜੇ ਇਹ ਡੈਮੋਕ੍ਰੇਟਾਈਜ਼ਡ ਥੋੜੀ ਜਿਹੀ ਫੰਕਸ਼ਨਿੰਗ ਹੁੰਦੀ, ਤਾਂ ਕੀ ਕਾਂਗਰਸ ਜ਼ਿਆਦਾ ਫਲੈਕਸੀਬਲ ਹੋਣੀ ਸੀ, ਪ੍ਰੈਗਮੈਟਿਕਲੀ ਜ਼ਿਆਦਾ ਫਾਸਟ ਰਿਸਪੌਂਡ ਕਰਦੀ, ਪਾਰਟੀ ਆਪਣਾ ਰੂਪ ਉਸੇ ਤਰੀਕੇ ਨਾਲ ਬਦਲਦੀ ਰਹਿੰਦੀ, ਨਾਲ ਰਿਸਪੌਂਡ ਕਰਦੀ। ਇਜ਼ ਦੈਟ ਵਨ ਆਫ ਦਾ ਰੀਜ਼ਨ ਕਿ ਪਾਰਟੀ ਰਿਸਪੌਂਡ ਨਹੀਂ ਕਰ ਪਾਈ? ਦੇਖੋ ਗੱਲ ਹੈ ਕਿ ਤੁਸੀਂ ਹਾਥੀ ਜਿਹਾ ਬਣੀ ਹੋਈ ਨਹੀਂ, ਤੁਸੀਂ ਬੜੇ ਢੰਗ ਦੇ ਨਾਲ ਜਿਹਨੂੰ ਮੈਂ ਕਹਿਣਾ ਕਿ ਕਈ ਕਾਜ਼ਜ਼ ਆਇਡੈਂਟੀਫਾਈ ਕਰ ਰਹੇ ਹੋ ਔਰ ਚੰਗੀ ਗੱਲ ਹੈ। ਤੇ ਮੈਂ ਪਰ ਸਾਰਿਆਂ ਨਾਲ ਮੂਲ ਕਾਜ਼ ਇਹ ਸਮਝਦਾ, ਜਦੋਂ ਪਾਰਟੀਆਂ ਦੀ ਆਪਣੀ ਵਿਜ਼ਨ ਆਈਡੀਓਲੋਜੀ ਨਾਲ ਹੋਵੇ, ਪਹਿਲਾ ਮੂਲ ਕਾਜ਼ ਉਹ ਹੈ। ਦੂਜਾ, ਜੇ ਇਨਰ ਪਾਰਟੀ ਡੈਮੋਕ੍ਰੇਸੀ ਹੋ ਵੀ ਜਾਵੇ ਹੈ, ਜੇ ਮੰਨ ਲਿਆ ਕੇਜਰੀਵਾਲ ਇਨਰ ਪਾਰਟੀ ਡੈਮੋਕ੍ਰੇਸੀ ਕਰ ਲਵੇ ਤੇ ਹਰ ਵਾਰ ਡਿਕਟੇਟਰ ਬਣ ਜਾਵੇ ਤੇ ਬਾਕੀ ਬੰਦੇ ਭਜਾ ਦੇਵੇ, ਤੇ ਕਾਹਦੀ ਇਨਰ ਪਾਰਟੀ ਡੈਮੋਕ੍ਰੇਸੀ? ਕੇਜਰੀਵਾਲ ਦੀ ਤਾਂ ਹੈ ਨਹੀਂ ਨਾ ਇਨਰ ਪਾਰਟੀ ਡੈਮੋਕ੍ਰੇਸੀ, ਉਹ ਤਾਂ ਇੱਕ ਦਿਨ ਸ਼ਾਮ ਨੂੰ ਡਿਸਾਈਡ ਕਰਦਾ ਵੀ ਜੋਗਿੰਦਰ ਯਾਦਵ ਅੱਛਾ ਆਦਮੀ ਨਹੀਂ ਆ, ਕਰ ਦਿੰਦਾ। ਮੈਂ ਇਸੇ ਕਰਕੇ ਕਹਿ ਰਿਹਾ ਵੀ ਉਹ ਆਪਣੇ ਆਪ ਨੂੰ ਨਵਾਂ ਅਮਰਜ ਹੋ ਜਾਂਦੇ ਨੇ। ਇਨਰ ਪਾਰਟੀ ਡੈਮੋਕ੍ਰੇਸੀ ਸੈਕਿੰਡ ਲੈਵਲ ਦਾ ਇਸ਼ੂ ਹੈ। ਮੇਰੇ ਲਈ ਪਹਿਲਾ ਇਸ਼ੂ ਇਹ ਹੈ ਕਿ ਤੁਹਾਡੀ ਰਾਜਨੀਤੀ, ਉਹਦੀ ਦਿਸ਼ਾ ਕੀ ਹੈ, ਉਹ ਜਾ ਕਿੱਧਰ ਰਹੀ ਹੈ। ਮੈਂ ਜਿਹੜੀ ਤੁਸੀਂ ਪਹਿਲੇ ਗੱਲ ਕਹੀ, ਪਹਿਲੇ ਕੋਈ ਜਿੱਥੇ ਵੀ ਥੋੜੀ ਜਿਹੀ ਇੰਟਰੋਸਪੈਕਸ਼ਨ ਜੇ ਓਨੈਸਟ ਹੋਏਗੀ ਤਾਂ ਵੀ ਪ੍ਰਾਇੋਰਟੀਜ਼ ਤਾਂ ਰੀਸੈਟ ਕਰ ਦੋ ਥੋੜੀਆਂ। ਪਹਿਲੇ ਇੱਕ ਪੁਆਇੰਟ ਬੜਾ ਅੱਛਾ ਤੁਸੀਂ ਵਿੱਚ ਕਿਹਾ ਕਿ ਕਰੇਜ ਦੀ ਰਾਜਨੀਤੀ, ਕਿ ਜੇ ਮੈਂ ਇਹ ਰਾਜਨੀਤੀ ਕਰਦਾ ਤੇ ਲੋਕ ਮੇਰੇ ਨਾਲ ਨਹੀਂ ਵੀ ਨੇ, ਪਰ ਮੈਂ ਇਸ ਰਾਜਨੀਤੀ ਦੇ ਅਡਿੱਗਾ, ਮੈਂ ਇਹਨੂੰ ਕਰਾਂਗਾ। ਕਿਉਂਕਿ ਅੱਧਾ ਕੁ ਕਰੇਜੀਅਸ ਲੱਗਿਆ ਸੀ ਰਾਹੁਲ ਗਾਂਧੀ, ਪਰ ਫਿਰ ਰੁਕ ਗਿਆ। ਨਹੀਂ, ਉਹ ਕਰੇਜੀਅਸ ਇਹ ਹੈ ਕਿ ਨਿਗੇਸ਼ਨ ਹੈ, ਉਹ ਜਿਹੜੀ ਤੁਹਾਨੂੰ ਮੈਂ ਪਹਿਲੇ ਸ਼ੁਰੂ ਚ ਗੱਲ ਕਹੀ ਹੈ। ਮੈਂ ਉਸ ਤੋਂ ਵੀ ਪਹਿਲਾਂ ਨਾਲ ਜਾ ਰਿਹਾ, ਜਿਸ ਵੇਲੇ ਉਹਨਾਂ ਨੇ ਕਿਹਾ ਕਿ ਰਾਜਨੀਤੀ ਨਾਲ ਜ਼ਹਿਰ ਹੁੰਦੀ ਹੈ, ਪਾਵਰ ਜ਼ਹਿਰ ਹੁੰਦੀ ਹੈ। ਨਹੀਂ, ਇਹ ਤਾਂ ਸਲੋਗਨ ਨੇ, ਇਹ ਤਾਂ ਸਾਰੇ ਹੀ ਸਮਾਜ ਸੇਵਾ ਕਰਨ ਲਈ ਆਉਂਦੇ ਨੇ। ਇਹ ਤਾਂ ਰਾਜਨੀਤੀ ਦੇ ਇਹ ਸਲੋਗਨ ਉਹਨਾਂ ਦੇ ਦਿਲ ਦੇ ਕਿਹੜੇ ਹਿੱਸੇ ਤੋਂ ਆ ਰਿਹਾ ਸੀਗਾ, ਸਿੰਸੀਅਰ ਵਾਲੇ ਤੋਂ ਕਿ ਇਨਸਿੰਸੀਅਰ ਤੋਂ? ਨਹੀਂ, ਉਹ ਤੁਸੀਂ ਜਿੰਨੀ ਵੀ ਇਹ ਰਾਜਨੀਤੀ ਹੁੰਦੀ ਹੈ, ਉਹ ਸਾਰੇ ਸੇਵਾ ਭਾਵ ਲੈ ਕੇ ਆਉਂਦੇ ਨੇ। ਮੈਂ ਇਸ ਲਈ ਪੁੱਛ ਰਿਹਾ ਕਿ ਮੈਂ ਕਾਲਜ 'ਚ ਸੀਗਾ ਜਦੋਂ ਰਾਜੀਵ ਗਾਂਧੀ ਨਵੇਂ ਆਏ ਸੀ ਨਾ, ਤਾਂ ਉਹਨਾਂ ਨੇ ਕਿਹਾ ਸੀ ਕਿ ਮੈਂ ਸਭ ਜਾਣਦਾ ਦੇਸ਼ ਕਿੱਦਾਂ ਚੱਲ ਰਿਹਾ, 1 ਰੁਪਏ ਦੇ ਵਿੱਚੋਂ 15 ਪੈਸੇ ਗਰੀਬ ਤੱਕ ਪਹੁੰਚਦੇ ਨੇ, 85 ਪੈਸੇ ਵਿੱਚੋਂ ਕੋਈ ਖਾ ਜਾਂਦਾ, ਦੇਸ਼ ਰਿਸਪੌਂਡ ਕਰਦਾ ਸੀਗਾ। ਰਾਹੁਲ ਗਾਂਧੀ ਕੋਲ ਵੀ ਉਸ ਤਰ੍ਹਾਂ ਦੀ ਮੂਵਮੈਂਟ ਸੀਗੀ। ਨਹੀਂ, ਗੱਲ ਇਹ ਨਾ, ਹੁਣ ਰਿਸਪੌਂਡ ਕਰਨ ਦਾ ਤੁਸੀਂ ਹੁਣ ਜਿਵੇਂ ਕਰਪਸ਼ਨ ਦੀ ਗੱਲ ਕਹੀ, ਮੈਂ ਕਰਪਸ਼ਨ ਨੂੰ ਮੁੱਦਾ ਨਹੀਂ ਮੰਨਦਾ, ਤੁਹਾਨੂੰ ਅਜੀਬ ਲੱਗੇਗਾ ਉਹ, ਕਿਉਂਕਿ ਕਰਪਸ਼ਨ ਮੇਰੇ ਲਈ ਲੋਕਾਂ ਲਈ ਤਾਂ ਨੰਬਰ 1 ਮੁੱਦਾ। ਹਾਂ, ਮੈਨੂੰ ਕਰਪਸ਼ਨ ਇਹ ਲੱਗਦਾ ਹੈ ਇਲੀਗਲ ਐਕਸਚੇਂਜ ਹੈ। ਇਹਨੂੰ ਲੀਗਲਾਈਜ਼ ਕਰ ਦੋ ਤੇ ਓਨੈਸਟੀ ਹੋ ਜਾਂਦੀ ਹੈ। ਔਰ ਥਾਣੇਦਾਰ ਮੇਰੇ ਤੋਂ ਰਿਸ਼ਵਤ ਮੰਗਦਾ, ਜੇ ਵੈਸੇ ਫੀਸ ਲਾ ਦਿਓ ਤਾਂ ਜਦੋਂ ਪੁਲਿਸ ਵੈਲਫੇਅਰ ਫੰਡ 'ਚ ਹਿੱਸਾ ਜਾਣਾ ਸ਼ੁਰੂ ਹੋ ਜਾਏ। ਨਹੀਂ, ਜਿਵੇਂ USA 'ਚ ਹੈ, ਤੁਸੀਂ ਲੌਬੀ ਨੂੰ ਲੀਗਲਾਈਜ਼ ਕਰਤਾ, ਕਮਿਸ਼ਨ ਲੈ ਕੇ ਤੁਸੀਂ ਕੰਮ ਕਰੋ ਤੇ ਉਹ ਤੁਸੀਂ ਲੀਗਲਾਈਜ਼। ਅੱਛਾ, ਹੁਣ ਪਰ ਕਰਪਸ਼ਨ ਦੇ ਨਾਲ ਮੇਰਾ ਵੱਡਾ ਮੁੱਦਾ ਇਹ ਜੁੜਿਆ ਹੁੰਦਾ ਹੈ ਕਿ ਇਨਕਮ ਰੀਡਿਸਟ੍ਰੀਬਿਊਸ਼ਨ, ਕਿ ਗਰੀਬ ਨੂੰ ਤੱਕ ਉਹ ਪੈਸੇ ਕਿੱਦਾਂ ਪਹੁੰਚਣਗੇ, ਕੀ ਉਹ ਪੈਸੇ ਉਹਨੂੰ ਅੰਗੇਜ ਕਰਾਂਗੇ ਸਿਸਟਮ ਦੇ ਨਾਲ, ਪ੍ਰੋਡਕਟਿਵ ਪ੍ਰੋਸੈਸ ਦੇ ਨਾਲ, ਜਾਂ ਖਰਾਤ ਦੇਵਾਂਗੇ ਬਾਅਦ ਚ ਕਿ ਸਟੇਟ ਕੋਲ ਇੰਨੇ ਪੈਸੇ ਆ ਗਏ ਅਸੀਂ ਹੁਣ ਖਰਾਤ ਦੇ ਰਹੇ ਹਾਂ। ਇਹ ਸਾਰੀ ਸੋਚ ਨੂੰ ਵਿਕਣਯੋਗ, ਇਮੇਜਿਨੇਸ਼ਨ ਕੈਚ ਕਰਨ ਵਾਲੀ, ਜਿਹੜੀ ਇੱਕਦਮ ਲੋਕਾਂ ਦੇ ਮਨ ਨੂੰ ਫੜ ਲਵੇ, ਉਹ ਭਾਸ਼ਾ, ਉਸ ਵਿਆਕਰਨ ਦੇ ਵਿੱਚ, ਉਸ ਸਲੋਗਨ ਦੇ ਨਾਲ ਕਾਂਗਰਸ ਵਿੱਚ ਗੱਲ ਕਰਨ ਲਈ ਕਿਹੜੇ ਲੋਕ ਨੇ, ਕਾਂਗਰਸ ਕੋਲ ਕਿਹੜਾ ਬਿਆਨੀਆ ਹੈ, ਕਾਂਗਰਸ ਕੋਈ ਅਜਿਹਾ ਨੈਰੇਟਿਵ ਨਹੀਂ ਬਣਾ ਪਾ ਰਹੀ। ਤੇ ਕੀ ਉਹਦਾ ਇੱਕ ਰੀਜ਼ਨ, ਇੱਕ ਤੁਸੀਂ ਕਿਹਾ ਵੀ ਚਲੋ ਮੋਰਲ ਕਰੇਜ ਉਹ ਨਹੀਂ ਹੈ, ਉਹ ਇਮੇਜਿਨੇਸ਼ਨ ਨਹੀਂ ਹੈ, ਮੈਂ ਪੁੱਛ ਉਹ ਲੀਡਰਸ਼ਿਪ ਵੀ ਨਹੀਂ ਹੈ, ਕਿ ਇਹ ਮੌਕਾ ਨਹੀਂ ਹੈ? ਤੇ ਜੇ ਇਹ ਮੌਕਾ ਨਹੀਂ ਹੈ ਤਾਂ ਬਾਕੀ ਮੌਕਾ ਕਿਹੜਾ ਬਚਿਆ? ਬਹੁਤ ਸਾਰੇ ਸਵਾਲ ਨੇ। ਮੈਂ ਬ੍ਰੇਕ ਲਈ ਰੁਕ ਰਿਹਾ,
ਤੇ ਫਿਰ ਨਾ ਮੈਂ ਭੁੱਲਣਾ ਜਾਵਾਂ, ਮੈਂ ਤੁਹਾਨੂੰ ਪੰਜਾਬ ਵੀ ਲੈ ਕੇ ਆਣਾ। ਤੁਸੀਂ ਕੇਜਰੀਵਾਲ ਦਾ ਇੰਨੀ ਵਾਰੀ ਨਾਂ ਲਿਆ ਤੇ ਉਹ ਤੇ ਚੱਲੇ ਹੋਏ ਨੇ ਉੱਥੋਂ, ਗੱਡੀ 'ਚ ਬੈਠੇ ਹੋਏ ਨੇ, ਉਹਨਾਂ ਨੇ ਤੇ ਪੰਜਾਬ ਆਣਾ ਤੇ ਪੰਜਾਬ 'ਚ ਰਾਜ ਕਰਨਾ ਹੈ। ਇਹ ਇੱਥੇ ਫਿਰ ਰਾਜ ਕਿਵੇਂ ਕਰਨਾ ਹੈ ਜੇ ਪੋਲਿਟਿਕਸ ਇਹਨਾਂ ਨੇ ਉੱਥੇ ਉਹ ਵਾਲੀ ਚਲਾਈ ਹੈ? ਕਿਉਂਕਿ ਪੰਜਾਬੀ ਤਾਂ ਇੱਥੋਂ ਬੈਠ ਕੇ ਦਿੱਲੀ ਨੂੰ ਦੇਖਦੇ ਨੇ ਤੇ ਫਿਰ ਵਿਚਾਰ ਕਰਨਗੇ ਵੀ ਵੋਟ ਕਿਹਨੂੰ ਪਾਣੀ ਹੈ। ਇਹਦੇ ਬਾਰੇ ਗੱਲ ਕਰਾਂਗੇ ਬਟ ਆਫਟਰ ਦਿਸ ਬ੍ਰੇਕ। ਬ੍ਰੇਕ ਤੋਂ ਬਾਅਦ ਫਿਰ ਸਵਾਗਤ ਹੈ। ਚਰਚਾ ਕਰ ਰਹੇ ਹਾਂ ਕਾਂਗਰਸ ਬਾਰੇ, ਜੋ ਹਾਲਾਤ ਕਾਂਗਰਸ ਦੇ ਹੋਏ ਪਏ ਨੇ, ਤੇ ਪੰਜਾਬ ਬਾਰੇ ਵੀ ਚਰਚਾ ਕਰਨ ਜਾ ਰਹੇ ਹਾਂ ਕਿ ਜੇ ਕੇਜਰੀਵਾਲ ਦੀ ਰਾਜਨੀਤੀ ਉੱਥੇ ਕੁਝ ਹਿੰਦੂਤਵਾ ਦੇ ਐਲੀਮੈਂਟਸ ਨਾਲ ਲੈ ਕੇ, ਕੁਝ ਤੁਹਾਨੂੰ ਕੋਈ ਮੁਸ਼ਕਲ ਨਾ ਆ ਜਾਵੇ ਕਰਪਸ਼ਨ ਦੂਰ ਕਰਕੇ, ਤੇ ਕੁਝ ਫ੍ਰੀ ਬਿਜਲੀ ਪਾਣੀ ਦੇ ਕੇ, ਕੀ ਉਸ ਕਿਸਮ ਦੀ ਰਾਜਨੀਤੀ ਇੱਥੇ ਵੀ ਆ ਸਕਦੀ ਹੈ? ਤੇ ਜੇ ਇੱਥੇ ਉਹ ਰਾਜਨੀਤੀ ਆਉਂਦੀ ਹੈ ਤਾਂ ਫਿਰ ਇੱਥੇ ਕਾਂਗਰਸ ਕਿਹੜੀ ਰਾਜਨੀਤੀ ਕਰੇਗੀ ਤੇ ਅਕਾਲੀ ਫਿਰ ਕਿਹੜੇ ਪਾਸੇ ਤੇ ਕਿਸ ਖਾਤੇ ਭੁਗਤਣਗੇ? ਸਾਡੇ ਨਾਲ ਚਰਚਾ ਵਿੱਚ ਸ਼ਾਮਿਲ ਨੇ ਡਾਕਟਰ ਪ੍ਰਮੋਦ ਕੁਮਾਰ ਜੀ। ਡਾਕਟਰ ਪ੍ਰਮੋਦ ਕੁਮਾਰ ਜੀ, ਸਵਾਲ ਤੁਸੀਂ ਸਾਰੇ ਸੁਣ ਲਏ ਨੇ ਹਾਲਤ ਕਾਂਗਰਸ ਦੀ, ਤੇ ਮੈਂ ਕੀ ਦੱਸਾਂ, ਮੈਂ ਅੱਜ ਜੋ ਦੇਖ ਰਿਹਾ ਸੀਗਾ ਵੀ ਯੂਪੀ ਦੇ ਵਿੱਚ 7 ਕੁ MLA ਨੇ, 2 ਉਹਨਾਂ ਦੇ ਵਿੱਚੋਂ ਜਿਹੜੇ ਨੇ ਉਹ ਰਾਏ ਬਰੇਲੀ ਦੇ ਹੀ ਨੇ। ਦੋਨੋਂ ਦੇ ਦੋਨੋਂ, ਇੱਕ ਤਾਂ ਰਾਕੇਸ਼ ਸਿੰਘ ਨੇ ਜਿਹੜੇ ਨਰਿੰਦਰ ਮੋਦੀ ਦਾ ਜਨਮ ਦਿਨ ਮਨਾਉਂਦੇ ਨੇ ਤੇ ਹਵਨ ਕਰਦੇ ਨੇ, ਤੇ ਦੂਸਰੇ ਅਦਿਤੀ ਸਿੰਘ ਹੈ ਜਿਹੜੀ ਪੰਜਾਬ ਦੇ MLA ਕਿਸੇ ਨੂੰ ਹੀ ਮੈਰਿਡ ਹੈ, ਨਵਾਂ ਸ਼ਹਿਰ ਵਾਲਿਆਂ ਦੇ, ਤੇ ਉੱਥੇ ਉਹ ਸਰੇਆਮ 370 ਦੇ ਮਾਮਲੇ ਦੇ ਵਿੱਚ, ਹਰ ਮਾਮਲੇ ਦੇ ਵਿੱਚ BJP ਦੇ ਨਾਲ ਖੜੀ ਹੁੰਦੀ ਹੈ। ਸੋਨੀਆ ਗਾਂਧੀ ਦੀ ਸੀਟ ਹੈ, ਜੇ ਉੱਥੋਂ ਦੇ MLA ਕਾਂਗਰਸ ਨੂੰ ਸਰੇਆਮ ਚੈਲੰਜ ਕਰ ਰਹੇ ਨੇ, ਸੋਨੀਆ ਗਾਂਧੀ ਨੂੰ ਚੈਲੰਜ ਕਰ ਰਹੇ ਨੇ, ਤੇ ਤੁਸੀਂ ਉਹਨਾਂ ਨੂੰ ਡਿਸਕੁਆਲੀਫਾਈ ਨਹੀਂ ਕਰਾ ਸਕਦੇ। ਕਾਂਗਰਸ ਇੱਕ ਅਰਜ਼ੀ ਨਹੀਂ ਦੇ ਰਹੀ ਅਸੈਂਬਲੀ ਦੇ ਸਪੀਕਰ ਨੂੰ ਰਾਕੇਸ਼ ਸਿੰਘ ਨੂੰ ਡਿਸਕੁਆਲੀਫਾਈ ਕੀਤਾ ਜਾਵੇ। ਅਜੇ ਵਿੱਚ ਪਾਵਰਲੈਸਨੈਸ ਪਾਰਟੀ ਦੀ ਪੂਰੇ ਦੇਸ਼ ਨੂੰ ਪਤਾ ਲੱਗੀ ਹੈ। ਜੇ ਮੇਰੀ ਪਾਵਰਲੈਸਨੈਸ ਸਭ ਨੂੰ ਪਤਾ ਲੱਗੀ ਹੈ ਤੇ ਮੈਂ ਵੱਡੀ ਪਾਰਟੀ ਹਾਂ ਤਾਂ ਮੈਂ ਕੁਝ ਬਹੁਤ ਇਨਕਲਾਬੀ ਕਰਾਂਗਾ, ਮੇਰੇ ਕੋਲ ਹੋਰ ਕੋਈ ਚਾਰਾ ਨਹੀਂ ਹੈ। ਕਾਂਗਰਸ ਕਦੋਂ ਜਾ ਕੇ ਇਹ ਸੋਚੇਗੀ ਕਿ ਹੁਣ ਕੁਝ ਵੱਡਾ ਕਰਨਾ ਪਵੇਗਾ, ਤੇ ਪੰਜਾਬ ਵਿੱਚ ਇਹ ਕੀ ਕਰੇਗੀ? ਦੇਖੋ, ਮੈਂ ਪੰਜਾਬ ਤੇ ਬਿਲਕੁਲ ਆਉਣਾ। ਮੈਂ ਇੱਕ ਗੱਲ ਪਹਿਲੇ ਵਾਲੇ ਡਿਬੇਟ 'ਚ ਕਹਿਣਾ ਚਾਹੁੰਦਾ। ਮੈਂ ਕਿਸੇ ਇੱਕ ਡਿਬੇਟ 'ਚ ਅਰਨਬ ਗੋਸਵਾਮੀ ਜੀ ਨਾਲ ਸੀਗਾ ਤੇ ਉਹ ਮੈਨੂੰ ਇਹ ਕਹਿ ਰਹੇ ਸੀ ਵੀ ਕਸਬ ਨੂੰ ਜਿਹੜਾ ਜਿਹਨੇ ਕਾਤਲ ਸੀ ਜਿਹਨੇ ਪਾਰਲੀਮੈਂਟ ਦਾ ਅਟੈਕ ਨਹੀਂ ਬੰਬੇ ਅਟੈਕ ਵਾਲਾ, ਕਿ ਉਹਨੂੰ ਜਲਦੀ ਤੋਂ ਜਲਦੀ ਫਾਂਸੀ ਲਾਣਾ ਚਾਹੀਦਾ। ਤੇ ਜਿਹੜਾ ਸਾਡਾ ਜੁਡੀਸ਼ੀਅਲ ਸਿਸਟਮ ਹੈ ਬੜਾ ਸਲੋ ਹੈ ਤੇ ਸਾਨੂੰ ਜਲਦੀ ਲਾਣਾ ਚਾਹੀਦਾ। ਤੇ ਮੈਂ ਉਹਨੂੰ ਕਿਹਾ ਵੀ ਨਹੀਂ, ਇਹ ਜਸਟਿਸ ਦਾ ਸਿਸਟਮ ਹੈ, ਇਹਨੂੰ ਚੱਲਣਾ ਜਾਣਾ ਚਾਹੀਦਾ। ਤੇ ਉਹ ਮੇਰੇ ਤੋਂ ਨਾਰਾਜ਼ ਹੋ ਗਿਆ ਤੇ ਉਹ ਕਹਿੰਦਾ ਵੀ ਕੰਟਰੀ ਜਿਹੜੇ ਸਟਰੋਂਗ ਤਦ ਅਮਰਜ ਹੁੰਦੇ ਨੇ ਜੇ ਇਹਨਾਂ ਨੂੰ ਫਾਂਸੀ ਲਾ ਦੇਣ। ਤੇ ਹੁਣ ਇਹਦੇ 'ਚ ਕੀ ਮੁੱਦਾ ਨਿਕਲਿਆ? ਮੁੱਦਾ ਇਹ ਨਿਕਲਿਆ ਕਿ ਦੇਸ਼ ਜਸਟਿਸ ਡਿਲੀਵਰੀ ਕਰਕੇ ਸਟਰੋਂਗ ਹੁੰਦੇ ਨੇ ਕਿ ਲੋਕਾਂ ਨੂੰ ਫਾਂਸੀ ਲਾ ਕੇ ਸਟਰੋਂਗ ਹੁੰਦੇ ਨੇ। ਤੇ ਫਾਂਸੀ ਜਿਹੜਾ ਨੈਸ਼ਨਲਿਜ਼ਮ ਨਾਲ ਜੋੜਤਾ ਗਿਆ, ਜਸਟਿਸ ਨੂੰ ਨੈਸ਼ਨਲਿਜ਼ਮ ਤੋਂ ਕੱਢਤਾ ਗਿਆ, ਜਸਟਿਸ ਕੋਈ ਬੈਕਵਰਡ ਚੀਜ਼ ਹੋ ਗਈ, ਉਹਨੂੰ ਕੱਢਤਾ ਗਿਆ। ਔਰ ਮੈਂ ਸਮਝਦਾ ਇੱਕ ਬੜੀ ਵੱਡੀ ਡਾਇਕਾਟਮੀ ਸਾਡੀ ਰਾਜਨੀਤੀ 'ਚ ਆਈ ਹੋਈ ਹੈ ਕਿ ਜਿਹਦੇ 'ਚ ਲੈਂਗੁਏਜ ਆਫ ਪਾਵਰ ਜਿਹੜੀ ਹੈ ਉਹ ਜ਼ਿਆਦਾ ਇੰਪੋਰਟੈਂਟ ਹੋ ਗਈ ਹੈ, ਲੈਂਗੁਏਜ ਆਫ ਜਸਟਿਸ ਨਹੀਂ। ਇਸੇ ਕਰਕੇ ਜਿਹੜੇ ਵੀ ਤੁਸੀਂ ਇਹ ਡਿਫੈਕਸ਼ਨਾਂ ਦੇਖਦੇ ਹੋ ਪਾਵਰ ਦੇ ਪਿੱਛੇ ਹੈ, ਨਾ ਕਿ ਕਿਸੇ ਨੂੰ ਜਸਟਿਸ ਦੇਣ ਲਈ, ਨਾ ਕੋਈ ਡਿਸਟ੍ਰੀਬਿਊਟਿਵ ਜਸਟਿਸ, ਨਾ ਦੂਸਰਾ ਜਸਟਿਸ। ਤਾਂ ਇਸ ਕਰਕੇ ਜਿਹੜੀ ਰਾਜਨੀਤੀ ਦੀ ਇਸ ਵੇਲੇ ਦਸ਼ਾ ਹੈ ਜਾਂ ਦਿਸ਼ਾ ਹੈ, ਦੋਨੋਂ ਹੀ ਇਸ ਵੇਲੇ ਪਾਵਰ ਔਰ ਸੱਤਾ ਦੇ ਪਿੱਛੇ ਨੇ। ਮਿਸ਼ਨ ਜਿਹੜਾ ਸੀ, ਮਿਸ਼ਨ ਕੋਈ ਰਾਜਨੀਤੀ ਦਾ ਨਹੀਂ ਰਿਹਾ। ਇਸੇ ਕਰਕੇ ਵਿਨੇਬਿਲਿਟੀ ਇਲੈਕਸ਼ਨ ਦੇ ਵਿੱਚ ਇੰਪੋਰਟੈਂਟ ਹੋ ਜਾਂਦੀ ਹੈ ਕਿ ਜੇ ਮੈਂ ਉਹਦਾ ਹਨੂੰਮਾਨ ਚਾਲੀਸਾ ਦਾ ਜਿਹੜਾ ਉਹ ਪਾਠ ਰਖਾਵਾਂਗਾ ਹਰ ਡਿਸਟ੍ਰਿਕਟ 'ਚ, ਹਰ ਉਹਦੇ ਕਨਸਟੀਚੁਐਂਸੀ 'ਚ, ਤੇ ਮੈਨੂੰ ਵੋਟਾਂ ਮਿਲ ਸਕਦੀਆਂ, ਤੇ ਵਿਨੇਬਿਲਿਟੀ ਇੰਪੋਰਟੈਂਟ ਹੋ ਗਈ, ਨਾ ਕਿ ਮੇਰਾ ਸਿਧਾਂਤ, ਨਾ ਮੇਰੀ ਰਾਜਨੀਤੀ, ਨਾ ਮੇਰਾ ਮਤਲਬ ਲੋਕਾਂ ਦੇ ਨਾਲ ਕੋਈ ਹੋਰ ਕਨੈਕਸ਼ਨ। ਸੋ ਮੈਨੂੰ ਇਹ ਲੱਗਦਾ ਹੈ ਜੇ ਕਾਂਗਰਸ ਪਾਰਟੀ ਇਸ ਗੱਲ ਨੂੰ ਡੀਮਿਸਟੀਫਾਈ ਕਰਦੀ, ਹਟਾ ਕੇ ਕਹਿੰਦੀ ਕਿ ਅਸੀਂ ਲੋਕਾਂ ਦੇ ਨਾਲ ਜਸਟਿਸ ਨਾਲ ਜੁੜੇ ਹਾਂ, ਅਸੀਂ ਲੋਕਾਂ ਨੂੰ ਇਨਸਾਫ ਦਿਲਾਵਾਂਗੇ, ਅਸੀਂ ਇਹ ਸੁੰਦਰਕਾਂਡ ਦਾ ਪਾਠ ਜਾਂ ਇਹ ਰਖਾ ਕੇ ਅਸੀਂ ਤੁਹਾਡੀਆਂ ਵੋਟਾਂ ਨਹੀਂ ਲੈਣਾ ਚਾਹੁੰਦੇ। ਪੋਲੀਟੀਕਲ ਕਰੇਜ ਕਿਹਦੇ ਕੋਲ ਹੈ ਕਿ ਕਾਂਗਰਸ ਇਹ ਬਿਆਨੀਆਂ ਲਾਵੇ, ਕਾਂਗਰਸ ਆਪਣੇ ਆਪ ਨੂੰ ਇਸ ਖਤਰੇ 'ਚ ਪਾਵੇ ਕਿ ਅਮਿਤ ਸ਼ਾਹ ਸਵੇਰੇ ਉੱਠ ਕੇ ਬਿਆਨ ਦੇਣ ਕਿ ਕਾਂਗਰਸ ਐਂਟੀ ਹਿੰਦੂ ਗੱਲਾਂ ਕਰ ਰਹੀ ਹੈ। ਕਾਂਗਰਸ ਨੂੰ ਕੀ ਪ੍ਰੋਬਲਮ ਹੈ ਸੁੰਦਰਕਾਂਡ ਦੇ ਪਾਠ ਦੇ ਨਾਲ? ਕੀ ਕਾਂਗਰਸ ਨੂੰ ਹਨੂੰਮਾਨ ਚੰਗੇ ਨਹੀਂ ਲੱਗਦੇ? ਇਹ ਤਮਾਮ ਇਮੀਡੀਏਟਲੀ ਬਿਆਨੀਆਂ ਸ਼ੁਰੂ ਹੋ ਜਾਣਗੇ। ਨਹੀਂ, ਇਹ ਬਿਲਕੁਲ ਹੋ ਜਾਣਗੇ, ਪਰ ਮੈਂ ਜਿਹੜਾ ਤੁਸੀਂ ਕਿਹਾ ਪੰਜਾਬ ਦੇ ਕੰਟੈਕਸਟ 'ਚ, ਮੈਂ ਇੱਕ ਗੱਲ ਬਿਲਕੁਲ ਕਹਿਣਾ ਚਾਹੁੰਦਾ ਕਿ ਜਿਹੜੀ ਪੋਜੀਸ਼ਨ CAA ਤੇ ਜਿਹੜਾ ਸਿਟੀਜ਼ਨ ਅਮੈਂਡਮੈਂਟ ਐਕਟ ਤੇ ਤਿੰਨੋਂ ਪਾਰਟੀਆਂ ਨੇ ਲਈ ਹੈ, ਉਹ ਬੜੀ ਇੰਟਰਸਟਿੰਗ ਪੋਜੀਸ਼ਨ ਹੈ ਕਿ ਪੋਲੀਟੀਕਲ ਲੈਵਲ ਤੇ ਤਿੰਨੋਂ ਪਾਰਟੀਆਂ ਨੇ ਕਿਹਾ ਕਿ ਅਸੀਂ ਇਹਨੂੰ ਅਪੋਜ਼ ਕਰਦੇ ਹਾਂ। ਇਹਦੇ 'ਚ ਮਿਨੋਰਟੀ ਦਾ ਰੈਫਰੈਂਸ ਹੋਣਾ ਚਾਹੀਦਾ ਸੀ। ਬਿਲਕੁਲ ਬਿਲਕੁਲ। ਅਕਾਲੀ ਦਲ ਨੇ
ਇਹ ਕਿਹਾ ਵੀ ਜੋ ਸਿੱਖਾਂ ਦਾ ਫਾਇਦਾ ਹੁੰਦਾ ਅਫਗਾਨਿਸਤਾਨ ਤੋਂ ਆਉਂਦੇ ਹਜ਼ਾਰਾਂ ਨੂੰ ਮਿਲ ਰਿਹਾ ਸੀਗਾ, ਸਿਟੀਜ਼ਨਸ਼ਿਪ ਮਿਲ ਰਹੀ ਸੀਗੀ, ਅਸੀਂ ਉਹਨਾਂ ਪੋਲੀਟੀਕਲ ਪਾਰਟੀ ਲਈ ਮੁਸ਼ਕਲ ਹੋ ਜਾਂਦਾ ਕਿ ਮੈਂ ਇਹੋ ਜਿਹਾ ਸਟੈਂਡ ਲਵਾਂ ਕਿ ਉਹਨਾਂ ਨੂੰ ਸਿਟੀਜ਼ਨਸ਼ਿਪ ਨਾ ਮਿਲੇ। ਨਹੀਂ, ਉਹਨਾਂ ਨੂੰ ਮੈਂ ਸਪੋਰਟ ਕਰਦਾ, ਪਰ ਮੈਂ ਮੇਰੀ ਪੋਜੀਸ਼ਨ ਮਿਨੋਰਟੀ ਦੇ ਹੱਕ ਦੇ which is something he said right on the floor of parliament। ਨਹੀਂ, ਇਹਦੇ 'ਚ ਮੈਨੂੰ ਜਿਹੜੀ ਇੰਟਰਸਟਿੰਗ ਗੱਲ ਇਹ ਲੱਗੀ ਕਿ ਮਿਨੋਰਟੀ ਕੌਣ ਹੈ ਪੰਜਾਬ 'ਚ? ਹਿੰਦੂ। ਤੇ ਜਿਹੜਾ ਅਕਾਲੀ ਦਲ ਇਹ ਕਹਿ ਰਿਹਾ ਹੈ ਕਿ ਅਸੀਂ ਮਿਨੋਰਟੀ ਦੇ ਪੀਸ ਔਰ ਹਾਰਮਨੀ ਰੱਖਣ ਲਈ ਇਹ ਗੱਲ ਕਹਿ ਰਹੇ ਹਾਂ, ਇਹਦਾ ਮਤਲਬ ਹਿੰਦੂ ਮਿਨੋਰਟੀ ਦੇ ਹੱਕ 'ਚ ਖੜੇ ਹੋ ਕੇ ਇਹ ਗੱਲ ਕਹਿ ਰਹੇ ਆ। ਹੁਣ ਇਹ ਬੀਜੇਪੀ ਇਸ ਗੱਲ ਨੂੰ ਕਿੱਦਾਂ ਸਮਝੇਗੀ ਕਿ ਇੱਕ ਰੀਜਨਲ ਪਾਰਟੀ ਹੈ, ਉਹ ਉੱਥੇ ਰਾਜ ਕਰਦੀ ਹੈ, ਉੱਥੇ ਹੀ ਉਹਦੇ ਕਲਚਰ 'ਚ ਡਿਵੈਲਪ ਹੋਈ ਹੈ ਜਿੱਥੇ ਮਿਨੋਰਟੀ ਜਿਹੜੀ ਹੈ ਹਿੰਦੂਆਂ ਦੀ ਹੈ, ਉੱਥੇ ਮੁਸਲਿਮ ਮਿਨੋਰਟੀ ਨਹੀਂ ਹੈ। ਹੁਣ ਜਦੋਂ ਇਹ ਮਿਨੋਰਟੀ ਤੇ ਸ਼ਾਇਦ ਮੈਂ ਸਮਝਦਾ ਵੀ ਅਕਾਲੀ ਦਲ ਨੇ ਬੜੀ ਵੱਡੀ ਕੰਟਰਾਡਿਕਸ਼ਨ ਨੈਸ਼ਨਲ ਪੋਲਿਟਿਕਸ 'ਚ ਲਿਆਂਦੀ ਹੈ, ਜਿਹਦੇ 'ਚ ਅਲੱਗ-ਅਲੱਗ ਜਗ੍ਹਾ ਤੇ ਅਲੱਗ-ਅਲੱਗ ਮਿਨੋਰਟੀਜ਼ ਹੈਗੀਆਂ ਔਰ ਉਹਨਾਂ ਦੇ ਬਾਰੇ ਕੀ ਰਾਜਨੀਤੀ ਹੋਣੀ ਚਾਹੀਦੀ ਹੈ। ਮੈਂ ਸਮਝਦਾ ਇੱਕ ਨਵਾਂ ਮੁੱਦਾ ਰਾਜਨੀਤੀ 'ਚ ਹੈ, ਵੈਰੀ ਕੰਪਲੈਕਸ, ਜਿਵੇਂ ਕਸ਼ਮੀਰ 'ਚ ਹੈ। ਬਿਲਕੁਲ, ਕਸ਼ਮੀਰ 'ਚ ਹਿੰਦੂ ਮਿਨੋਰਟੀ 'ਚ ਹੈ, ਬ੍ਰਾਹਮਣ ਜਿਹੜੇ ਪੰਡਿਤ, ਜਿਹੜੇ ਕਸ਼ਮੀਰੀ ਪੰਡਿਤ, ਉਹਨਾਂ ਦੇ ਬਾਰੇ ਜਦੋਂ ਅਸੀਂ ਰਾਈਟ ਦੀ ਗੱਲ ਕਰਦੇ ਹਾਂ ਕਿ ਪੰਜਾਬੀ ਹਿੰਦੂ ਨੂੰ ਜਿਹੜੀ ਪਾਰਟੀ ਡਿਫੈਂਡ ਕਰੇ ਕਿ ਮੈਂ ਇਸ ਮਿਨੋਰਟੀ ਦੇ ਨਾਲ ਹਾਰਮਨੀ ਰੱਖਣੀ ਹੈ, ਪੀਸ ਰੱਖਣਾ ਹੈ, ਤੇ ਤੁਸੀਂ ਉਹਨੂੰ ਕਹੋ ਕਿ ਇਹ ਤਾਂ ਗਲਤ ਹੈ, ਤੇ ਮੈਂ ਸਮਝਦਾ ਵੀ ਕਿਤੇ ਕੰਟਰਾਡਿਕਸ਼ਨ ਉੱਭਰ ਕੇ ਆ ਰਹੀ ਹੈ। ਸੋ ਮੈਨੂੰ ਇੱਕ ਪੰਜਾਬ ਦੀ ਰਾਜਨੀਤੀ 'ਚ ਇੱਕ ਨਵੀਂ ਜਿਹੜੀ ਇੱਕ ਗੱਲ ਨਜ਼ਰ ਆਉਂਦੀ ਹੈ ਉਹ ਇਹ ਹੈ। ਅੱਛਾ, ਪੰਜਾਬ ਦੀ ਕਾਂਗਰਸ ਬਾਰੇ ਕੀ ਖਿਆਲ ਹੈ? ਕਿਉਂਕਿ ਪੰਜਾਬ ਦੀ ਕਾਂਗਰਸ ਵੀ ਬੜੀ ਕੰਪਲੈਕਸ ਜੀ ਗੇਮ ਪਲੇ ਕਰਦੀ ਹੈ। ਅਮਰਿੰਦਰ ਸਿੰਘ ਹਰੀ ਪ੍ਰੈਗਮੈਟਿਕਲੀ ਜਿਸ ਵੇਲੇ ਪੋਲਿਟਿਕਸ ਕਰਦੇ ਨੇ ਤਾਂ ਐਕਸ਼ਨਸ ਉਹਨਾਂ ਦੇ ਸਾਰੇ ਭਾਜਪਾ ਦੇ ਨੇੜੇ ਜਾਪਦੇ ਨੇ। ਬਿਆਨ ਉਹਨਾਂ ਦਾ ਰਾਹੁਲ ਗਾਂਧੀ ਦੇ ਬਿਆਨ ਨੂੰ ਇਕੋ ਕਰਦਾ ਹੈ, ਕਦੀ ਕਦੀ ਕਰਦਾ, ਉਹਨੂੰ ਉਹਨੇ ਜ਼ੋਰ ਨਾਲ ਰੇਖਾਂਕਿਤ ਨਹੀਂ ਕਰਦੇ, ਉਹਨੂੰ ਇੰਨੇ ਜ਼ੋਰ ਨਾਲ ਅੰਡਰਲਾਈਨ ਨਹੀਂ ਕਰਦੇ। ਸੋ ਕਿਉਂਕਿ ਉਹ ਵੀ ਹਿੰਦੂਤਵਾ ਵਾਲੀ ਕੋਈ ਵੋਟ ਗਵਾਉਣਾ ਵੀ ਨਹੀਂ ਚਾਹ ਰਹੇ। ਦੇਖੋ, ਇੱਕ ਜਿਹੜੀ ਕਾਂਗਰਸ ਦੇ ਕੇਸ 'ਚ ਮੈਂ ਜਿਹੜੀ ਗੱਲ ਕਹਿਣਾ ਚਾਹੁੰਦਾ, ਕਾਂਗਰਸ ਔਰ ਰਾਹੁਲ ਗਾਂਧੀ ਦਾ ਪੰਜਾਬ ਦੀ ਕਾਂਗਰਸ ਤੇ ਕਿੰਨਾ ਕੁ ਕੰਟਰੋਲ ਹੈ, ਮੈਂ ਇਹ ਵੀ ਪੁੱਛਣਾ ਚਾਹੁੰਦਾ। ਨਹੀਂ, ਕਾਂਗਰਸ ਪਾਰਟੀ ਕਾਮਯਾਬ ਪੰਜਾਬ 'ਚ ਇਸ ਕਰਕੇ ਹੋਈ ਕਿ ਇਹਨਾਂ ਨੇ ਪਹਿਲੀ ਵਾਰ ਪਿਛਲੇ 2 ਇਲੈਕਸ਼ਨਾਂ 'ਚ ਨੈਸ਼ਨਲ ਇਸ਼ੂ ਨੂੰ ਵੀ ਰੀਜਨਲਾਈਜ਼ ਕੀਤਾ ਔਰ ਰੀਜਨਲ ਇਸ਼ੂ ਜਿਹੜੇ ਲੋਕਲ ਮੁੱਦੇ ਸੀ ਉਹਨਾਂ ਨੂੰ ਨੈਸ਼ਨਲ ਪੱਧਰ ਤੇ ਲੈ ਕੇ ਗਏ। ਤਾਂ ਉਹ ਅਰੁਣ ਜੇਤਲੀ ਨੂੰ ਜਦੋਂ ਹਰਾਇਆ ਉੱਥੇ ਕੈਪਟਨ ਅਮਰਿੰਦਰ ਸਿੰਘ ਨੇ, ਉਹਨਾਂ ਨੇ ਨੈਸ਼ਨਲ ਇਸ਼ੂਜ਼ ਨੂੰ ਵੀ ਰੀਜਨਲ ਲੈਵਲ ਤੇ ਰੀਜਨਲਾਈਜ਼ ਕਰ ਲਿਆ ਔਰ ਰੀਜਨਲ ਇਸ਼ੂਜ਼ ਨੂੰ ਨੈਸ਼ਨਲਾਈਜ਼ ਕਦੀ ਕਰ ਕੀਤਾ, ਤੇ ਜਿਹੜਾ ਕਿ ਜਿਹਦੇ ਕਰਕੇ ਉਹਨਾਂ ਦਾ ਕਨੈਕਟ ਲੋਕਾਂ ਨਾਲ ਬਣਿਆ ਔਰ ਉਹ ਅਰੁਣ ਜੇਤਲੀ ਜੀ ਦਾ ਨਹੀਂ ਬਣ ਪਾਇਆ। ਸੋ ਕਾਂਗਰਸ ਪਾਰਟੀ ਹੁਣ ਉਸ ਮੁੱਦੇ ਤੋਂ ਹਟ ਗਈ ਹੈ। ਹੁਣ ਕਾਂਗਰਸ ਪਾਰਟੀ, ਜਦੋਂ ਤੁਸੀਂ ਗੱਲ ਕਹਿ ਰਹੇ ਹੋ ਕਿ ਬੀਜੇਪੀ ਦੇ ਨਾਲ ਨੈਸ਼ਨਲ ਮੁੱਦੇ ਦੇ ਨਾਲ ਉਧਰ ਕਦੀ ਜਾਂਦੇ ਲੱਗਦੇ ਨੇ, ਕਦੀ, ਇਹਦਾ ਮਤਲਬ ਜਿਹੜਾ ਰੀਜਨਲ ਥਰਸਟ ਹੈ, ਜਿਹੜਾ ਮੈਂ ਤੁਹਾਨੂੰ ਹੁਣੇ ਪਹਿਲੇ ਦੱਸ ਕੇ ਹਟਿਆ ਕਿ ਅਕਾਲੀ ਦਲ ਤਾਂ ਹਿੰਦੂ ਮਿਨੋਰਟੀ ਦੀ ਗੱਲ ਕਰ ਰਿਹਾ, ਪਰ ਅਕਾਲੀ ਦਲ ਤੇ ਕੋਲ ਇੱਕ ਰੀਜਨਲ ਥਰਸਟ ਵੀ ਹੈਗਾ। ਹਾਂ, ਕਾਂਗਰਸ ਨਹੀਂ ਕਰ ਰਹੀ, ਕਾਂਗਰਸ ਰੀਜਨਲ ਮੁੱਦਿਆਂ ਨੂੰ ਨਹੀਂ ਉਭਾਰ ਰਹੀ। ਆਮ ਆਦਮੀ ਪਾਰਟੀ ਕੀ ਕਰੇਗੀ? ਜਿਹੜਾ ਕਿ ਰੀਜਨਲ ਦਾ ਮੁੱਦਾ ਕਾਂਗਰਸ ਨੇ ਪਹਿਲੇ ਰੇਜ਼ ਕੀਤਾ ਸੀ ਕਿ ਆਪਣੇ ਆਪ ਨੂੰ ਰੀਜਨਲ ਲੀਡਰਸ਼ਿਪ ਦਾ ਕਹਿ ਕੇ, ਤੇ ਜਿਹੜਾ ਕਿ ਐਡਵਾਂਟੇਜ ਕੈਪਟਨ ਅਮਰਿੰਦਰ ਸਿੰਘ ਨੂੰ ਨੈਸ਼ਨਲ ਲੈਵਲ ਤੇ ਮਿਲਿਆ ਕਿ ਇੱਕ ਰੀਜਨ ਲੀਡਰ ਨੇ, ਇੱਕ ਰੀਜਨ ਨੂੰ ਰਿਪਰੈਜ਼ੈਂਟ ਕਰਦੇ ਨੇ, ਲੋਕੀ ਇਹਨਾਂ ਨਾਲ ਜੁੜੇ ਹੋਏ ਨੇ। ਅਮਰਿੰਦਰ ਸਿੰਘ ਜੀ ਅਕਾਲੀ ਲੱਗਣ ਲੱਗੇ ਸੀਗੇ ਉਹਨਾਂ ਦਿਨਾਂ 'ਚ, ਤੇ ਉਹਦੇ ਨਾਲ ਹੋਇਆ ਕੀ ਹੈ, ਹੁਣ ਇਸ ਵੇਲੇ ਆ ਕੇ ਇੱਕ ਡ੍ਰਿਫਟ ਲੱਗਦੀ ਹੈ ਕਾਂਗਰਸ ਦੇ ਸਟੈਂਡ 'ਚ। ਸੋ ਜਦ ਕਿ ਔਰ ਅਕਾਲੀ ਦਲ ਦਾ, ਜੇ ਅਕਾਲੀ ਦਲ ਜਦ ਤੱਕ ਬੀਜੇਪੀ ਤੋਂ ਨਹੀਂ ਹਟਦੀ ਨਾਲ, ਤਦ ਤੱਕ ਇਹਨਾਂ ਦਾ ਰੀਜਨਲ ਕਰੈਕਟਰ ਉੱਭਰ ਕੇ ਅੱਗੇ ਨਹੀਂ ਆ ਸਕਦਾ। ਕੈਨ ਅਕਾਲੀ ਦਲ ਡੂ ਬੋਥ, ਕਿ ਤੁਸੀਂ ਬੀਜੇਪੀ ਦੇ ਨਾਲ, ਉੱਥੇ ਤਾਂ ਸ਼ਿਵ ਸੈਨਾ ਤੇ ਕਾਂਗਰਸ ਇਕੱਠੇ ਤੁਰੇ ਫਿਰਦੇ ਨੇ। ਸੋ ਮੈਨੂੰ ਲੱਗਦਾ ਨਹੀਂ ਕਿ ਰਾਜਨੀਤੀ ਦੇ ਵਿੱਚ ਕੁਝ ਵੀ ਇੰਪੋਸੀਬਲ ਹੁਣ ਰਹਿ ਗਿਆ ਕਿ ਅਕਾਲੀ ਦਲ ਆਪਣਾ ਬੀਜੇਪੀ ਦੇ ਨਾਲ ਨਾਤਾ ਰੱਖਦਿਆਂ ਹੋਇਆ ਰੀਜਨਲ ਮੁੱਦਿਆਂ ਦੀ ਵੱਡੇ ਪੱਧਰ ਦੇ ਉੱਤੇ ਅਜਾਰੇਦਾਰੀ ਕਰ ਸਕਦਾ ਹੈ, ਕਿਉਂਕਿ ਇਹ ਅਜਾਰੇਦਾਰੀ ਉਹਨਾਂ ਕੋਲ ਇੱਕ ਲੰਬਾ ਸਮਾਂ ਰਹੀ ਹੈ। ਤੇ ਆਮ ਆਦਮੀ ਪਾਰਟੀ ਨੂੰ ਫਿਰ ਫੋਰਸ ਹੋਣਾ ਪਵੇਗਾ, ਉਸ ਨੂੰ ਅਕਾਲੀ ਦਲ ਫੋਰਸ ਕਰ ਦੇਗਾ, ਕਿਉਂਕਿ ਇਨ ਕੰਪੀਟੀਸ਼ਨ ਫਿਰ ਕਾਂਗਰਸ ਨੂੰ ਵੀ ਕੁਝ ਕਰਨਾ ਪਏਗਾ। ਫਿਰ ਆਮ ਆਦਮੀ ਪਾਰਟੀ ਕੀ ਕਰੇਗੀ? ਆ ਕੇ ਸਾਰੇ ਸਵਾਲ ਪੁੱਛਣਗੇ ਆ ਕੇ, ਬਈ ਭਾਈ ਚੰਡੀਗੜ੍ਹ ਤੇ ਵੀ ਗੱਲ ਕਰੋ, SIL ਤੇ ਵੀ ਗੱਲ ਕਰੋ, ਸਿੱਖਾਂ ਦੇ ਖਦਸ਼ਿਆਂ ਤੇ ਵੀ ਗੱਲ ਕਰੋ, ਕਰਤਾਰਪੁਰ ਕੋਰੀਡੋਰ ਤੇ ਵੀ ਗੱਲ ਕਰੋ। ਹੁਣ ਮੈਂ ਆਮ ਆਦਮੀ ਪਾਰਟੀ ਵੀ ਆ ਜਾਂਦਾ। ਆਮ ਆਦਮੀ ਪਾਰਟੀ ਨੇ ਜਦੋਂ ਆਪਣੇ ਆਪ ਨੂੰ ਹਿੰਦੂਤਵਾ ਨਾਲ ਜੋੜ ਲਿਆ ਨੈਸ਼ਨਲ ਲੈਵਲ ਤੇ ਦਿੱਲੀ ਇਲੈਕਸ਼ਨ 'ਚ, ਹੁਣ ਉਹਨਾਂ ਹੀ ਉਹਨਾਂ ਦਾ ਡਿਸਟੈਂਸ ਪੰਜਾਬ ਤੋਂ ਵੱਧ ਗਿਆ, ਕਿਉਂਕਿ ਪੰਜਾਬ ਇੱਕ ਉਹ ਸਟੇਟ ਹੈਗੀ ਹੈ ਜਿਹਦੇ 'ਚ ਮਲਟੀ ਕਲਚਰ, ਮਲਟੀ ਰਿਲੀਜਨ ਚੱਲਦਾ ਹੈ। ਔਰ ਤੁਸੀਂ ਇੱਕ ਬੜੀ, ਤੁਹਾਨੂੰ ਮੈਂ ਇੰਟਰਸਟਿੰਗ ਗੱਲ ਦੱਸਦਾ, 67 ਸੀਟਾਂ ਨੇ ਕੇਜਰੀਵਾਲ ਦਾ ਪੰਜਾਬ 'ਚ ਜ਼ਮੀਨ ਜਿਹੜੀ ਆ ਉਹ ਗਰਮ ਕਰ ਦਿੱਤੀ, ਪੰਜਾਬ 'ਚ ਮੁਸ਼ਕਲ ਕਰਤੀ। ਕਿਉਂਕਿ ਜਿਹੜਾ ਨੈਸ਼ਨਲ ਲੈਵਲ ਤੇ ਤੁਸੀਂ ਸਟੈਂਡ ਲਿਆ ਔਰ ਪੰਜਾਬ 'ਚ ਉਹ ਸਟੈਂਡ ਨਹੀਂ ਚੱਲਦਾ। ਉਹਦਾ ਰੀਜ਼ਨ ਹੈ ਕਿ ਜਦੋਂ ਮੋਦੀ ਜੀ ਦੀ ਪਪੂਲੈਰਿਟੀ ਬੀਜੇਪੀ ਦੀ ਪੀਕ ਤੇ ਸੀ,
ਉਹ ਪੰਜਾਬ 'ਚ ਅਰੁਣ ਜੇਤਲੀ ਜੀ ਹਾਰੇ, ਉਸ ਤੋਂ ਬਾਅਦ ਹਰਦੀਪ ਪੁਰੀ ਜੀ ਹਾਰੇ। ਪੰਜਾਬ ਦੇ ਵਿੱਚ ਜੇ ਕਿਤੇ ਵੀ ਇੰਡੀਆ 'ਚ ਬੀਜੇਪੀ ਕਮਜ਼ੋਰ ਹੈ ਉਹ ਪੰਜਾਬ ਹੈ, ਤੇ ਉੱਥੇ 4 ਬੰਦੇ ਉਹਨਾਂ ਦੇ ਜਿੱਤੇ ਇਲੈਕਸ਼ਨ, ਆਮ ਆਦਮੀ ਪਾਰਟੀ ਦੇ ਜਿੱਤੇ। ਸੋ ਮੇਰਾ ਸਿਰਫ ਇਤੋਂ ਇਹ ਹੈ ਕਿ ਪੰਜਾਬ ਦੀ ਜਿਹੜੀ ਇੱਕ ਡੈਮੋਗ੍ਰਾਫੀ ਹੈ, ਇੱਕ ਜਿਹੜੀ ਪੋਲੀਟੀਕਲ ਓਰੀਐਂਟੇਸ਼ਨ ਹੈ, ਜਿਹੜੀ ਹਿਸਟਰੀ ਹੈ, ਉਹਦੇ ਵਿੱਚ ਇਹ ਜਿਹੜੀ ਰਾਜਨੀਤੀ ਕੇਜਰੀਵਾਲ ਜੀ ਨੇ ਲਈ ਹੈ ਉਹ ਪੰਜਾਬ ਦੇ ਵਿੱਚ ਨਹੀਂ ਚੱਲ ਸਕਦੀ। ਮੈਨੂੰ ਤਾਂ ਖੁਸ਼ੀ ਹੁੰਦੀ ਕਿ ਪੰਜਾਬੀ ਕੇਂਦਰ ਨਾਲ ਖੂਬਸੂਰਤ ਰਾਜਨੀਤੀ ਖੇਡਦੇ ਨੇ, ਖੇਡ ਨਹੀਂ ਆਉਂਦੀ, ਉਹ ਨਹੀਂ ਚੱਲ ਸਕਦੀ। ਔਰ ਇਸ ਕਰਕੇ ਮੈਨੂੰ ਇਹ ਲੱਗਦਾ ਕਿ ਪੰਜਾਬ ਦੀ ਜਿਹੜੀ ਰਾਜਨੀਤੀ ਹੈ ਉਹਦੇ 'ਚ ਇਹ ਹੈ ਕਿ ਤੁਸੀਂ ਮਿਨੋਰਿਟੀ ਦੀ ਪ੍ਰੋਟੈਕਸ਼ਨ ਕਰਨੀ ਹੈ, ਦਲਿਤ ਭਾਈਚਾਰੇ ਨੂੰ ਪੈਟਰੋਨੇਜ ਦੇਣੀ ਹੈ, ਤੇ ਤਦ ਹੀ ਜਿਹੜੀ ਹੈ ਜਿਹੜਾ ਕਿਸਾਨ ਹੈ ਉਹਦੀ ਹੈਜਮਨੀ ਰਹਿਣੀ ਹੈ। ਨਹੀਂ ਤੇ ਉਹਦੀ ਹੈਜਮਨੀ ਟੁੱਟ ਜਾਣੀ ਹੈ ਜਦੋਂ ਮਤਲਬ ਇਹ ਤਿੰਨਾਂ ਦਾ ਕੰਬੀਨੇਸ਼ਨ ਨਹੀਂ ਬਣਾਇਆ। ਸੋ ਪੰਜਾਬ ਦੇ ਪੋਲਿਟਿਕਸ ਲਈ ਮਲਟੀਕਲਚਰ ਰਹਿਣਾ, ਚਾਹੇ ਉਹ ਬੀਜੇਪੀ ਹੈ, ਚਾਹੇ ਉਹ ਕਾਂਗਰਸ ਹੈ, ਚਾਹੇ ਉਹ ਅਕਾਲੀ ਦਲ ਹੈ, ਐਗਰੀਰੀਅਨ ਪੋਲਿਟਿਕਸ ਪਰਸਿਊ ਕਰਨੀ, ਹਾਂ ਆਮ ਆਦਮੀ ਪਾਰਟੀ, ਤਿੰਨਾਂ ਨੂੰ ਮਲਟੀਕਲਚਰ ਰਹਿਣਾ ਪੈਣਾ। ਡਾਕਟਰ ਸਾਹਿਬ ਲਾਸਟ ਕੁਐਸਚਨ ਤੇ ਮੈਂ ਫਿਰ ਵਾਪਸ ਨੈਸ਼ਨਲ ਤਾਂ ਜਾ ਰਿਹਾ ਕਿਉਂਕਿ ਅਸੀਂ ਕਾਂਗਰਸ ਦੀ ਗੱਲ ਕਰ ਰਹੇ ਸੀਗੇ ਔਰ ਇਹ ਇੱਕ ਵੱਡਾ ਸਵਾਲ ਹੈ, ਯੂ ਹੈਵ ਆਲ ਦਾ ਟਾਈਮ। ਜੇ ਦੇਸ਼ ਦੇ ਵਿੱਚ ਇੱਕ ਲਾਰਜਰਲੀ ਸੱਜੇ ਪੱਖੀ ਪਾਰਟੀ ਹੈ, ਕਾਂਗਰਸ ਦੀਆਂ ਇਕਨੋਮਿਕ ਪਾਲਿਸੀਜ਼ ਤੁਸੀਂ ਕਹਿ ਰਹੇ ਹੋ ਕਿ ਉਹ ਵੀ ਸੱਜੇ ਪੱਖੀ ਉਸ ਪਾਸਿਓਂ ਹੋ ਚੁੱਕੀਆਂ ਹੋਈਆਂ ਨੇ, ਨੌਨ ਅਲਾਈਨ ਮੂਵਮੈਂਟ ਵੀ ਨਹੀਂ ਰਹੀ ਹੈ। ਓਰੀਜਨਲੀ ਲੈਫਟ ਦਾ ਮਾਇਨਾ ਐਂਟੀ ਮੋਨਾਰਕੀ, ਐਂਟੀ ਸਟੈਬਲਿਸ਼ਮੈਂਟ ਹੁੰਦਾ ਸੀਗਾ। 19ਵੀਂ ਸਦੀ ਦੇ ਵਿੱਚ ਆ ਕੇ ਲੈਫਟ ਅਸੀਂ ਇਕੁਐਲਿਟੀ ਨਾਲ ਕਰਦੇ ਰਹੇ, ਫਿਰ ਕਮਿਊਨਿਸਟਾਂ ਨੇ ਲੈ ਲਿਆ ਕਿ ਕਮਿਊਨਿਸਟ ਲੈਫਟ ਹੋ ਗਿਆ। ਲਾਰਜਰ ਲੈਫਟ ਦੇ ਮਾਇਨੇ ਸਿਵਲ ਰਾਈਟਸ ਮੂਵਮੈਂਟਸ 'ਚੋਂ ਆਉਂਦਾ ਰਿਹਾ, ਫੈਮਿਨਿਸਟ ਵਿੱਚੋਂ ਆਉਂਦਾ ਰਿਹਾ, ਅੰਬੇਦਕਰਾਈਟ ਫੂਲੇ ਮੂਵਮੈਂਟਸ ਵਾਲੇ ਸਾਰੇ ਆਪਣੇ ਆਪ ਨੂੰ ਲੈਫਟਿਸਟ ਦੱਸਦੇ ਨੇ, ਇਕੋਲੋਜੀ ਦੇ ਉੱਤੇ ਜਿਹੜੇ ਲੜਦੇ ਨੇ ਉਹ ਸਾਰੇ ਆਪਣੇ ਆਪ ਨੂੰ ਲੈਫਟਿਸਟ ਦੱਸਦੇ ਨੇ। ਇਹ ਸਾਰੀ ਜਿਹੜੀ ਇਹ ਬਹੁਤ ਵੱਡਾ ਸਮੂਹ ਹੋ ਜਾਂਦੇ ਨੇ ਜਿਸ ਵੇਲੇ ਉਹ ਸਾਰੇ ਇਕੱਠੇ ਹੁੰਦੇ ਨੇ। ਕੀ ਇਹਨਾਂ ਸਾਰਿਆਂ ਦੀ ਧਰਾਤਲ ਲਈ ਇੱਕ ਵਡੇਰੀ ਪੋਲੀਟੀਕਲ ਜਮਾਤ ਖੜੀ ਹੋ ਸਕਦੀ ਹੈ? ਕਿਉਂਕਿ ਟ੍ਰੈਡੀਸ਼ਨਲ ਲੈਫਟ ਤੇ ਵਰਚੁਅਲੀ ਬਾਹਰ ਹੀ ਬੈਠਾ। ਕੁੱਲ ਮਿਲਾ ਕੇ ਕਿੰਨੀਆਂ ਸੀਟਾਂ ਨੇ? 5 ਹੈਗੀਆਂ ਨੇ ਇਹਨਾਂ ਕੋਲ, ਤੇ 4 ਤਾਮਿਲਨਾਡੂ 'ਚ ਨੇ, ਤੇ ਸੁਖ ਨਾਲ DMK ਦੀ ਕਿਰਪਾ ਕਰਕੇ ਹੀ ਨੇ, ਤੇ ਇਹਦਾ ਮਤਲਬ ਕੋਈ ਲੈਫਟ ਨਹੀਂ ਹੈਗਾ। ਇਹ ਲਾਰਜਰ ਸਪੇਸ ਦੀ ਅਜਾਰੇਦਾਰੀ ਕੌਣ ਲਵੇਗਾ, ਇਹ ਕਾਂਗਰਸ ਜਾਂ ਕੋਈ ਵੀ ਨਵੀਂ ਉਭਰਨ ਵਾਲੀ ਕਾਂਗਰਸ? ਦੇਖੋ ਮੈਨੂੰ ਇਹ ਲੱਗਦਾ ਕਿ ਜਿਹੜਾ ਜਿਸ ਤਰ੍ਹਾਂ ਕੰਸੋਲੀਡੇਸ਼ਨ ਹੋਈ ਹੈ ਮੇਨ ਸਟ੍ਰੀਮ ਪੋਲਿਟਿਕਸ 'ਚ, ਇੱਕ ਰਾਈਟ ਵਿੰਗ ਪੋਲਿਟਿਕਸ ਜਿਹੜਾ ਹੈ ਉਹ ਉੱਭਰ ਕੇ ਅੱਗੇ ਆਇਆ ਹੈ, ਉਹਨੇ ਓਨਾ ਹੀ ਵੱਡਾ ਸਪੇਸ ਕ੍ਰੀਏਟ ਕਰਤੀ ਹੈ ਜਿਹੜੀ ਪ੍ਰੋਗਰੈਸਿਵ ਲੈਫਟ ਵਿੰਗ ਜਿਹੜੀ ਪੋਲਿਟਿਕਸ ਆ ਉਹਦੇ ਲਈ। ਪਹਿਲੇ ਉਹ ਸਪੇਸ ਜਿਹੜੀ ਕੇਜਰੀਵਾਲ ਜੀ ਨੇ ਐਪਰੋਪ੍ਰੀਏਟ ਕਰਕੇ ਦੇਸ਼ ਨੂੰ ਕਈ ਸਾਲ ਪਿੱਛੇ ਪਾਤਾ, ਕਿ ਉਸ ਰਾਜਨੀਤੀ ਨੂੰ ਪਿੱਛੇ ਪਾਤਾ, ਦੇਸ਼ ਨੂੰ ਤਾਂ ਅੱਗੇ ਲੈ ਜਾ ਰਹੇ ਨੇ, ਉਸ ਰਾਜਨੀਤੀ ਨੂੰ ਪਿੱਛੇ ਪਾਤਾ। ਸੋ ਮੈਨੂੰ ਲੱਗਦਾ ਕਿ ਜਦੋਂ ਜਿੰਨੀ ਕੰਸੋਲੀਡੇਸ਼ਨ ਉਧਰ ਹੋ ਰਹੀ ਹੈ ਓਨਾ ਹੀ ਸਕੋਪ, ਚਾਂਸ ਜਿਹੜੀ ਹੈ ਰਾਜਨੀਤੀ ਵੈਕਿਊਮ ਨਹੀਂ ਚੱਲਦੀ, ਤੇ ਵੈਕਿਊਮ ਹੁਣ ਸਾਹਮਣੇ ਹੈ। ਹਾਂ, ਇਸ ਕਰਕੇ ਉਸ ਵੈਕਿਊਮ ਦੇ ਵਿੱਚ ਪੋਸੀਬਿਲਿਟੀਜ਼ ਹੈਗੀਆਂ ਨੇ, ਔਰ ਜੇ ਕੋਈ ਵੀ ਨਵੇਂ ਜਿਹੜੇ ਲੋਕ ਨੇ ਉੱਭਰ ਕੇ ਅੱਗੇ ਆਉਂਦੇ ਨੇ ਔਰ ਲੰਬੀ ਸਟਰਗਲ 'ਚ ਪੈਣਾ ਚਾਹੁੰਦੇ ਨੇ ਇਮੀਡੀਏਟ ਰਿਜ਼ਲਟ ਨਾ ਲੈਣ ਲਈ, ਤੇ ਮੈਨੂੰ ਲੱਗਦਾ ਹੈ ਕਿ ਬੜਾ ਵੱਡਾ ਸਕੋਪ ਹਿੰਦੁਸਤਾਨ ਦੀ ਰਾਜਨੀਤੀ 'ਚ ਇੱਕ ਨਵਾਂ ਆਲਟਰਨੇਟ ਉੱਭਰਨ ਦਾ ਹੁਣ ਬਣ ਰਿਹਾ ਹੈ। ਸਮਾਂ ਹੈ ਨਹੀਂ, ਆਈ ਐਮ ਨਾਟ ਟੈਂਪਟਿੰਗ ਯੂ ਟੂ ਗੈਟ ਇਨਟੂ ਅ ਲੌਂਗਰ ਡਿਸਕਸ਼ਨ, ਬਟ ਮੈਨੂੰ ਆਈ ਐਮ ਰਿਮਾਈਂਡਡ ਕਿ ਉਹ ਯੋਗਿੰਦਰ ਯਾਦਵ ਕਹਿ ਰਹੇ ਸੀਗੇ ਕਿ ਕਾਂਗਰਸ ਸ਼ੁੱਡ ਡਾਈ ਤਾਂ ਕਿ ਕੋਈ ਹੋਰ ਇਹਦੀ ਜਗ੍ਹਾ ਲੈ ਪਵੇ। ਮੈਨੂੰ ਲੱਗਦਾ ਉਹ ਲਗਭਗ ਪੋਸੀਬਿਲਿਟੀ ਤੁਸੀਂ ਉਧਰ ਇਸ਼ਾਰਾ ਕਰ ਰਹੇ ਹੋ। ਉਹ ਵੀ ਨੈਗੇਸ਼ਨ ਦੀ ਗੱਲ ਹੀ ਹੈ, ਕਿਸੇ ਦੀ ਮੌਤ ਦਾ ਇੰਤਜ਼ਾਰ ਕਰਨਾ ਤੇ ਆਪਣੀ ਰਾਜਨੀਤੀ ਕਰਨਾ। ਮੈਂ ਉਹਨੂੰ ਪੋਜ਼ਿਟਿਵਲੀ ਲੈ ਰਿਹਾ ਕਿ ਕੁਝ ਨਵਾਂ ਵਡੇਰਾ ਇਹਦੇ ਚੋਂ ਬਣੇਗਾ। ਮੈਂ ਇਹ ਨਹੀਂ ਕਹਿੰਦਾ, ਮੈਂ ਤਾਂ ਕਹਿ ਰਿਹਾ ਵੀ ਕਾਂਗਰਸ ਵੀ ਆਪਣੇ ਆਪ ਨੂੰ ਰੀਇਨਵੈਂਟ ਕਰ ਲੇ, ਤੇ ਰੀਇਨਵੈਂਟ ਕਰਕੇ ਉਸ ਸਪੇਸ ਨੂੰ ਆਕੂਪਾਈ ਕਰੇ ਜਿਹੜੀ ਇਸ ਵੇਲੇ ਉਹ ਲੀਡਰ ਲੱਭ ਰਹੀ ਹੈ, ਉਸ ਰਾਜਨੀਤੀ ਨੂੰ ਲੱਭ ਰਹੀ ਹੈ ਜਿਹੜੀ ਕਿ ਲੋਕਾਂ ਦੇ ਲੋਕ ਹਿੱਤ ਰਾਜਨੀਤੀ ਹੋਏਗੀ, ਜਿਹੜੀ ਸਟਰਕਚਰ ਜਿਹੜੀਆਂ ਇਕਨੋਮੀ ਦੀਆਂ ਸਾਡੀ ਪੋਲਿਟਿਕਸ ਦੀਆਂ ਉਹਨੂੰ ਕੁਐਸਚਨ ਕਰੇਗੀ, ਨਵੇਂ ਸਟਰਕਚਰ ਨੂੰ ਗਿਵਨ ਰਾਈਟ। ਬਹੁਤ ਸਾਰੇ ਜਿਹੜੇ ਝੂਠ ਮੂਠ ਤੇ ਬਾਈਨਰੀਜ਼ ਨੇ ਉਹਨਾਂ ਵੀ ਉਹ ਵੀ ਕੁਐਸਚਨ ਹੋਣੇ ਚਾਹੀਦੇ ਨੇ ਵੀ ਇਹ ਲਿਬਰਲ ਨੇ ਤੇ ਬੀਜੇਪੀ ਵਾਲੇ ਨਹੀਂ ਹੈਗੇ। ਉਹ ਇਸ ਤਰ੍ਹਾਂ ਲੱਗਦਾ ਜਿੱਦਾਂ ਬੀਜੇਪੀ 'ਚ ਕੋਈ ਲਿਬਰਲ ਹੀ ਨਹੀਂ ਹੁੰਦਾ। ਹੁਣ ਮੈਨੂੰ ਜਿਵੇਂ ਲੱਗਦਾ ਹੈ ਕਿ ਜਿਹੜੀ ਰਿਲੀਜਨ ਦੇ ਨਾਲ ਜੋੜ ਕੇ ਰਾਜਨੀਤੀ, ਅਸੀਂ ਕਹਿੰਦੇ ਰਹੇ ਸੈਕੂਲਰ ਨਹੀਂ ਹੁੰਦੀ, ਪਰ ਸੈਕੂਲਰ ਉਹ ਵੀ ਹੋ ਸਕਦੀ ਹੈ, ਤੇ ਉਹਦੇ ਪਰ ਵੀ ਸਾਨੂੰ ਸੋਚਣਾ ਚਾਹੀਦਾ। ਨਹੀਂ, ਸਾਰੀ ਰਾਈਟ ਵਿੰਗ ਪੋਲਿਟਿਕਸ ਜਿਹੜੀ ਰੋਨਾਲਡ ਰੀਗਨ ਦੀ ਸੀ ਜਾਂ ਮਾਰਗਰੇਟ ਥੈਚਰ ਦੀ ਸੀਗੀ, ਇਹ ਵਿਦਆਊਟ ਕਮਿਊਨਲਿਜ਼ਮ ਪਿਓਰ ਰਾਈਟ ਵਿੰਗ ਪੋਲਿਟਿਕਸ ਸੀ, ਰਾਈਟ ਵਿੰਗ ਇਕਨੋਮਿਕਸ ਸੀਗੀ। ਸੋ ਸਾਡੇ ਦੇਸ਼ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਵੀ ਰਾਈਟ ਵਿੰਗ ਪੋਲਿਟਿਕਸ ਕਦੀ ਹੋਵੇਗੀ, ਲੈਟਸ ਹੋਪ। ਤੇ ਸਾਰੀਆਂ ਬਾਈਨਰੀਜ਼ ਤੋਂ ਵੀ ਕੋਈ ਕਾਲਾ ਹੁੰਦਾ ਤੇ ਚਿੱਟਾ ਹੁੰਦਾ, ਤੇ ਦੇਸ਼ ਵਿਰੋਧੀ ਹੁੰਦਾ ਤੇ ਦੇਸ਼ ਧਰੋਹੀ ਹੁੰਦਾ, ਤੇ ਦੇਸ਼ ਪਿਆਰ ਕਰਨ ਵਾਲਾ ਹੁੰਦਾ, ਇਹਨਾਂ ਸਭ ਤੋਂ ਬਚਣਾ ਚਾਹੀਦਾ। ਤੇ ਅਦਰਵਾਈਜ਼ ਚੈਲੰਜ ਤੇ ਪੂਰੀ ਦੁਨੀਆ ਦੇ ਵਿੱਚ ਹੀ ਨੇ, ਤੇ ਜੇ ਮਤਲਬ ਟਰੰਪ ਤੋਂ ਲੈ ਕੇ ਸਾਰੇ ਪਾਸੇ ਜਿਹੜੇ ਰਾਈਟ ਵਿੰਗ ਦਾ ਰੁਝਾਨ ਹੈ ਇਹ ਪੂਰੀ ਦੁਨੀਆ ਦੇ ਵਿੱਚ ਹੈ। ਇਸੇ ਚਰਨਿੰਗ ਦੇ ਵਿੱਚੋਂ ਇੱਕ ਇੰਟੈਲੈਕਚੁਅਲ ਚਰਨਿੰਗ ਹੋਣੀ ਚਾਹੀਦੀ ਹੈ, ਉਸੇ ਦੇ ਪਾਰਟ ਦੇ ਤੌਰ ਦੇ ਉੱਤੇ ਅਸੀਂ ਇਹ ਡਿਸਕਸ ਕਰ ਰਹੇ ਸੀ। ਵਰਨਾ ਰਾਹੁਲ ਗਾਂਧੀ ਨੇ ਕੁਝ ਕਰਨਾ ਹੈ ਤੇ ਉਹਦੇ ਨਾਲ ਹੀ ਸਾਡੇ ਜੀਵਨ ਦਾ ਭਲਾ ਹੋਣਾ ਹੈ, ਇਸ ਤੇ ਟੇਕ ਰੱਖ ਕੇ ਨਾ ਚੱਲਣਾ।
ਦੇਸ਼ ਦੀ ਰਾਜਨੀਤੀ ਇਸ ਤੋਂ ਗੰਭੀਰ ਹੈ ਤੇ ਜਿਹੜੀਆਂ ਫਾਲਟ ਲਾਈਨਸ ਦੀ ਅਸੀਂ ਗੱਲ ਕੀਤੀ ਹੈ, ਦਰਅਸਲ ਇਸ ਤੋਂ ਵੀ ਬਹੁਤ ਕੰਪਲੈਕਸ ਤੇ ਬਹੁਤ ਸਾਰੀਆਂ ਫਾਲਟ ਲਾਈਨਸ ਸਮਾਜ ਦੇ ਵਿੱਚ ਪਈਆਂ ਨੇ। ਇਹਨਾਂ ਨਾਲ ਲਗਾਤਾਰ ਜੁੜੇ ਰਹਿਣਾ ਤੇ ਕਿਸੇ ਨੇਤਾ ਦੀ ਗੱਲ ਤੋਂ ਗੁੱਸੇ 'ਚ ਆ ਕੇ ਤੇ ਛਰੀਆਂ ਲੈ ਕੇ ਬਾਜ਼ਾਰਾਂ ਵਿੱਚ ਤੁਰ ਪੈਣਾ ਜਾਂ ਆਪਣੀ ਜੇਬ 'ਚ ਵੋਟ ਰੱਖ ਕੇ ਤੁਰ ਪੈਣਾ ਕਿ ਮੈਂ ਫਲਾਣੇ ਨੂੰ ਜਾ ਕੇ ਅੱਜ ਢਾ ਦੇਣਾ ਤੇ ਫਲਾਣੇ ਨੂੰ ਬਣਾ ਦੇਣਾ, ਇਸ ਤੋਂ ਜ਼ਿਆਦਾ ਗੰਭੀਰ ਹੈ ਰਾਜਨੀਤੀ, ਕਿਉਂਕਿ ਇਹਦਾ ਸੰਬੰਧ ਹੈ ਸਾਡੇ ਬੱਚਿਆਂ ਨਾਲ, ਤੁਹਾਡੇ ਸਾਡੇ ਨਾਲ। ਜਿਹੜੀ ਹਵਾ 'ਚ ਸਾਹ ਲੈ ਰਹੇ ਹੋ ਤੇ ਕੱਲ ਨੂੰ ਕੋਈ ਕਰੋਨਾ ਵਾਇਰਸ ਆ ਗਿਆ ਤੇ ਉਹਦੇ ਤੋਂ ਬਚਾਉਣ ਲਈ ਕੋਈ ਸਰਕਾਰ ਮਾਈ ਬਾਪ ਬਣ ਉਭਰੇਗੀ ਕਿ ਅਸੀਂ ਫੈਟਲਿਜ਼ਮ ਹੋ ਜਾਵਾਂਗੇ, ਤੁਸੀਂ ਕਿਹਾ ਫੈਟਲਿਸਟਿਕ ਹੋ ਜਾਵਾਂਗੇ, ਕਿਸਮਤ ਦੇ ਮਾਰੇ ਹੋਵਾਂਗੇ ਤੇ ਕਿਤੇ ਝਾੜਾ ਕਰਾਉਂਦੇ ਫਿਰਾਂਗੇ। ਇਹਨਾਂ ਸਾਰਿਆਂ ਦਾ ਫੈਸਲਾ ਰਾਜਨੀਤੀ ਕਰਦੀ ਹੈ ਵੀ ਤੁਸੀਂ ਝਾੜਾ ਕਰਾਓਗੇ ਕਿ ਵਾਇਰਸ ਦਾ ਕੋਈ ਟੀਕਾ ਲੱਭੋਗੇ। ਅੱਜ ਲਈ ਇੰਨਾ ਹੀ। ਧੰਨਵਾਦ ਤੇ ਰੱਬ ਰਾਖਾ, ਤੁਹਾਡਾ ਵੀ, ਸਾਡਾ ਵੀ ਤੇ ਕਾਂਗਰਸ ਦਾ ਵੀ।